ਫੁੱਲ ਚੜਾਉਣ ਲੱਗਿਆ ਥੋੜੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਇੱਕ ਦੋ ਪਿਆਰ ਦੇ ਹੰਝੂ ਬਹਾਣ ਲੱਗਿਆ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ ਖੇਡਣ ਜਾਣਦੇ ਹੜਾਂ ਦੀ ਹਿੱਕ ਅੰਦਰ ਤੇ ਸਿਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ਬਦਲੇ ਲੈ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ਬਦਲੇ ਲੈ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ ਤੇ ਵੇਲੜ ਵੱਗ ਨਹੀਂ ਖੇਤਾਂ ਵਿੱਚ ਵੜਨਾ ਦੇਣਾ ਨਰਮ ਦੋਧਿਆਂ ਦੇ ਸੂਹੇ ਪਿੰਡਿਆਂ ਨੂੰ ਅਸੀਂ ਲੁੱਟਦਾ ਤਾਪ ਨਾ ਚੜਨ ਦੇਣਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ ਪਰਦੇਸ਼ ਤੋਂ ਪਿਆਰੇ ਇਹਦੇ ਲੋਕ ਕਹਾਣੀਆਂ ਅਸੀਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ ਅਸੀਂ ਤੋੜ ਦੇਣੀ ਰੁੱਸੀਆਂ ਬਹਾਰਾਂ ਅਸੀਂ ਮੋੜ ਕੇ ਲਿਆਉਣੀਆਂ ਨੇ ਆਖਦੇ ਨੇ ਲੋਕੀ ਹਿੱਕਾਂ ਠੋ ਕਹਾਣੀਆਂ ਹੜ ਲੋਕਤਾ ਦਾ ਕਿਹੜਾ ਸਕੂਰੋ ਕਹਾਣੀਆਂ ਹੜ ਲੋਕਤਾ ਦਾ ਗੱਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਭੇ ਰੱਜਣਗੇ ਕਿਰਤੀ ਕਿਸਾਨ ਮੁੜ ਕੇ ਜਰਾ ਹੱਲਾ ਮਾਰੋ ਕਿਰਤੀ ਕਿਸਾਨ ਜੁੜ ਕੇ ਜਰਾ ਹੱਲਾ ਮਾਰੋ ਸਾਡੀ ਪੈਲੀਆਂ ਦਾ ਨੂਰ ਚੜੇ ਵੇਖ ਕੇ ਸਰੂਰ ਤੋੜ ਦੇਣਾ ਏ ਗੁਰੂਰ ਤੇਰਾ ਚੋਰ ਵੇਲੜਾ ਹੁਣ ਚੱਲਣਾ ਨੀ ਤੇਰਾ ਕੋਈ ਜੋਰ ਵੇਲੜਾ ਹੁਣ ਚੱਲਣਾ ਨੀ ਵੇਲੜਾ ਨੇ ਮਾਣਿਆ ਸਵਾਦ ਹੈ ਆਜ਼ਾਦੀਆਂ ਦਾ ਕਾਮਿਆਂ ਦੀ ਜਾਨ ਲੀਰੋ ਲੀਰ ਹੋਈ ਏ ਤੇਰੇ ਜ਼ੁਲਮਾਂ ਦੀ ਜ਼ਾਲਮਾਂ ਅਖੀਰ ਹੋਈ ਏ ਤੇਰੇ ਜ਼ੁਲਮਾਂ ਦੀ ਬਣ ਕੇ ਬੱਦਲ ਅਸੀਂ ਧਰਤੀ ਤੇ ਵਸਣਾ ਏ ਤੋਆਂਗੇ ਗੁਬਾਰ ਜਿਹੜੇ ਵਿੱਚ ਪਾਉਣ ਦੇ ਸਿਰ ਵੱਢਣੇ ਨੇ 20ਵੀਂ ਸਦੀ ਦੇ ਰੌਣ ਦੇ ਸਿਰ ਵੱਢਣੇ ਨੇ ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ ਪਰਦੇਸ਼ ਤੋਂ ਪਿਆਰੇ ਇਹਦੇ ਲੋਕ ਕਹਾਣੀਆਂ ਅਸੀਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ ਅਸੀਂ ਤੋੜ ਦੇਣੀ ਦੋਸਤੋ ਤੁਹਾਡਾ ਸਾਰਿਆਂ ਦਾ ਹੀ ਹਾਰਦਿਕ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਅੱਜ ਦਿਨ ਸੋਮਵਾਰ
23 ਨਵੰਬਰ 2020 ਵਾਲੇ ਦਿਨ ਮੇਰਾ ਯਾਨੀ ਕਿ ਅਨੂ ਦਾ ਔਰ ਤੁਹਾਡਾ ਇੱਕ ਵਾਰ ਫਿਰ ਸਾਥ ਹੋ ਗਿਆ ਹੈ। ਤੁਸੀਂ ਹਰ ਸੋਮਵਾਰ ਸਾਡੇ ਨਾਲ ਹੋ ਜਾਂਦੇ ਹੋ ਸ਼ਾਮ 5 ਵਜੇ ਤੋਂ 6:30 ਵਜੇ ਤੱਕ ਪਲੈਨਟ 104.6 FM ਦੀਆਂ ਤਰੰਗਾਂ ਤੋਂ ਔਰ ਜਿਹੜੇ ਸਾਡੇ ਸਰੋਤੇ ਸਾਨੂੰ ਆਕਲੈਂਡ ਜਿਹੜੇ ਸਾਡੇ ਨਾਲ ਆਕਲੈਂਡ ਵਿੱਚ ਨਹੀਂ ਜੁੜ ਸਕਦੇ ਜਾਂ ਨਿਊਜ਼ੀਲੈਂਡ ਤੋਂ ਬਾਹਰ ਨੇ ਉਹ ਆਨਲਾਈਨ ਵੈਬਸਾਈਟ ਪਲੈਨਟ 104.6 FM ਦੀ ਵੈਬਸਾਈਟ ਹੈ ਉੱਥੋਂ ਤੁਸੀਂ ਸਾਨੂੰ ਲਾਈਵ ਸੁਣ ਸਕਦੇ ਹੋ ਜਾਂ ਬਾਅਦ ਵਿੱਚ ਪ੍ਰੋਗਰਾਮ ਜਿਹੜਾ ਉਹਨੂੰ ਡਾਊਨਲੋਡ ਕਰਕੇ ਵੀ ਸੁਣ ਸਕਦੇ ਹੋ ਤੋ ਜਲਦ ਹੀ ਭਾਰਤੀ ਜੀ ਵੀ ਮੇਰੇ ਨਾਲ ਸਟੂਡੀਓ 'ਚ ਮੌਜੂਦ ਹੋ ਜਾਣਗੇ ਅੱਜ ਦੇ ਜਿਹੜੇ ਸਾਡੇ ਵਿਸ਼ੇ ਨੇ ਔਰ ਜਿਹੜੇ ਸਾਡੇ ਬੁਲਾਰੇ ਨੇ ਉਹਨਾਂ ਨਾਲ ਤੁਹਾਡਾ ਮੈਂ ਤਾਰਫ ਕਰਵਾਉਂਦੀ ਚੱਲਾਂ ਅਸੀਂ ਸਭ ਤੋਂ ਪਹਿਲਾਂ ਭਾਰਤ ਤੋਂ ਦੀਪ ਸਿੰਘ ਹੋਰਾਂ ਨਾਲ ਗੱਲ ਕਰਾਂਗੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਕਾਫੀ ਹਫ਼ਤਿਆਂ ਤੋਂ ਅਸੀਂ ਲੜੀਵਾਰ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਔਰ ਤੁਹਾਨੂੰ ਜਿਹੜੇ ਮਾਈਗ੍ਰੈਂਟ ਆਫਸ਼ੋਰ ਸਟਕ ਨੇ ਉਹਨਾਂ ਦੇ ਨਾਲ ਰੂਬਰੂ ਵੀ ਕਰਵਾਉਂਦੇ ਆ ਕਿ ਖੁਦ ਉਹ ਜਿਹੜੀ ਆਪਣੀ ਦਾਸਤਾਨ ਹੈ ਤੁਸੀਂ ਉਹਨਾਂ ਦੀ ਜ਼ੁਬਾਨੀ ਉਹਨਾਂ ਦੀ ਦਾਸਤਾਨ ਸੁਣ ਸਕੋ ਤੋ ਦੀਪ ਸਿੰਘ ਵੀ ਇਸ ਤਰ੍ਹਾਂ ਹੀ ਸਟਕ ਨੇ ਉਹਨਾਂ ਦੀ ਜੀਵਨ ਸਾਥੀ ਹੈ ਜਿਹੜੀ ਉਹ ਇੱਥੇ ਨਿਊਜ਼ੀਲੈਂਡ 'ਚ ਤੋ ਅਸੀਂ ਦੀਪ ਸਿੰਘ ਹੋਰਾਂ ਦੀ ਜ਼ੁਬਾਨੀ ਸੁਣਾਂਗੇ ਕਿ ਕੀ ਉਹਨਾਂ ਦੀ ਸਥਿਤੀ ਔਰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਔਰ ਨਾਲ ਹੀ ਬਾਕੀ ਜਿਹੜੇ ਉੱਥੇ ਫਸੇ ਹੋਏ ਨੇ ਉਹ ਸਾਰੇ ਮਿਲ ਕੇ ਪਹਿਲਾਂ ਵੀ 3-4 ਪ੍ਰੋਟੈਸਟ ਹੋ ਚੁੱਕੇ ਨੇ ਪਿਛਲੇ ਹਫਤੇ ਦਿੱਲੀ 17 ਨਵੰਬਰ ਨੂੰ ਦਿੱਲੀ ਕਾਫੀ ਵੱਡਾ ਇਕੱਠ ਹੋਇਆ ਸੀ ਪ੍ਰੋਟੈਸਟ ਹੋਇਆ ਔਰ ਆਉਂਦੇ ਦਿਨਾਂ 'ਚ ਕੀ ਕੁਝ ਇਹਨਾਂ ਨੇ ਉਲੀਕਿਆ ਉਹ ਅਸੀਂ ਉਹਨਾਂ ਕੋਲੋਂ ਜਾਣਕਾਰੀ ਲਵਾਂਗੇ ਉਸ ਤੋਂ ਬਾਅਦ ਦੂਸਰੇ ਜਿਹੜੇ ਅੱਜ ਦੇ ਪ੍ਰੋਗਰਾਮ 'ਚ ਸਾਡੇ ਬੁਲਾਰੇ ਹੋਣਗੇ ਉਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਸੁਖਦੇਵ ਜਨਰਲ ਸਕੱਤਰ ਮਾਫ ਕਰਨਾ ਜਨਰਲ ਸਕੱਤਰ ਨੇ ਸਾਥੀ ਸੁਖਦੇਵ ਸਿੰਘ ਕੋਕਰੀ ਕਲਾਂ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਪਿਛਲੇ 2 ਹਫ਼ਤਿਆਂ ਤੋਂ ਅਸੀਂ ਕਿਸਾਨੀ ਸੰਘਰਸ਼ ਜਿਹੜਾ ਅੰਦੋਲਨ ਪੰਜਾਬ ਵਿੱਚ ਕਈ ਮਹੀਨਿਆਂ ਤੋਂ 3 ਜਿਹੜੇ ਕਿਸਾਨ ਵਿਰੋਧੀ ਆਰਡੀਨੈਂਸ ਦੇ ਰਾਹੀਂ ਕਾਨੂੰਨ ਪਾਸ ਕੀਤੇ ਗਏ ਨੇ ਉਸ ਸੰਘਰਸ਼ ਦੀ ਅਸੀਂ ਪਿਛਲੇ 2 ਹਫ਼ਤਿਆਂ ਤੋਂ ਜ਼ਿਆਦਾ ਗੱਲ ਨਹੀਂ ਕਰ ਪਾਏ ਤੋ ਅੱਜ ਸਾਥੀ ਹੋਰਾਂ ਨਾਲ ਇੱਕ ਤਾਂ ਅਪਡੇਟ ਲਵਾਂਗੇ ਕਿ ਇਸ ਵਕਤ ਜ਼ਮੀਨੀ ਪੱਧਰ ਤੇ ਕੀ ਚੱਲ ਰਿਹਾ ਔਰ ਅਸੀਂ ਇਹ ਵੀ ਜਾਣਦੇ ਹਾਂ ਕਿ ਇਸ ਹਫ਼ਤੇ ਵਿੱਚ ਮੇਰਾ ਖਿਆਲ ਹੈ 26 ਤਰੀਕ ਨੂੰ ਦਿੱਲੀ ਸਾਰਿਆਂ ਨੂੰ ਸੱਦਾ ਹੈ ਕਿ ਪਹੁੰਚਣ ਔਰ 400 ਤੋਂ ਜ਼ਿਆਦਾ ਜਥੇਬੰਦੀਆਂ ਜਿਹੜੀਆਂ ਨੇ ਉਹ ਲਾਮਬੰਦ ਹੋ ਚੁੱਕੀਆਂ ਨੇ ਇਸ ਸਾਰੀ ਮੂਵਮੈਂਟ 'ਚ ਤੋ ਸਾਥੀ ਸੁਖਦੇਵ ਸਿੰਘ ਕੋਕਰੀ ਕਲਾਂ ਹੋਰਾਂ ਕੋਲੋਂ ਜਾਣਕਾਰੀ ਲਵਾਂਗੇ ਤੋ ਉਸ ਤੋਂ ਬਾਅਦ ਇੱਥੇ ਲੋਕਲ ਵੀ ਕਾਫੀ ਸਾਰੇ ਵਿਸ਼ੇ ਨੇ ਬਹੁਤ ਕੁਝ ਚੱਲ ਰਿਹਾ ਖਾਸ ਕਰਕੇ ਜਿਹੜੇ ਕਾਮੇ ਮਾਈਗ੍ਰੈਂਟ ਸਾਡੇ ਨਿਊਜ਼ੀਲੈਂਡ ਤੋਂ ਬਾਹਰ ਫਸੇ ਹੋਏ ਨੇ ਔਰ ਜਿਹੜੇ ਇੱਥੇ ਵੀ ਪੀੜਤ ਨੇ ਇਮੀਗ੍ਰੇਸ਼ਨ ਦੀਆਂ ਹਰ ਦੂਸਰੇ ਦਿਨ ਬਦਲਦੀਆਂ ਨੀਤੀਆਂ ਤੋਂ ਸੋ ਉਹਨਾਂ ਵਾਸਤੇ ਕਿਸ ਤਰ੍ਹਾਂ ਦੀ ਮੁਹਿੰਮ ਇਸ ਵਕਤ ਸਾਡੀ ਜਿਹੜੀ ਉਹ ਚੱਲ ਰਹੀ ਹੈ ਔਰ 1-2 ਜਿਹੜੀਆਂ ਅਨਾਉਂਸਮੈਂਟਸ ਵੀ ਕੀਤੀਆਂ ਗਈਆਂ ਨੇ ਸਰਕਾਰ ਵੱਲੋਂ ਉਹਨਾਂ ਨੂੰ ਅਸੀਂ ਪੋਜ਼ਿਟਿਵਲੀ ਦੇਖਦੇ ਹਾਂ ਉਹ ਵੀ ਤੁਹਾਡੇ ਨਾਲ ਜ਼ਰੂਰ ਅਸੀਂ ਸਾਂਝ ਪਾਵਾਂਗੇ ਤੋ ਦੋਸਤੋ ਇਸ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਹੈ ਅਸੀਂ ਇੱਕ ਗੀਤ ਦੇ ਦੌਰਾਨ ਸਾਡੇ ਜਿਹੜੇ ਪਹਿਲੇ ਮਹਿਮਾਨ ਨੇ ਦੀਪ ਸਿੰਘ ਉਹਨਾਂ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ਤੋ ਤੁਸੀਂ ਇਸ ਤਰ੍ਹਾਂ ਹੀ ਸਾਡੇ ਨਾਲ ਬਣੇ ਰਹਿਣਾ oh
ਦੋਸਤੋ ਤੁਹਾਡਾ ਸਭ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਇਸ ਸਮੇਂ ਪੰਜਾਬ ਭਾਰਤ ਤੋਂ ਸਾਡੇ ਨਾਲ ਫੋਨ ਲਾਈਨ ਤੇ ਦੀਪ ਸਿੰਘ ਹੋ ਗਏ ਨੇ। ਜਿਸ ਤਰ੍ਹਾਂ ਕਿ ਮੈਂ ਸ਼ੁਰੂ 'ਚ ਦੱਸਿਆ ਕਿ ਉਹ ਜਿਹੜੇ ਮਾਈਗਰੈਂਟਸ ਆਫਸ਼ੋਰ ਸਟਕ ਨੇ ਜਾਂ ਲੰਮੇ ਸਮੇਂ ਤੋਂ ਆਪਣੇ ਪਾਰਟਨਰਸ ਨਾਲ ਇੱਥੇ ਯੂਨਾਈਟ ਨਹੀਂ ਹੋ ਪਾ ਰਹੇ, ਉਸ ਤਰ੍ਹਾਂ ਹੀ ਦੀਪ ਸਿੰਘ ਵੀ ਪੀੜਤ ਨੇ। ਸੋ ਅਸੀਂ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਕਿ ਉਹਨਾਂ ਦੀ ਖੁਦ ਦੀ ਕੀ ਸਥਿਤੀ ਹੈ ਔਰ ਬਾਕੀ ਸਾਰਾ ਜਿਹੜਾ ਗਰੁੱਪ ਹੈ ਉਹ ਕੀ ਕੁਝ ਚੱਲ ਰਿਹਾ ਔਰ ਕੀ ਕਰਨ ਜਾ ਰਹੇ ਨੇ। ਹਾਂਜੀ ਦੀਪ ਸਿੰਘ, ਸਵਾਗਤ ਹੈ ਤੁਹਾਡਾ ਵੀਰੇ ਰੇਡੀਓ ਇਨਕਲਾਬ ਤੇ। ਇੱਕ ਸੈਕਿੰਡ ਰੁਕਿਆ ਜੇ। ਹਾਂਜੀ, ਤੁਹਾਡੀ ਆਵਾਜ਼ ਕਿਉਂ ਨਹੀਂ ਉੱਥੇ ਆ ਰਹੀ? ਹਾਂ, ਹੁਣ ਬੋਲਿਓ ਜੀ। ਸ਼ਾਇਦ ਸਾਡੀ ਕੇਬਲ ਫਾਲਟੀ ਨਾ ਹੋਵੇ ਭਾਰਤੀ ਜੀ। ਅਸੀਂ ਇੱਕ ਸੈਕਿੰਡ ਦੁਬਾਰਾ ਕੋਸ਼ਿਸ਼ ਕਰੀਏ। ਹਾਂਜੀ, ਹੁਣ ਬੋਲਿਓ ਸਾਥੀ ਜੀ। ਹਾਂਜੀ ਹੁਣ ਠੀਕ ਹੈ ਜੀ। ਸੋ ਦੀਪ ਸਿੰਘ, ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ। ਸੋ ਅਸੀਂ ਦੀਪ ਸਿੰਘ ਜਾਣਨਾ ਚਾਹਾਂਗੇ ਕਿ ਤੁਹਾਡੇ ਨਾਲ ਹੋਰ ਬਹੁਤ ਵੱਡੀ ਗਿਣਤੀ ਦੇ ਵਿੱਚ ਨਿਊਜ਼ੀਲੈਂਡ ਦੀਆਂ ਜਿਹੜੀਆਂ ਸਰਕਾਰ ਦੀਆਂ ਜਿਹੜੀਆਂ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਜਿਹੜੀਆਂ ਪਾਲਿਸੀਜ਼ ਨੇ ਉਹਨਾਂ ਕਰਕੇ ਜਾਂ ਜਿਹੜਾ ਕੋਵਿਡ ਦਾ ਕ੍ਰਾਈਸਿਸ ਹੋਇਆ ਉਹਨਾਂ ਕਰਕੇ ਕਿਸ ਤਰਾਸਦੀ ਦੇ ਵਿੱਚੋਂ ਜਿਹੜੇ ਸਾਡੇ ਭਾਰਤੀ ਕਾਮੇ ਇੱਥੇ ਕੰਮ ਕਰਕੇ ਗਏ ਨੇ ਜਾਂ ਉੱਥੇ ਫਸੇ ਹੋਏ ਨੇ ਜਾਂ ਆਪਣੇ ਪਾਰਟਨਰ ਦੇ ਨਾਲੋਂ ਵਿਛੜੇ ਹੋਏ ਨੇ। ਸੋ ਤੁਸੀਂ ਆਪਣੀ ਤੁਹਾਡੀ ਜਿਹੜੀ ਆਪਣੀ ਕਹਾਣੀ ਆ ਉਹ ਸਰੋਤਿਆਂ ਨਾਲ ਸਾਂਝੀ ਕਰੋ। ਬਾਈ ਜੀ, ਪਹਿਲਾਂ ਤਾਂ ਸਾਰਿਆਂ ਨੂੰ ਜੋ ਵੀ ਮੈਨੂੰ ਸੁਣ ਰਹੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਦੂਜੀ ਗੱਲ ਇਹ ਹੈ ਕਿ ਬਾਈ ਜੀ, ਜਦੋਂ ਦਾ ਕੋਵਿਡ ਚੱਲਿਆ, ਕੋਵਿਡ ਦੇ ਦੌਰਾਨ ਜਿਹੜੇ ਵੀ ਸਾਡੇ ਪੰਜਾਬੀ ਭਾਈ ਭੈਣਾਂ ਆਏ ਸੀ ਇੰਡੀਆ ਦੇ ਵਿੱਚ ਸਟਕ ਹੋ ਗਏ ਤੇ ਇਮੀਗ੍ਰੇਸ਼ਨ ਦਾ ਜਿਹੜਾ ਉਹਨਾਂ ਪ੍ਰਤੀ ਮਤਲਬ ਰਿਹਾ ਹੈਗਾ ਉਹ ਕੋਈ ਬੜਾ ਚੰਗਾ ਨਹੀਂ ਰਿਹਾ। ਕੋਈ ਉਹਨਾਂ ਦੀ ਬਾਂਹ ਨਹੀਂ ਫੜੀ ਗਈ, ਕੋਈ ਉਹਨਾਂ ਦੀ ਗੱਲ ਨਹੀਂ ਕੀਤੀ ਗਈ। ਮਤਲਬ ਕਿ ਉਹ ਬੰਦੇ ਅੱਜ ਵੀ ਸਫ਼ਰ ਕਰ ਰਹੇ ਨੇ, ਉਹਨਾਂ ਨੂੰ ਕੋਈ ਉਮੀਦ ਹੀ ਨਹੀਂ ਹੈ। ਜਿਨ੍ਹਾਂ ਦੇ ਵੀਜ਼ੇ ਖਤਮ ਹੋ ਚੁੱਕੇ ਨੇ ਉਹ ਉਮੀਦ ਤੋਂ ਬੇਉਮੀਦੇ ਹੋ ਚੁੱਕੇ ਨੇ ਜੀ ਕਿ ਸਾਡਾ ਪਤਾ ਨਹੀਂ ਕੁਝ ਬਣੂਗਾ ਜਾਂ ਨਾ ਬਣੂਗਾ। ਰਹੀ ਮੇਰੀ ਗੱਲ, ਮੇਰੇ ਵਾਈਫ 3 ਦਸੰਬਰ ਨੂੰ ਅਸੀਂ ਉਹਨਾਂ ਨੂੰ ਇੰਡੀਆ ਤੋਂ ਜਹਾਜ਼ ਤੇ ਚੜਾਇਆ ਜੀ ਕ੍ਰਾਈਸਟਚਰਚ ਦੇ ਲਈ। ਠੀਕ ਹੈ ਜੀ। ਪੜ੍ਹਾਈ ਦੇ ਵੀਜ਼ੇ ਤੇ ਉਹ ਨਿਊਜ਼ੀਲੈਂਡ ਆਏ। ਠੀਕ। ਤੇ 20 ਦਸੰਬਰ ਨੂੰ ਜੀ ਮੇਰੀ ਖੁਦ ਦੀ ਫਾਈਲ, ਮੈਂ ਸਪਾਊਸ ਵੀਜ਼ੇ ਦੀ ਫਾਈਲ ਲਗਾਈ ਤੇ ਉਹ ਤੋਂ ਬਾਅਦ ਮੈਨੂੰ ਕੋਈ 4 ਅਪ੍ਰੈਲ ਨੂੰ ਰਿਵਰਟ ਆਇਆ ਕਿ ਤੁਹਾਨੂੰ ਜਲਦੀ ਤੁਹਾਡਾ ਕੇਸ ਆਫਿਸਰ ਅਲਾਟ ਕੀਤਾ ਜਾਊਗਾ, ਜਿਹਦੇ ਚ ਮੇਰਾ ਕਲਾਇੰਟ ਨੰਬਰ ਜਨਰੇਟ ਕੀਤਾ ਗਿਆ। ਟਾਈਮ ਲੰਘਦਾ ਗਿਆ ਜੀ, ਮੈਂ ਵੀ ਵੇਟ ਕਰਦਾ ਰਿਹਾ। ਉਸ ਤੋਂ ਬਾਅਦ ਜੀ ਮੈਨੂੰ 22 ਸਤੰਬਰ ਨੂੰ ਮੇਲ ਆਈ ਕਿ ਤੁਸੀਂ ਇੰਟਰਵਿਊ ਲਈ ਰੈਡੀ ਰਹੋ, ਅਸੀਂ ਤੁਹਾਨੂੰ ਫੋਨ ਕਰ ਸਕਦੇ ਹਾਂ ਜੀ। ਤਾਂ ਮੈਂ ਆਪਣਾ ਸਾਰਾ ਕੁਝ ਰੈਡੀ ਰੱਖਿਆ, ਕੁਝ ਪ੍ਰੂਫ ਮੈਂ ਹੋਰ ਭੇਜੇ। ਉਸ ਤੋਂ ਬਾਅਦ ਅਗਲੇ ਦਿਨ ਮੇਰੀ ਇੰਟਰਵਿਊ ਹੋਈ, 18 ਮਿੰਟ ਇੰਟਰਵਿਊ ਹੋਈ। ਮੈਨੂੰ ਜੋ ਪਰਸਨਲ ਕੁਐਸਚਨ ਪੁੱਛਣੇ ਸੀ ਮੇਰੇ ਮੈਰਿਜ ਲਈ, ਮੇਰੀ ਵਾਈਫ ਲਈ, ਮੇਰੇ ਲਈ, ਮੈਂ ਸਾਰਿਆਂ ਨੂੰ ਜਵਾਬ ਦਿੱਤੇ। ਉਸ ਤੋਂ ਬਾਅਦ ਜੀ ਅਗਲੇ ਦਿਨ ਹੀ ਸਵੇਰੇ ਮੈਨੂੰ 9:15 ਵਜੇ ਇੰਡੀਆ ਦੇ 9 ਵਜੇ ਮੈਨੂੰ ਮੇਲ ਆਉਂਦੀ ਹੈ ਕਿ ਤੁਸੀਂ ਬੋਨਾਫਾਈਡ ਨਹੀਂ ਹੈਗੇ, ਅਸੀਂ ਤੁਹਾਡੀ ਫਾਈਲ ਰਿਜੈਕਟ ਕਰਦੇ ਹਾਂ, ਡਿਕਲਾਈਨ ਦੇ ਰਹੇ। ਮੇਰੀ ਫਾਈਲ ਡਿਕਲਾਈਨ ਕੀਤੀ ਗਈ ਜੀ। ਚਲੋ ਇੱਕ ਟੈਂਸ਼ਨ ਸੀ, ਉਹ ਮੈਂ ਚਲੋ ਕੋਈ ਗੱਲ ਨਹੀਂ, ਦੁਬਾਰਾ ਲਾ ਲੈਂਦੇ ਆ। ਉਸ ਤੋਂ ਬਾਅਦ ਜੀ ਮੇਰੀ ਵਾਈਫ ਉਹ ਸਟੱਡੀ ਤੇ ਸੀ, ਮੈਂ ਕਿਹਾ ਸਟੱਡੀ ਕੰਪਲੀਟ ਹੋਣ ਤੋਂ ਬਾਅਦ ਜਦੋਂ ਉਹ ਵਰਕ ਵੀਜ਼ੇ ਤੇ ਆਉਣਗੇ ਮੈਂ ਆਪਣੀ ਫਾਈਲ ਫੇਰ ਲਗਾਵਾਂਗਾ। ਉਸ ਤੋਂ ਬਾਅਦ ਸਟੱਡੀ ਕੰਪਲੀਟ ਹੁੰਦੀ ਰਹੀ, ਹੋਣ ਤੋਂ ਉਪਰੰਤ ਉਹਨਾਂ ਦਾ ਵਰਕ ਵੀਜ਼ਾ ਆਇਆ। ਵਰਕ ਤੋਂ ਬਾਅਦ ਮੇਰੀ ਫਾਈਲ ਲੱਗੀ, ਉਸ ਤੋਂ ਬਾਅਦ ਲਾਕਡਾਊਨ ਹੋ ਗਿਆ ਤੇ ਉਹ ਤੋਂ ਤਾਂ ਹੁਣ ਆਉਣ ਵਾਲੀ 3 ਦਸੰਬਰ ਨੂੰ ਮੈਨੂੰ 2 ਸਾਲ ਹੋ ਜਾਣਗੇ ਆਪਦੇ ਲਾਈਫ ਪਾਰਟਨਰ ਹੋਏ। ਇਹ ਕਿਹਦੇ ਕੋਲੇ ਰਾਈਟਸ ਨੇ ਜੀ ਕਿ ਇੱਕ ਹਸਬੈਂਡ ਨੂੰ ਜਾਂ ਇੱਕ ਵਾਈਫ ਨੂੰ ਉਹਦੇ ਹਸਬੈਂਡ ਤੋਂ ਜਾਂ ਵਾਈਫ ਤੋਂ ਦੂਰ ਰੱਖਿਆ ਜਾਵੇ। ਅਸਲ ਦੀਪ ਸਿੰਘ, ਮੈਂ ਤੁਹਾਨੂੰ ਇੰਟਰਪਟ ਕਰਨਾ ਚਾਹਾਂਗਾ। ਇਹ ਜਿਹੜਾ ਤੁਹਾਡਾ ਕੇਸ ਹੈ ਨਾ, ਇੱਕ ਵੀਜ਼ਾ ਡਿਲੇ ਦਾ ਵੀ ਹੈ ਇਹ, ਕਿਉਂਕਿ ਤੁਹਾਨੂੰ ਪਤਾ ਹੋਣਾ ਕਿ ਨਿਊਜ਼ੀਲੈਂਡ ਦੇ ਵਿੱਚ ਅਸੀਂ ਇਹ ਕੋਵਿਡ ਤੋਂ ਪਹਿਲਾਂ ਵੀਜ਼ਾ ਡਿਲੇ ਵਾਸਤੇ ਵੀ ਸੰਘਰਸ਼ ਇੱਥੇ ਕਰ ਚੁੱਕੇ ਬਹੁਤ ਲੰਬਾ। ਸੋ ਤੁਹਾਡਾ ਇਹ ਡਬਲ ਹੈ, ਤੁਹਾਡਾ ਵੀਜ਼ਾ ਡਿਲੇ ਪਲੱਸ ਜਿਹੜਾ ਕੋਵਿਡ ਦੇ ਦੌਰਾਨ ਜੋ ਕੁਝ ਹੋਇਆ। ਹਾਂਜੀ, ਤੁਸੀਂ ਆਪਣੀ ਗੱਲ ਜਾਰੀ ਰੱਖੋ। ਹਾਂਜੀ, ਇਹਦੇ ਚ ਜੀ ਮੇਰਾ ਤਾਂ ਪਰਸਨਲੀ ਮੇਰਾ ਬਹੁਤ ਲਾਸ ਹੋਇਆ। ਮੈਂ ਗੱਲ ਪੈਸੇ ਦੀ ਨਹੀਂ ਕਰੂੰਗਾ,
ਮੇਰੇ ਜਜ਼ਬਾਤਾਂ ਦਾ ਬਹੁਤ ਲਾਸ ਹੋਇਆ। ਮੇਰੇ ਇਮੋਸ਼ਨ ਸੀਗੇ ਕਿ ਮੇਰੀ ਵਾਈਫ ਲਈ ਇਮੋਸ਼ਨ ਮੇਰੇ ਲਈ ਇਮੋਸ਼ਨ ਸੀ ਉਹਨਾਂ ਦਾ, ਉਹ ਮੈਨੂੰ 2 ਸਾਲ ਮੇਰੇ ਕਿਸੇ ਵੀ ਹਿਸਾਬ ਨਾਲ ਕਵਰ ਨਹੀਂ ਹੋ ਰਹੇ। ਮੇਰੇ ਜਜ਼ਬਾਤਾਂ ਦਾ ਬਹੁਤ ਜ਼ਿਆਦਾ ਲਾਸ ਹੋਇਆ। ਜੋ ਸਾਡੀਆਂ ਪਲੈਨਿੰਗ ਸੀਗੀਆਂ ਉਹ ਸਾਰੀਆਂ ਤੇ ਮਿੱਟੀ ਪੈ ਗਈ, ਉਹਦੀ ਕੋਈ ਦਵਾਈ ਨਹੀਂ ਹੋ ਰਹੀ। ਤਾਂ ਇਮੀਗ੍ਰੇਸ਼ਨ ਕੋਈ ਵਾਹ ਨਹੀਂ ਫੜ ਰਹੀ। ਪਹਿਲਾਂ ਲਾਰੇ ਲਾਉਂਦੇ ਰਹੇ ਕਿ ਅਸੀਂ ਐਂ ਕਰਾਂਗੇ ਉਹ ਕਰਾਂਗੇ, ਬਟ ਹੋਇਆ ਕੁਛ। ਮੇਰਾ ਤਾਂ ਲਾਸ ਹੀ ਹੋਇਆ ਜੀ। ਸੋ ਤੁਹਾਡੇ ਜਿਹੜੇ ਵਾਈਫ ਨੇ ਇੱਥੇ ਕੰਮ ਕਰ ਰਹੇ ਨੇ? ਹਾਂਜੀ ਬਿਲਕੁਲ ਜੀ। ਉਹ ਹੈਲਥ ਸਰਵਿਸਿਜ਼ ਐਂਡ ਮੈਨੇਜਮੈਂਟ ਦਾ ਕੋਰਸ ਲੈ ਕੇ ਗਏ ਸੀਗੇ ਜੀ। ਹੁਣ ਫਿਲਹਾਲ ਉਹ ਰਾਈਮੰਡ ਦੇ ਵਿੱਚ ਜੌਬ ਕਰ ਰਹੇ ਨੇ। ਅੱਛਾ, ਉਹ ਮਤਲਬ ਹੈਲਥ ਸਰਵਿਸਿਜ਼ ਦੇ ਰਿਲੇਟਡ ਹੀ ਆ ਜੌਬ ਉਹਨਾਂ ਦੀ? ਜੀ। ਸੋ ਮਤਲਬ ਕਹਿਣ ਦਾ ਮਤਲਬ ਐਸੈਂਸ਼ੀਅਲ ਵਰਕਰ ਨੇ। ਔਰ ਕੋਵਿਡ ਦੇ ਦੌਰਾਨ ਉਹਨਾਂ ਦੀ ਕਿੰਨਾ ਉਹਨਾਂ ਦਾ ਕੰਟਰੀਬਿਊਸ਼ਨ ਹੋਊਗਾ ਇਸ ਮੁਲਕ ਨੂੰ ਚਲਾਉਣ ਵਾਸਤੇ? ਉਹਨਾਂ ਦੀ ਬਹੁਤ ਜ਼ਿਆਦਾ ਭੂਮਿਕਾ ਰਹੀ ਹੈ ਜੀ। ਬਹੁਤ ਹੀ ਜ਼ਿਆਦਾ ਉਹਨਾਂ ਨੇ ਇਸ ਚੀਜ਼ ਨੂੰ ਸਫਲ ਵੀ ਕੀਤਾ। ਬਹੁਤ ਜ਼ਿਆਦਾ ਉਹਨਾਂ ਨੂੰ ਪ੍ਰੋਬਲਮਸ ਵੀ ਆਈਆਂ। ਉਹਨਾਂ ਦੇ ਵੀ ਕੋਵਿਡ ਟੈਸਟ ਹੁੰਦੇ ਰਹੇ ਨੇ ਬਹੁਤ। ਉਹਨਾਂ ਨੇ ਵੀ ਕੋਵਿਡ ਦੇ ਨਾਲ ਸਫਰ ਕੀਤਾ, ਟਰਬਲ ਉਹਨਾਂ ਨੂੰ ਵੀ ਹੋਇਆ। ਤਾਂ ਉਹਨਾਂ ਦੀ ਸੇਵਾ ਵੀ ਕੀਤੀ ਹੈ। ਮੈਂ ਤਾਂ ਇਹ ਕਹੂੰਗਾ ਕਿ ਜਿਹੜੀਆਂ ਵੀ ਨਰਸਿਸ ਨੇ, ਮੇਰੀਆਂ ਭੈਣਾਂ ਰਹੀਆਂ, ਉਹਨਾਂ ਨੇ ਹੋਰ ਬਹੁਤ ਉਹਨਾਂ ਨੇ ਸੇਵਾ ਕੀਤੀ ਹੈ ਇੰਗਲੈਂਡ ਦੇ ਮੁਕਾਬਲੇ। ਜੀ ਬਿਲਕੁਲ। ਦੀਪ, ਬਹੁਤ ਇਹ ਟ੍ਰੈਜਡੀ ਹੈਗੀ ਆ। ਔਰ ਜਿਵੇਂ ਕਿ ਅਸੀਂ ਲਗਾਤਾਰ ਤਾਂ ਨਾਲ ਬਾਕੀ ਯੂਨੀਅਨ ਦੇ ਨਾਲ ਮਿਲ ਕੇ ਇੱਥੇ ਸੰਘਰਸ਼ ਤੁਹਾਡੇ ਵਾਸਤੇ ਕਰ ਰਹੇ, ਚਾਹੇ ਜਿਹੜੇ ਔਨਸ਼ੋਰ ਨੇ ਜਾਂ ਆਫਸ਼ੋਰ ਨੇ। ਸੋ ਰੀਸੈਂਟਲੀ ਤੁਹਾਡੇ ਤੋਂ ਪਹਿਲਾਂ ਅਸੀਂ ਜਗਦੀਪ ਸਿੰਘ ਨਾਲ, ਪਰਮਿੰਦਰ ਸਿੰਘ ਨਾਲ, ਜਿਨ੍ਹਾਂ ਨੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਰੈਲੀਆਂ ਅਰੇਂਜ ਕੀਤੀਆਂ। ਸੋ ਇਹ ਬੜੀ ਚੰਗੀ ਗੱਲ ਆ ਕਿ ਤੁਸੀਂ ਭਾਰਤ ਦੇ ਵਿੱਚੋਂ ਆਪਣੀ ਆਵਾਜ਼ ਉਠਾ ਰਹੇ ਹੋ। ਸੋ ਸਰੋਤਿਆਂ ਦੇ ਨਾਲ ਇਹ ਵੀ ਸਾਂਝ ਪਾਓ ਕਿ ਕਿਵੇਂ ਭਾਰਤ ਦੇ ਵਿੱਚ ਤੁਸੀਂ ਇਹਦੇ ਵਿਰੋਧ ਦੇ ਵਿੱਚ ਆਵਾਜ਼ ਜਿਹੜੀ ਉਠਾ ਰਹੇ ਹੋ। ਬਾਈ ਜੀ, ਪਹਿਲੀ ਗੱਲ ਤਾਂ ਇਹ ਸੀ ਕਿ ਆਪਾਂ ਨੇ ਕੋਈ ਤੋੜ-ਫੋੜ ਨਹੀਂ, ਕਿਸੇ ਨੂੰ, ਕਿਸੇ ਗਵਰਨਮੈਂਟ ਨੂੰ ਮਾੜਾ ਨਹੀਂ ਕਿਹਾ, ਨਾ ਹੀ ਨਿਊਜ਼ੀਲੈਂਡ ਦੀ ਗਵਰਨਮੈਂਟ ਨੂੰ ਮਾੜਾ ਕਿਹਾ। ਅਸੀਂ ਜਸਟ ਆਪਣਾ ਦੁੱਖ ਦੱਸਿਆ ਕਿ ਪਲੀਜ਼ ਸਾਡੇ ਦੁੱਖ ਸੁਣੋ, ਅਸੀਂ ਜਿਉਂਦੇ ਹਾਂ, ਅਸੀਂ ਤੁਹਾਡੀ ਕੰਟਰੀ ਦੀ ਇਕਨੋਮੀ ਦੇ ਵਿੱਚ ਬਹੁਤ ਯੋਗਦਾਨ ਪਾਇਆ, ਤਾਂ ਪਲੀਜ਼ ਸਾਡੀ ਵੀ ਸੁਣੀ ਜਾਵੇ। ਅਸੀਂ ਇੰਨੇ ਪੈਸੇ ਇਨਵੈਸਟਮੈਂਟ ਕਰੀ ਤੁਹਾਡੀ ਕੰਟਰੀ ਦੇ ਵਿੱਚ, ਤਾਂ ਸਾਨੂੰ ਵੀ ਤੁਸੀਂ ਆਪਣਾ ਸਮਝੋ, ਸਾਡੇ ਨਾਲ ਤੁਸੀਂ ਕੋਈ ਵਿਤਕਰਾ ਨਾ ਕਰੋ। ਤੁਹਾਡੀ ਲੇਬਰ ਗਵਰਨਮੈਂਟ ਹੈ। ਲੇਬਰ ਗਵਰਨਮੈਂਟ ਦਾ ਕਿਤੇ ਵੀ ਹੋਵੇ, ਲੇਬਰ ਗਵਰਨਮੈਂਟ ਚਾਹੇ ਇੰਡੀਆ ਦੇ ਵਿੱਚ ਹੋਵੇ, ਚਾਹੇ ਨਿਊਜ਼ੀਲੈਂਡ ਦੇ ਵਿੱਚ ਹੋਵੇ, ਚਾਹੇ ਕਿਸੇ ਵੀ ਕੰਟਰੀ ਦੇ ਵਿੱਚ ਹੋਵੇ, ਲੇਬਰ ਗਵਰਨਮੈਂਟ ਦਾ ਇੱਕੋ ਹੀ ਮੋਟੋ ਹੁੰਦਾ ਵੀ ਅਸੀਂ ਸਮਾਜਿਕ ਜਾਂ ਲੋਕਤੰਤਰੀ ਪ੍ਰਣਾਲੀ ਦੇ ਵਿੱਚ ਅਸੀਂ ਤੁਹਾਨੂੰ ਇਕੁਐਲਿਟੀ ਦੇਵਾਂ। ਤਾਂ ਇਕੁਐਲਿਟੀ ਸਾਨੂੰ ਲੱਗ ਨਹੀਂ ਰਹੀ ਕਿ ਜਿਹੜੇ ਮਾਈਗ੍ਰੈਂਟ ਨੇ ਉਹਨਾਂ ਨੂੰ ਇਕੁਐਲਿਟੀ ਤੁਸੀਂ ਕਿੱਥੇ ਦੇ ਰਹੇ ਹੋ। ਕੋਈ ਸ਼ੱਕ ਨਹੀਂ। ਠੀਕ ਹੈ ਜੀ, ਸਾਨੂੰ ਵੀ ਇਕੁਐਲਿਟੀ ਦਿੱਤੀ ਜਾਵੇ। ਅਸੀਂ ਇਨਸਾਨ ਆ, ਸਾਡੇ ਨਾਲ ਇਨਸਾਨਾਂ ਦੀ ਤਰ੍ਹਾਂ ਬਿਹੇਵ ਕਰੋ। ਅਸੀਂ ਤੁਹਾਡੀ ਕੰਟਰੀ ਨੂੰ ਅੱਗੇ ਲਿਜਾਣ ਦੇ ਵਿੱਚ ਬਹੁਤ ਯੋਗਦਾਨ ਪਾਇਆ ਤੇ ਅੱਗੇ ਪਾਉਂਦੇ ਵੀ ਰਹਾਂਗੇ। ਦੀਪ ਸਿੰਘ, ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਆਪਣੀ ਪੱਖੋਂ ਕਿ ਜਿਹੜੀ ਸਾਡੀ ਇੱਥੇ ਕੈਂਪੇਨ ਚੱਲ ਰਹੀ ਹੈ, ਜਿਹਦੇ ਵਿੱਚ ਪਾਥਵੇ ਟੂ ਰੈਜ਼ੀਡੈਂਸੀ, ਅਸੀਂ ਕਹਿ ਰਹੇ ਹਾਂ ਕਿ ਜਿੰਨੇ ਵੀ ਇੱਥੇ ਆ ਚੁੱਕੇ ਮਤਲਬ ਕਿ ਜਿਨ੍ਹਾਂ ਦੇ ਕੋਲੇ ਜਿਹੜੇ ਆਫਸ਼ੋਰ ਵੀ ਜਿਨ੍ਹਾਂ ਕੋਲ ਵੈਲਿਡ ਵੀਜ਼ੇ ਨੇ, ਉਹਨਾਂ ਨੂੰ ਬਿਨਾਂ ਸ਼ਰਤ ਉਹਨਾਂ ਨੂੰ ਰੈਜ਼ੀਡੈਂਸੀ ਦਿੱਤੀ ਜਾਵੇ। ਔਰ ਤੁਸੀਂ ਹੈਰਾਨ ਹੋਵੋਗੇ ਕਿ ਜਿਹੜੇ ਇੱਥੇ ਦੇ ਬਸ਼ਿੰਦੇ ਨੇ, ਜਿਹੜੇ ਗੋਰੇ ਮੂਲ ਦੇ ਲੋਕ ਨੇ ਜਾਂ ਮੌਰੀ ਮੂਲ ਦੇ ਲੋਕ ਨੇ, ਸਾਡੀ ਉਹਨਾਂ ਨਾਲ ਜਦੋਂ ਗੱਲਬਾਤ ਹੁੰਦੀ ਹੈ, ਔਰ ਉਹ ਇੰਨੇ ਕੁ ਖੁਸ਼ ਹੋ ਕੇ ਉਹ ਸਾਈਨ ਕਰ ਰਹੇ ਨੇ। ਮਤਲਬ ਕਿ ਜੇ ਸਰਕਾਰ ਇਹ ਸਾਰਿਆਂ ਨੂੰ ਪੱਕੇ ਕਰ ਵੀ ਦਿੰਦੀ ਹੈ, ਸਾਨੂੰ ਇਸ ਗੱਲ ਦਾ ਪੱਕਾ ਯਕੀਨ ਆ ਵੀ ਲੋਕਾਂ ਦੇ ਵੱਲੋਂ ਕੋਈ ਕਿਸਮ ਦਾ ਰਿਵੋਲਟ ਨਹੀਂ ਹੋਊਗਾ। ਉਹ ਇਸ ਨੂੰ ਖੁਸ਼ੀ ਕਬੂਲ ਕਰਨਗੇ ਕਿ ਉਹਨਾਂ ਨੇ ਦੇਖਿਆ ਆ ਕਿ ਜਿਹੜੇ ਪ੍ਰਵਾਸੀ ਕਾਮੇ ਨੇ ਇਸ ਕੋਵਿਡ ਕ੍ਰਾਈਸਿਸ ਦੇ ਦੌਰਾਨ ਇਹ ਉਹਨਾਂ ਦਾ ਕਿੰਨਾ ਵੱਡਾ ਕੰਟਰੀਬਿਊਸ਼ਨ ਆ। ਸਾਡੇ ਕੋਲੇ ਜਿਹੜੀਆਂ ਜਿੱਦਾਂ ਨਰਸਾਂ ਦੇ ਪ੍ਰਧਾਨ ਆ ਰਹੇ ਨੇ, ਸੋਸ਼ਲ ਸਿਕਿਉਰਿਟੀ ਦੇ ਵਿੱਚ ਮੈਨੇਜਰ ਆ ਰਹੇ ਨੇ, ਉਹਨਾਂ ਦੇ ਥੱਲੇ ਜਿਹੜੇ ਸਾਰੇ ਕੰਮ ਕਰਨ ਵਾਲੇ ਨੇ ਉਹ ਮਾਈਗ੍ਰੈਂਟ ਵਰਕਰ ਨੇ, ਔਰ ਉਹਨਾਂ ਦੇ ਦੁੱਖ ਨੂੰ ਉਹ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਹਾਂਜੀ। ਸੋ ਇਹਦਾ ਤੁਹਾਡਾ ਧੰਨਵਾਦ ਹੈ, ਰਿਗਾਰਡ ਹੈ ਤੁਹਾਡੇ ਲਈ ਕਿ ਤੁਸੀਂ ਇੰਨਾ ਕਰ ਰਹੇ ਹੋ, ਸਾਡੇ ਲਈ ਵੀ ਆਵਾਜ਼ ਚੱਕ ਰਹੇ ਹੋ। ਮੈਂ ਤਾਂ ਇੱਕੋ ਹੀ ਬੇਨਤੀ ਕਰਦਾ, ਦੋਨੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਾਂ ਪੰਜਾਬੀ ਲੋਕ ਤਾਂ ਜੁਝਾਰੂ ਕੌਮ ਆ, ਸੂਰਮਿਆਂ ਦੀ ਕੌਮ ਹੈ ਆਪਣੀ। ਪਲੀਜ਼ ਸਾਡੇ ਲਈ ਆਵਾਜ਼ ਨੂੰ ਬੁਲੰਦ ਕਰੋ। ਸਾਨੂੰ ਇੱਕ ਵਾਰੀ ਤੁਸੀਂ ਬੁਲਾਓ, ਸਾਨੂੰ ਇੱਕ ਵਾਰੀ ਤੁਸੀਂ ਇੱਥੇ ਸਾਡੇ ਲਈ ਇੰਨਾ ਕੁ ਜ਼ੋਰ ਲਾਓ, ਕਿਉਂਕਿ ਚੈਲੰਜ ਨਹੀਂ ਖਤਮ ਹੋਣ ਲੱਗੀ। ਚੈਲੰਜ ਦੁਬਾਰਾ ਫੇਰ ਤੋਂ ਸ਼ੁਰੂ ਨੇ। ਜਿਹੜੇ ਬੰਦਿਆਂ ਨੇ ਇੱਥੇ ਮੈਨੇਜਰ ਲੈਵਲ ਦੇ ਤੁਸੀਂ ਮੰਨ ਲਓ ਵੀ
ਅਚੀਵਮੈਂਟ ਕੀਤੀ ਸੀ ਕੋਈ, ਉਹ ਹੁਣ ਦੁਬਾਰਾ ਤੋਂ ਜ਼ੀਰੋ ਹੋ ਚੁੱਕੇ ਨੇ। ਉਹਨਾਂ ਨੇ ਆ ਕੇ ਦੁਬਾਰਾ ਜ਼ੀਰੋ ਤੋਂ ਫਿਰ ਸਟਾਰਟ ਕਰਨਾ ਜਿਵੇਂ ਉਹ ਸਟੂਡੈਂਟ ਆਏ ਸੀ। ਤਾਂ ਸਾਨੂੰ ਚੈਲੰਜ ਉਨੇ ਹੀ ਨੇ, ਚਾਹੇ ਉਹ ਔਨਸ਼ੋਰ ਨੇ ਚਾਹੇ ਉਹ ਆਫਸ਼ੋਰ ਨੇ, ਉਹਨਾਂ ਨੂੰ ਚੈਲੰਜ ਬਹੁਤ ਜ਼ਿਆਦਾ ਨੇ। ਬਿਲਕੁਲ। ਤਾਂ ਇੱਕ ਆਪਾਂ ਇੰਨਾ ਕੁ ਆਪਾਂ ਮੁੱਠੀ ਹੋ ਜਾਈਏ, ਇਕੱਠੇ ਹੋ ਜਾਈਏ ਤਾਂ ਕਿ ਆਪਾਂ ਆਪਣੀ ਗੱਲ ਮਨਵਾ ਸਕੀਏ। ਬਿਲਕੁਲ 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 ਤੁਹਾਡੀ ਅਸੀਂ ਸਾਰੀ ਗੱਲਬਾਤ ਦੇ ਇਸ ਨਾਲ ਸਹਿਮਤ ਨੇ। ਸੋ ਦੀਪ ਸਿੰਘ, ਸਰੋਤਿਆਂ ਨੂੰ ਇਹ ਵੀ ਦੱਸੋ ਕਿ ਜਿਹੜਾ ਆਉਂਦੇ ਸਮੇਂ ਦੇ ਵਿੱਚ ਜਿਹੜਾ ਮੋਹਾਲੀ ਦੇ ਵਿੱਚ ਤੁਸੀਂ ਇੱਕ ਹੋਰ ਇੱਕ ਰੋਸ ਪ੍ਰਦਰਸ਼ਨ ਰੈਲੀ ਉਹਨੂੰ ਤੁਸੀਂ ਕਹਿ ਸਕਦੇ ਹੋ, ਉਹ ਕਰਨ ਜਾ ਰਹੇ ਹੋ, ਉਹਦੇ ਬਾਰੇ ਵੀ ਸਾਂਝ ਪਾਓ। ਹਾਂਜੀ, ਉਹਦੇ ਲਈ ਇਹ ਹੈ ਜੀ ਕਿ ਅੱਜ ਸਾਡੀ ਮੋਹਾਲੀ ਦੇ ਵਿੱਚ ਆਪਣੀ ਇੱਕ ਪ੍ਰੋਟੈਸਟ ਹੈ ਜੀ, ਉਹ ਵੀ ਪੀਸਫੁਲੀ ਹੈ ਜੀ। ਬਿਲਕੁਲ ਉਹਦੇ ਵਿੱਚ ਸਾਡਾ ਕੁਝ ਨਹੀਂ ਹੈਗਾ ਜੀ, ਕੋਈ ਨਾਅਰੇਬਾਜ਼ੀ ਨਹੀਂ, ਕੋਈ ਕੁਛ ਨਹੀਂ। ਪੂਰੇ ਉਹਦੇ ਨਾਲ ਤਰੀਕੇ ਦੇ ਨਾਲ, ਸੋਸ਼ਲ ਡਿਸਟੈਂਸਿੰਗ ਦੇ ਗੈਪ ਦੇ ਨਾਲ, ਮਾਸਕ ਦੇ ਨਾਲ ਅਸੀਂ ਪ੍ਰੋਪਰ, ਮਤਲਬ ਕਿ ਸਾਨੂੰ ਗਵਰਨਮੈਂਟ ਇਹ ਵੀ ਨਾ ਕਹੇ ਕਿ ਤੁਸੀਂ ਰੂਲ ਬ੍ਰੇਕ ਕਰ ਰਹੇ ਹੋ। ਅਸੀਂ ਪ੍ਰੋਟੈਸਟ ਕਰ ਰਹੇ ਹਾਂ ਜੀ ਪੀਸਫੁਲੀ। ਉਹਦੇ ਲਈ ਅਸੀਂ ਇਹੀ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਲਈ ਕੋਈ ਨਾ ਕੋਈ ਤੁਸੀਂ ਰੂਲ ਪਾਸ ਕਰੋ। ਸਾਨੂੰ ਤੁਸੀਂ ਕਦੋਂ ਬੁਲਾ ਰਹੇ ਹੋ? ਪਹਿਲਾਂ ਤੁਸੀਂ ਵੀਜ਼ੇ ਸਸਪੈਂਡ ਕੀਤੇ ਸੀ, ਜਿਹੜੇ ਟੈਂਪਰੇਰੀ ਵੀਜ਼ੇ ਸੀ ਉਹ ਸਤੰਬਰ ਤੱਕ ਕੀਤੇ ਸੀ, ਅਕਤੂਬਰ ਤੱਕ। ਉਸ ਤੋਂ ਬਾਅਦ ਤੁਸੀਂ ਫਿਰ ਇੱਕ ਨਵੀਂ ਨੋਟੀਫਿਕੇਸ਼ਨ ਦਿੰਦੇ ਹੋ ਕਿ ਇਹ ਫਰਵਰੀ ਤੱਕ ਸਸਪੈਂਡ। ਸਾਨੂੰ ਇੱਕ ਪੱਕਾ ਟਾਈਮ ਦਿੱਤਾ ਜਾਵੇ ਜਿਹਦੇ ਕਿ ਸਾਨੂੰ ਇਹ ਸ਼ੋਰਟੀ ਹੋ ਜੇ ਕਿ ਹਾਂ ਹੁਣ ਅਸੀਂ ਇਸ ਟਾਈਮ ਤੱਕ ਜਾ ਸਕਦੇ। ਸਾਨੂੰ ਇੱਕ ਦਿਨ ਤਰੀਕ ਦਿੱਤਾ ਜਾਵੇ, ਅਸੀਂ ਉਦੋਂ ਤੱਕ ਉਮੀਦ ਲਾ ਲਈਏ ਚਲੋ ਇਸ ਤਰੀਕ ਤੱਕ ਸਾਡਾ ਹੱਲ ਹੋ ਜੂਗਾ। ਜੇ ਹੁਣ ਸਪੋਜ਼ ਕਰੋ ਪਹਿਲਾਂ ਸਤੰਬਰ ਤੱਕ ਸੀ, ਸਤੰਬਰ ਤੋਂ ਫਰਵਰੀ ਹੋ ਗਿਆ, ਹੁਣ ਫਰਵਰੀ ਤੋਂ ਅਪ੍ਰੈਲ ਨਾ ਕਰ ਦੇਣ ਤਾਂ ਫਿਰ 2 ਮਹੀਨੇ ਕਰਦੇ, ਇਹਨਾਂ ਦਾ ਕੁਛ ਨਹੀਂ ਆਉਂਦਾ ਜੀ, ਸਾਡੇ ਸਾਲ ਬਣੀ ਜਾਂਦੇ ਨੇ। ਬਿਲਕੁਲ ਇਹਨਾਂ ਦੇ 2 ਮਹੀਨੇ ਨੇ, 3 ਮਹੀਨੇ ਨੇ, ਸਾਡੇ ਸਾਲ ਬਣ ਰਹੇ ਨੇ। ਬਿਲਕੁਲ ਜੀ, ਅਸੀਂ ਇਹਨਾਂ ਨੂੰ ਇੱਕ ਇਹੀ ਬੇਨਤੀ ਆ ਕਿ ਪਲੀਜ਼ ਤੁਸੀਂ ਸਾਨੂੰ ਇੱਕ ਨੋਟੀਫਿਕੇਸ਼ਨ ਦੇ ਦਿਓ, ਸਾਨੂੰ ਇੱਕ ਪੱਕਾ ਟਾਈਮ ਦੇ ਦਿਓ ਜਿਸ ਤੇ ਤੁਸੀਂ ਸਾਨੂੰ ਬੁਲਾ ਸਕਦੇ ਹੋ। ਅਸੀਂ ਕਰੋਨਾ ਨਹੀਂ ਬੁਲਾ ਰਹੇ ਹਜੇ ਤੱਕ। ਜਿੰਨੇ ਵੀ ਇੰਡੀਅਨ ਇੱਥੇ ਆਏ ਨੇ, ਚਾਹੇ ਕਰੋਨਾ ਹੋਵੇ, ਬੇਸ਼ੱਕ ਉਹਨਾਂ ਨੂੰ ਕਰੋਨਾ ਸੀ, ਪਰ ਉਹਨਾਂ ਨੇ ਕਿਸੇ ਨੂੰ ਕਰੋਨਾ ਸਰਕੂਲੇਟ ਨਹੀਂ ਕੀਤਾ। ਉਹ ਤੁਹਾਡੇ ਕੀਵੀਜ਼ ਲੋਕ ਸੀ ਜੋ ਵੀ ਮਰੇ ਨੇ, ਉਹ ਤੁਹਾਡੇ ਕੀਵੀ ਸੀਗੇ, ਸਾਡੇ ਪੰਜਾਬੀ ਲੋਕ ਨਹੀਂ ਸੀ, ਸਾਡੇ ਇੰਡੀਅਨ ਲੋਕ ਨਹੀਂ ਸੀ ਹੈਗੇ ਜਿਨ੍ਹਾਂ ਨੇ ਇਹ ਕਰੋਨੇ ਨੂੰ ਸਰਕੂਲੇਟ ਕੀਤਾ ਹੋਵੇ ਅੱਗੇ ਕਮਿਊਨਿਟੀ ਦੇ ਵਿੱਚ। ਤਾਂ ਪਲੀਜ਼ ਅਸੀਂ ਸਾਨੂੰ ਵਾਇਰਸ ਨਾ ਸਮਝੋ। ਨਹੀਂ ਬਿਲਕੁਲ, ਤੁਹਾਡੇ ਮਾਈਗ੍ਰੈਂਟ ਆ, ਅਸੀਂ ਤੁਹਾਡੇ ਮਜ਼ਦੂਰ ਆ। ਹਾਂ ਬਿਲਕੁਲ ਦੀਪ ਸਿੰਘ, ਉਹਦੇ ਵਿੱਚ ਕੋਈ ਰੌਲਾ ਹੀ ਨਹੀਂਗਾ ਕਿਉਂਕਿ ਉਹ ਇੱਕ ਪ੍ਰੋਸੀਜਰ ਹੈਗਾ ਆ। ਤੁਹਾਨੂੰ ਇੱਥੇ ਆ ਕੇ ਕੁਆਰੰਟਾਈਨ ਹੋਣੀ ਹੈ, ਉਸ ਤੋਂ ਬਾਅਦ ਚੈੱਕਅਪ ਹੋਣਾ ਆ। ਜੇ ਕਿਸੇ ਨੂੰ ਉਹ ਕਰੋਨਾ ਦੀ ਕੋਈ ਪ੍ਰੋਬਲਮ ਹੈ ਤੇ ਉਹਨੂੰ ਹਸਪੀਟਲ ਐਡਮਿਟ ਕੀਤਾ ਜਾਊਗਾ। ਔਰ ਜਿਹੜੀਆਂ ਚੋਰ ਮੋਰੀਆਂ ਦੇ ਵਿੱਚੋਂ ਬਹੁਤ ਬੰਦੇ ਇੱਥੇ ਆ ਵੀ ਰਹੇ ਨੇ, ਇਹ ਮਤਲਬ ਇੱਕ ਤਰ੍ਹਾਂ ਦੀ ਅਸੀਂ ਉਹ ਪ੍ਰਵਾਸੀ ਕੰਮ ਦੇ ਨਾਲ ਇਹ ਡਿਸਕ੍ਰਿਮੀਨੇਸ਼ਨ ਹੀ ਉਹਨੂੰ ਕਹਿ ਸਕਦੇ ਹਾਂ, ਹੋ ਰਹੀ ਹੈ, ਬਹੁਤ ਵੱਡੇ ਲੈਵਲ ਤੇ ਹੋ ਰਹੀ ਹੈ, ਕਰਪਸ਼ਨ ਹੋ ਰਹੀ ਹੈ ਜੀ। ਹਾਂਜੀ ਹਾਂ। ਔਰ ਉਹ ਵੀ ਜਿਹੜੀ ਤੁਸੀਂ ਜਿਹੜੀ ਗੱਲ ਜੀ, ਮੈਂ ਇਹੀ ਕਹਿਣਾ ਚਾਹੁੰਦਾ ਤੁਹਾਨੂੰ ਕਿ ਸਭ ਹੱਲ ਹੈਗੇ ਨੇ, ਜੇ ਕਰਨੀ ਚਾਹੋ, ਮਨਸ਼ਾ ਹੋਣੀ ਚਾਹੀਦੀ ਹੈ, ਉਹਦਾ ਮਨ ਹੋਣਾ ਚਾਹੀਦਾ ਕਿ ਅਸੀਂ ਬੁਲਾਉਣਾ। ਔਰ ਤੁਸੀਂ ਮਨਸ਼ਾ ਦੀ ਗੱਲ ਕੀਤੀ ਹੈ, ਜਿਹੜਾ ਅਸੀਂ ਸਾਡੇ ਜਾਂ ਹੋਰ ਜਿਹੜੀਆਂ ਯੂਨੀਅਨ ਕਈ ਚਿਰਾਂ ਤੋਂ ਰੌਲਾ ਪਾ ਰਹੀਆਂ ਸੀਗੀਆਂ ਕਿ ਜਿਹੜੇ ਇੱਥੇ ਜਿਹੜੇ ਪ੍ਰਵਾਸੀ ਕਾਮੇ ਨੇ ਉਹਨਾਂ ਨੂੰ ਬੈਨੀਫਿਟ ਦਿੱਤੇ ਜਾਣ, ਉਹ ਵੀ ਪਰਸੋਂ ਇਹਨਾਂ ਨੇ ਲਾਗੂ ਕੀਤੇ। ਉਹਨਾਂ ਨੂੰ ਕਿਹਾ ਵੀ ਉਹਨਾਂ ਨੂੰ ਬੈਨੀਫਿਟ ਉਦਾਂ ਦੇ ਮਿਲਣਗੇ ਸਿਟੀਜ਼ਨਸ਼ਿਪ ਵਰਗੇ। ਸੋ ਹਰ ਇੱਕ ਜਿਹੜਾ ਉਹ ਕੰਮ ਹੋ ਸਕਦਾ ਹੈ, ਉਹਦੇ ਵਿੱਚ ਕੋਈ ਆਬਸਟੀਕਲ ਨਹੀਂ ਹੈਗਾ। ਤਾਂ ਦੀਪ ਸਿੰਘ, ਤੁਸੀਂ ਇਸ ਤੋਂ ਇਲਾਵਾ ਜਿੰਨੀ ਗੱਲਬਾਤ ਹੋ ਚੁੱਕੀ ਆ, ਤੁਸੀਂ ਹੋਰ ਇਹਦੇ ਵਿੱਚ ਕੁਝ ਐਡ ਕਰਨਾ ਚਾਹੋਗੇ ਅਖੀਰ ਦੇ ਵਿੱਚ? ਮੈਂ ਤਾਂ ਜੀ ਇਹਦੇ ਚ ਸਿਰਫ ਇੰਨਾ ਕੀ ਐਡ ਕਰਨਾ ਚਾਹੁੰਦਾ, ਮੈਂ ਤਾਂ ਆਪਾਂ ਕਿਹਨੂੰ ਕਹਿ ਸਕਦੇ ਜੀ, ਆਪਣੇ ਭਾਈਚਾਰੇ ਨੂੰ ਕਹਿ ਸਕਦੇ, ਆਪਣੀ ਵੀਰ ਭੈਣ ਜੋ ਬਜ਼ੁਰਗ ਇੱਥੇ ਪਹਿਲਾਂ ਤੋਂ ਆਏ ਨੇ, ਮੈਂ ਤਾਂ ਉਹਨਾਂ ਨੂੰ ਕਹਿ ਸਕਦਾ ਜੀ। ਠੀਕ ਹੈ ਜੀ, ਜੇ ਬਾਈ ਜੀ ਜਿੰਨੇ ਵੀ ਤੁਸੀਂ ਸਾਨੂੰ ਸੁਣ ਰਹੇ ਹੋ, ਜਿੰਨੇ ਵੀ ਸਾਨੂੰ ਫੇਸਬੁੱਕ ਤੇ ਦੇਖ ਰਹੇ ਹੋ, ਜਿੰਨੇ ਵੀ ਸਾਨੂੰ ਕਿਤੇ ਵੀ ਤੁਸੀਂ ਦੇਖ ਰਹੇ ਹੋ, ਚਾਹੇ ਨਿਊਜ਼ ਚੈਨਲ ਦੇ ਮਾਧਿਅਮ ਰਾਹੀਂ ਦੇਖ ਰਹੇ ਹੋ, ਸਾਨੂੰ ਸਾਡੀ ਆਵਾਜ਼ ਨੂੰ ਚੱਕੋ, ਸਾਡੀ ਆਵਾਜ਼ ਨੂੰ ਬੁਲੰਦ ਕਰੋ। ਅਸੀਂ ਤੁਹਾਡੇ ਛੋਟੇ ਭੈਣ ਭਾਈ ਆ, ਅਸੀਂ ਇਸ ਟਾਈਮ ਦੁੱਖ ਦੇ ਵਿੱਚੋਂ ਲੰਘ ਰਹੇ ਹਾਂ। ਕੋਈ ਆਪਦੇ ਘਰ ਵਾਲੀ ਤੋਂ ਦੂਰ ਆ, ਕੋਈ ਆਪਦੇ ਘਰ ਵਾਲੇ ਤੋਂ ਦੂਰ ਆ, ਕੋਈ ਬੱਚਿਆਂ ਤੋਂ ਵੀ ਦੂਰ ਆ, ਕੋਈ ਸ਼ੱਕ ਨਹੀਂ। ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਸੀ, ਜਿਹੜੇ ਛੋਟੇ ਛੋਟੇ ਬਿਲਕੁਲ ਪੈਦਾ ਹੋਏ ਬੱਚੇ ਸੀ, ਜਿਨ੍ਹਾਂ ਨੂੰ ਇੱਕ ਮਾਂ ਦੀ ਵੀ ਲੋੜ ਹੈ, ਗਰੋਥ ਲਈ ਲੋੜ ਹੈ, ਬਟ ਉਹ ਬੱਚਿਆਂ ਦੀ ਮਾਂ ਤੋਂ ਦੂਰ ਨੇ। ਤਾਂ ਸਾਡੇ ਲਈ ਇਹਨਾਂ ਇੱਕ ਇਨਸਾਨੀਅਤ ਦੇ ਨਾਂ ਤੇ, ਹਿਊਮੈਨਿਟੀ ਦੇ ਨਾਂ ਤੇ ਤੁਸੀਂ ਸਾਨੂੰ ਸਾਡੀ ਆਵਾਜ਼ ਨੂੰ ਚੱਕੋ, ਸਾਨੂੰ ਬੁਲਾਓ। ਬਿਲਕੁਲ ਬਿਲਕੁਲ, ਸਾਡੇ ਲਈ ਅਰਦਾਸ ਕਰੋ ਕਿ ਅਸੀਂ ਜਲਦੀ ਤੁਹਾਡੇ ਕੋਲੇ ਪਹੁੰਚ ਸਕੀਏ, ਅਸੀਂ ਤੁਹਾਡਾ ਜਿਹੜਾ ਇੱਥੇ ਸੰਘਰਸ਼ ਚੱਲ ਰਿਹਾ ਸੀ ਉਹਦੇ ਵਿੱਚ ਯੋਗਦਾਨ ਪਾ ਸਕੀਏ।
ਜ਼ਰੂਰ ਬਿਲਕੁਲ। ਦੀਪ ਸਿੰਘ ਵੀਰੇ, ਤੁਹਾਡਾ ਬਹੁਤ ਸ਼ੁਕਰੀਆ ਰੇਡੀਓ ਤੇ ਆਉਣ ਲਈ, ਔਰ ਅਸੀਂ ਵਾਅਦਾ ਕਰਦੇ ਹਾਂ ਕਿ ਹਰ ਹਫਤੇ ਇਸ ਗੱਲਬਾਤ ਨੂੰ ਅਸੀਂ ਬਿਲਕੁਲ ਇਵੇਂ ਹੀ ਜਾਰੀ ਰੱਖਾਂਗੇ ਜਦੋਂ ਤੱਕ ਇਹਦਾ ਕੋਈ ਸਥਾਈ ਜਿਹੜਾ ਹੱਲ ਸਾਨੂੰ ਨਹੀਂ ਮਿਲ ਜਾਂਦਾ। ਸੋ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਭਾਰਤ ਦੇ ਵਿੱਚ ਵੀ ਆਪਣੇ ਸੰਘਰਸ਼ ਨੂੰ ਜਾਰੀ ਰੱਖੋਗੇ, ਔਰ ਇੱਥੇ ਅਸੀਂ ਸਾਡਾ ਵੀ ਜਿਹੜਾ ਆ ਉਹ ਸਰਕਲ ਜਿਹੜਾ ਉਹ ਵੱਡਾ ਹੋ ਰਿਹਾ, ਹੋਰ ਵੱਖਰੀਆਂ ਜਥੇਬੰਦੀਆਂ ਇਸ ਸੰਘਰਸ਼ ਦੇ ਵਿੱਚ ਜੁੜ ਰਹੀਆਂ ਨੇ। ਸੋ ਤੁਹਾਡਾ ਬਹੁਤ ਧੰਨਵਾਦ ਦੀਪ ਸਿੰਘ। ਧੰਨਵਾਦ ਬਾਈ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਦੋਸਤੋ, ਇਹ ਸਨ ਦੀਪ ਸਿੰਘ ਪੰਜਾਬ ਭਾਰਤ ਤੋਂ। ਤੁਸੀਂ ਉਹਨਾਂ ਦੀ ਬੜੀ ਦਰਦ ਭਰੀ ਕਹਾਣੀਆਂ ਸੁਣੀ ਲਈ। ਸੋ ਉਹ ਜਿਹੜੇ ਉਦੋਂ ਵੀਜ਼ਾ ਪ੍ਰੋਸੈਸਿੰਗ ਡਿਲੇਜ਼ ਦੇ ਖਿਲਾਫ ਪ੍ਰੋਟੈਸਟ ਕਾਫੀ ਲੰਬਾ ਟਾਈਮ ਚੱਲੇ। ਤੋ ਜਸਟ ਕੋਵਿਡ ਲੋਕਡਾਊਨ ਤੋਂ ਪਹਿਲਾਂ 2-4 ਮਹੀਨੇ ਥੋੜੀ ਜੀ ਰਫਤਾਰ ਤੇਜ਼ ਵੀ ਹੋਈ ਸੀਗੀ ਉਹ ਪ੍ਰੋਸੈਸਿੰਗ ਦੀ, ਪਰ ਫਿਰ ਅਫਸੋਸ ਵਾਲੀ ਗੱਲ ਹੈ ਕਿ ਉਹ ਲੋਕਡਾਊਨ ਦੇ ਦੌਰਾਨ ਅਸੀਂ ਕਾਫੀ ਪਿੱਛੇ ਪੈ ਗਏ ਹਾਂ। ਫਿਰ ਬਹੁਤ ਜੀ ਆਪਣਾ ਇੱਕ ਬਹੁਤ ਛੋਟਾ ਭਾਈ ਕਹਿ ਲਓ, ਬਹੁਤ ਨੇੜ ਦੇ ਸਾਡੇ, ਉਹ ਭਾਰਤ ਗਿਆ ਹੈ ਕਿ ਉਹ ਜਿਹੜੀ ਕੁੜੀ ਆ ਇੱਥੇ ਆ ਉਹਦੇ ਘਰਦਿਆਂ ਦੇ ਨਾਲ ਗੱਲਬਾਤ ਕਰਨ ਲਈ ਕਿ ਮੈਂ ਉਹਨਾਂ ਨੂੰ ਵਿਆਹ ਪ੍ਰਪੋਜ਼ ਕਰਾਂ, ਕਿਉਂਕਿ ਉਹ ਹਿੰਦੁਸਤਾਨ ਦੇ ਵਿੱਚ ਜਿਵੇਂ ਉਹ ਜਾਤ ਪਾਤ ਦਾ ਮਸਲਾ ਹੈ, ਉਹ ਇੱਕ ਵੱਖਰੇ ਅਲੱਗ ਜਾਤ ਪਾਤ ਤੋਂ, ਸੋ ਉਹਨਾਂ ਨੂੰ ਕਨਵਿੰਸ, ਉਹ ਜਿਹੜੀ ਕੁੜੀ ਆ ਉਹ ਇੱਥੇ ਹੈ ਔਰ ਉਹ ਉੱਥੇ ਜਾ ਕੇ ਨੌਜਵਾਨ ਜਿਹੜਾ ਉਹ ਫਸ ਗਿਆ ਹੈਗਾ, ਔਰ ਉਹ ਆਪਣੇ ਐਸੈਂਸ਼ੀਅਲ ਉਹਦੇ ਵਿੱਚ ਹੈਗਾ ਉਹ ਵੀਜ਼ੇ ਦੇ ਵਿੱਚ। ਸੋ ਇਹ ਬਹੁਤ ਮੇਰਾ ਖਿਆਲ ਆ ਵੀ ਇਹੋ ਜਿਹੇ ਹਜ਼ਾਰਾਂ ਹੀ ਕੇਸ ਹੋਣਗੇ ਜਿਹੜੇ ਇਸ ਤਰਾਸਦੀ ਦੇ ਵਿੱਚੋਂ ਗੁਜ਼ਰੇ ਹੈ। ਔਰ ਅਨੂ ਜੀ ਵੇਖੋ, ਜਿਸ ਤਰੀਕੇ ਦੇ ਨਾਲ ਖਾਸ ਕਰਕੇ ਕੋਵਿਡ ਦੇ ਇਸ ਜਿਹੜਾ ਭਾਰਤ ਦਾ ਨਿਜ਼ਾਮ ਆ ਇਸ ਟਾਈਮ ਮੋਦੀ ਦਾ, ਉਹਦੇ ਵਿੱਚ ਨੌਜਵਾਨਾਂ ਦੀਆਂ ਤੰਗੀਆਂ ਪੇਸ਼ੀਆਂ ਤੇ ਕਿੰਨੀਆਂ ਅਸੀਂ ਪੰਜਾਬ ਦੇ ਵਿੱਚ ਹੀ ਜਿਹੜੇ ਨੌਜਵਾਨਾਂ ਦੇ ਸੰਘਰਸ਼, ਯੂਨੀਵਰਸਿਟੀਆਂ ਤਦ ਪ੍ਰਾਈਵੇਟ ਹੋ ਰਹੀਆਂ ਨੇ, ਉਹ ਉਹਨਾਂ ਨੂੰ ਹੌਸਲਿਆਂ ਚੋਂ ਬਾਹਰ ਕੱਢਿਆ ਜਾ ਰਿਹਾ ਹੈ। ਸੋ ਮਤਲਬ ਨੌਜਵਾਨ ਕੀ ਕਰੇ, ਉਹਦੇ ਕੋਲ ਵਿਕਲਪ ਇਹ ਹੈ ਕਿ ਉਹਨੂੰ ਘੱਟੋ ਘੱਟ ਆਪਣੀ ਬਾਹਰ ਦੇ ਮੁਲਕ ਦੇ ਵਿੱਚ ਆਪ ਜਾ ਕੇ ਆਪਣੀ ਉਹ ਚੰਗੀ ਜਿਹੜੀ ਜ਼ਿੰਦਗੀ ਉਹ ਬਿਤਾ ਸਕੇ, ਪਰ ਉਹਦੇ ਵਿੱਚ ਵੀ ਜਿਹੜਾ ਇਹ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਸਾਰੀਆਂ ਆ ਰਹੀਆਂ ਨੇ। ਸੋ ਅਨੂ ਜੀ, ਇਸ ਤੋਂ ਬਾਅਦ ਫਿਰ ਆਪਾਂ ਇੱਕ ਗੀਤ ਚਲਾ ਦਈਏ। ਹਾਂਜੀ ਹਾਂ, ਅਸੀਂ ਜੀ ਬਿਲਕੁਲ ਇੱਕ ਗੀਤ ਦੇ ਦੌਰਾਨ ਅਗਲੇ ਜਿਹੜੇ ਸਾਡੇ ਬੁਲਾਰੇ ਨੇ ਸਾਥੀ ਸੁਖਦੇਵ ਸਿੰਘ ਕੋਕਰੀ ਕਲਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ, ਉਹਨਾਂ ਦੇ ਨਾਲ ਰਾਬਤਾ ਕਰਦੇ ਹਾਂ। ਤੋ ਦੋਸਤ ਸਰੋਤਿਆਂ ਨੂੰ ਤਾਕੀਦ ਹੈ ਕਿ ਇਸ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹਿਣ। ਇਹ ਸੰਘਰਸ਼, ਇਹ ਸੰਗਰਾਮ ਦਬੇ ਕੁਚਲੇ ਲੋਕਾਂ ਲਈ ਮੁਕਤੀ ਦਾ ਰਾਹ ਨੇ। ਜਸਵੰਤ ਖੜਕੜ ਇਸੇ ਹੋਕੇ ਨੂੰ ਉੱਚਾ ਕਰਦਾ ਹੈ, ਤੇਜ਼ ਕਰ ਸੰਗਰਾਮ ਹਾਨੀਆਂ। ਤੇਜ਼ ਕਰ ਜ਼ਰਾ ਸੰਗਰਾਮ ਹਾਨੀਆਂ, ਇਹ ਸਮੇਂ ਦਾ ਪੈਗਾਮ ਹਾਨੀਆਂ, ਇਹ ਹੈ ਸਮੇਂ ਦਾ ਪੈਗਾਮ ਹਾਨੀਆਂ। ਤੇਜ਼ ਕਰ ਜ਼ਰਾ ਸੰਗਰਾਮ ਹਾਨੀਆਂ, ਤੇਜ਼ ਕਰ ਜ਼ਰਾ ਸੰਗਰਾਮ ਹਾਨੀਆਂ, ਇਹ ਹੈ ਸਮੇਂ ਦਾ ਪੈਗਾਮ ਹਾਨੀਆਂ, ਇਹ ਹੈ ਸਮੇਂ ਦਾ ਪੈਗਾਮ ਹਾਨੀਆਂ। ਜਿੰਦਾ ਮੁੜ ਫੇਰ ਖੂਨੀ ਢਹਿਰ ਹੋ ਗਿਆ, ਲਹੂ ਨਾਲ ਲਾਲ ਸਾਰਾ ਸ਼ਹਿਰ ਹੋ ਗਿਆ। ਜਿੰਦਾ ਮੁੜ ਫੇਰ ਖੂਨੀ ਢਹਿਰ ਹੋ ਗਿਆ, ਲਹੂ ਨਾਲ ਲਾਲ ਸਾਰਾ ਸ਼ਹਿਰ ਹੋ ਗਿਆ। ਦੋਸਤੋ, ਇਸ ਵੇਲੇ ਫੋਨ ਲਾਈਨ ਤੇ ਸਾਡੇ ਨਾਲ ਭਾਰਤ ਪੰਜਾਬ ਤੋਂ ਸਾਥੀ ਸੁਖਦੇਵ ਸਿੰਘ ਕੋਕਰੀ ਕਲਾਂ ਹੋ ਗਏ ਨੇ, ਜਿਹੜੇ ਕਿ ਜਨਰਲ ਸਕੱਤਰ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ। ਤੋਂ ਉਹਨਾਂ ਨਾਲ ਅਸੀਂ ਗੱਲਬਾਤ, ਦੱਸਣ ਦੀ ਮੈਨੂੰ ਜ਼ਰੂਰਤ ਨਹੀਂ ਪੈਣੀ ਚਾਹੀਦੀ ਕਿ ਵਿਸ਼ਾ ਜਿਹੜਾ ਜਿਹੜੇ 3 ਕਿਸਾਨ ਵਿਰੋਧੀ ਕਾਨੂੰਨ ਪਾਸ ਕੀਤੇ ਗਏ ਨੇ ਆਰਡੀਨੈਂਸਾਂ ਰਾਹੀਂ, ਉਹ ਜਿਹੜਾ ਅੰਦੋਲਨ ਇੰਨੇ ਲੰਬੇ ਸਮੇਂ ਤੋਂ ਚੱਲ ਰਿਹਾ, ਇਸ ਵਕਤ ਅਸੀਂ ਕਿਸ ਪੜਾਅ ਤੇ ਹਾਂ, ਔਰ ਇਸ ਹਫਤੇ ਖਾਸ ਤੌਰ ਤੇ 26 ਤਰੀਕ ਨੂੰ ਕਾਫੀ ਇੰਪੋਰਟੈਂਟ ਮਹੱਤਵਪੂਰਨ
ਮਹੱਤਵਪੂਰਨ ਦਿਨ ਹੈ। ਤੋ ਸਾਥੀ ਹੋਰਾਂ ਕੋਲੋਂ ਉਹ ਸਾਰੀ ਜਾਣਕਾਰੀ ਅਸੀਂ ਲਵਾਂਗੇ, ਗੱਲਬਾਤ ਕਰਾਂਗੇ। ਸਾਥੀ ਜੀ, ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ। ਹਾਂਜੀ, ਧੰਨਵਾਦ ਜੀ ਭਾਰਤੀ ਜੀ। ਉਹਨਾਂ ਦੀ ਆਵਾਜ਼ ਬਹੁਤ ਮੱਧਮ ਆ ਰਹੀ ਸੀ। ਨਹੀਂ ਜੀ, ਉਹ ਹਾਂ ਉਹ ਦੂਰ ਬੈਠੇ ਨੇ ਮੇਰੇ ਕੋਲੋਂ, ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗਾ ਜੀ। ਅੱਛਾ, ਹਾਂਜੀ ਹਾਂਜੀ ਹਾਂਜੀ। ਤਾਂ ਸਾਥੀ ਜੀ, ਪਹਿਲਾਂ ਤੇ ਮੈਂ ਜਥੇਬੰਦੀ ਉਗਰਾਹਾਂ ਤੇ ਹੋਰ ਭਾਰਤੀ ਜਥੇਬੰਦੀਆਂ ਨੂੰ ਅਸੀਂ ਨਿਊਜ਼ੀਲੈਂਡ ਬੈਠੇ, ਕਿਉਂਕਿ ਅਸੀਂ ਖੁਦ ਵੀ ਯੂਨੀਅਨਿਸਟ ਹਾਂ, ਯੂਨੀਅਨ ਚਲਾਉਂਦੇ ਹਾਂ, ਅਸੀਂ ਤੁਹਾਨੂੰ ਬਹੁਤ ਵਧਾਈ ਦੇਵਾਂਗੇ ਕਿ ਪੰਜਾਬ ਦੇ ਵਿੱਚ ਐਡਾ ਵੱਡਾ ਇੱਕ ਤੁਸੀਂ ਲਾਮਬੰਦੀ ਕੀਤੀ ਹੈ ਔਰ ਸੰਘਰਸ਼ ਬਹੁਤ ਆਪਣਾ ਜ਼ੋਰਾਂ ਤੇ ਔਰ ਬਹੁਤ ਵਧੀਆ ਚੱਲ ਰਿਹਾ ਹੈ। ਇਹਦੇ ਵਾਸਤੇ ਤੁਹਾਡੀ ਮਿਹਨਤ ਨੂੰ, ਤੁਹਾਡੇ ਸਿਰਕ ਨੂੰ ਅਸੀਂ ਸਲਾਮ ਕਰਦੇ ਹਾਂ। ਔਰ ਸਾਥੀ ਜੀ, ਇਹਦੇ ਨਾਲ ਦੀ ਨਾਲ ਕਿਉਂਕਿ ਜਿਹੜੀਆਂ ਇੰਟਰਵਿਊ ਹੋਰ ਜਿਹੜੇ ਕਮਰਸ਼ੀਅਲ ਮੀਡੀਆ ਨੇ ਉਹਨਾਂ ਤੇ ਹੁੰਦੀਆਂ ਨੇ, ਕਿਉਂਕਿ ਉਹ ਸਿਰਫ ਗੱਲ 2-4 ਮਿੰਟਾਂ ਦੇ ਵਿੱਚ ਉਹ ਖਤਮ ਕਰਨੀ ਚਾਹੁੰਦੀਆਂ ਨੇ, ਸੋ ਜਿਹੜੀ ਸਾਰੀ ਗੱਲਬਾਤ ਆ ਉਹ ਜਿਹੜੇ ਸਾਡੇ ਆਮ ਜਿਹੜੇ ਲੋਕ ਨੇ ਉਹਨਾਂ ਦੇ ਸਮਝ ਨਹੀਂ ਆਉਂਦੀ। ਸੋ ਅਸੀਂ ਚਾਹਾਂਗੇ ਕਿ ਅਸਲ ਦੇ ਵਿੱਚ ਜਿਹੜਾ ਇਹ ਸੰਘਰਸ਼ ਪਿਛਲੇ 4-5 ਮਹੀਨਿਆਂ ਤੋਂ ਚੱਲ ਰਿਹਾ ਹੈ, ਇਹ 4-5 ਮਹੀਨਿਆਂ ਦਾ ਨਹੀਂ, ਇਹ 4-5 ਦਹਾਕਿਆਂ ਦਾ ਸੰਘਰਸ਼ ਵਾ। ਔਰ ਇਸ ਸੰਘਰਸ਼ ਨੂੰ ਇਸ ਸਥਿਤੀ ਤੱਕ ਲਿਆਉਣ ਲਈ ਤੁਸੀਂ ਤੇ ਹੋਰ ਸਾਡੇ ਸਾਥੀਆਂ ਨੇ ਬਹੁਤ ਲੰਬੇ ਘੋਲ ਲੜੇ ਨੇ, ਪਰ ਫਿਰ ਵੀ ਆਪਾਂ ਜਿਹੜਾ ਇਹ ਪਿਛਲੇ 4 ਮਹੀਨਿਆਂ ਤੋਂ ਆਪਣਾ ਸੰਘਰਸ਼ ਹੈ ਇਹਦੇ ਤੇ ਹੀ ਕਨਸੈਂਟਰੇਟ ਕਰਾਂਗੇ। ਸੋ ਸਾਥੀ ਜੀ, ਅਸੀਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਕਿ ਇਹ ਜਿਹੜਾ 4 ਮਹੀਨਿਆਂ ਦੇ ਵਿੱਚ ਕੀ ਕੁਝ ਹੋਇਆ, ਉਹਦੇ ਵਾਸਤੇ ਇੱਕ ਆਪਾਂ ਨੂੰ ਪਿਕਚਰ ਜਿਹੜੀ ਆ ਉਹ ਬਿਲਕੁਲ ਕਲੀਅਰ ਹੋ ਜਾਵੇ, ਜਿਹਦੇ ਵਿੱਚ ਖਾਸ ਕਰਕੇ ਜਿਹੜੀਆਂ ਮੀਡੀਆ ਵੱਲੋਂ ਜਾਂ ਆਪਣੀਆਂ ਵੀ ਜਿਹੜੀਆਂ ਸਾਡੀਆਂ ਭਾਰਤੀ ਜਥੇਬੰਦੀਆਂ ਨੇ ਉਹ ਉਗਰਾਹਾਂ ਦੇ ਮਾਮਲੇ ਦੇ ਵਿੱਚ ਇੱਕ ਜਿਹੜੀਆਂ ਗਲਤ ਜਿਹੜੀਆਂ ਮਿੱਥ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਉਹਨੂੰ ਆਪਾਂ ਅੱਜ ਕਲੀਅਰਿਫਾਈ ਕਰਨਾ ਚਾਹੁੰਦੇ ਨੇ। ਸੋ 4 ਮਹੀਨੇ ਪਹਿਲਾਂ ਜਦੋਂ ਇਹ ਸੰਘਰਸ਼ ਸ਼ੁਰੂ ਹੋਇਆ, ਕਿਉਂਕਿ ਮੀਡੀਆ ਨੇ ਜਦੋਂ ਕਿਹਾ ਸੀਗਾ ਕਿ 31 ਕਿਸਾਨ ਜਥੇਬੰਦੀਆਂ, ਜਦ ਕਿ ਉਹਨਾਂ ਨੇ ਇਹ ਗੱਲ ਕਲੀਅਰ ਨਹੀਂ ਸੀ ਕੀਤੀ ਕਿ ਜਿਹੜੀ ਉਗਰਾਹਾਂ ਦੀ ਜਿਹੜੀ ਜਥੇਬੰਦੀ ਆ ਉਹ ਸਿਰਫ ਇੱਕ ਤਾਲਮੇਲ ਕਰਨ ਵਾਲੀ ਜਥੇਬੰਦੀ ਹੈ। ਜਦੋਂ ਇਹ ਗੱਲ ਸਾਹਮਣੇ ਆਈ ਤੇ ਫਿਰ ਉਗਰਾਹਾਂ ਨੂੰ ਇਹ ਕਿਹਾ ਗਿਆ ਕਿ ਇਹ ਵੱਖਰੇ ਹੋ ਗਏ ਨੇ, ਇਹ ਸੰਘਰਸ਼ ਨੂੰ ਤਾੜ ਪੀੜੋ ਕਰ ਰਹੇ ਨੇ। ਸੋ ਮੈਂ ਚਾਹਾਂਗਾ ਕਿ ਤੁਸੀਂ ਸਾਰੀਆਂ ਇਹ ਗੱਲਾਂ ਜਿਹੜੀਆਂ ਕਲੀਅਰ ਕੀਤੀਆਂ ਜਾਣ ਜੀ। ਹਾਂਜੀ, ਦੇਖੋ, ਜਿਹੜੇ ਇਹ ਆਰਡੀਨੈਂਸ ਪਹਿਲਾਂ ਜਾਰੀ ਕੀਤੇ ਸੀ, ਹੁਣ ਕਾਨੂੰਨ ਬਣਾਤੇ ਜਿਨ੍ਹਾਂ ਨੂੰ ਲਗਭਗ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਜਿਹੜੀਆਂ ਸੰਘਰਸ਼ੀ ਦਾ ਕਾਲੇ ਖੇਤੀ ਕਾਨੂੰਨ ਕਰਾਰ ਦੇ ਰਹੀਆਂ। ਵਾਕਈ ਕਾਲੇ ਖੇਤੀ ਕਾਨੂੰਨ ਆ, ਕਿਸਾਨਾਂ ਨੂੰ ਉਜਾੜਨ ਵਾਲੇ ਆ, ਉਹਨਾਂ ਦੀਆਂ ਫਸਲਾਂ ਰੋਲਣ ਵਾਲੇ ਆ, ਜ਼ਮੀਨਾਂ ਖੋਹਣ ਵਾਲੇ ਆ ਜੀ। ਇਹਦੇ ਸੰਬੰਧ ਚ ਜਿੱਥੇ ਸਾਂਝਾ ਅੰਦੋਲਨ ਕੋਈ ਸਮਝ ਲਓ 27 ਜੁਲਾਈ ਨੂੰ ਪਹਿਲਾ ਐਕਸ਼ਨ ਟਰੈਕਟਰ ਮਾਰਚਾਂ ਦਾ ਜੀ ਸ਼ੁਰੂ ਹੋਇਆ ਸੀ, ਉਸ ਤੋਂ ਵੀ ਪਹਿਲਾਂ ਸਾਡੀ ਜਥੇਬੰਦੀ ਵੱਲੋਂ 30 ਜੂਨ ਨੂੰ ਜਦੋਂ ਕਿ ਆਹ ਕਰੋਨਾ ਵਾਲਾ ਲਾਕਡਾਊਨ ਅਜੇ ਪੂਰਾ ਜ਼ੋਰਾਂ ਤੇ ਸੀਗਾ, ਉਦੋਂ ਬਕਾਇਦਾ ਵੱਡੇ ਵੱਡੇ ਇਕੱਠ ਕੋਠਿਆਂ ਤੇ ਕਰਕੇ, ਕੋਠਿਆਂ ਤੇ ਖੜ ਕੇ ਅਸੀਂ ਇਹਨਾਂ ਦੇ ਵਿਰੋਧ ਦੇ ਵਿੱਚ 30 ਜੂਨ ਨੂੰ ਹੀ ਸ਼ੁਰੂ ਕਰਤਾ ਸੀ ਵਿਰੋਧ ਇਹਨਾਂ ਕਾਨੂੰਨਾਂ ਦਾ। ਬਿਲਕੁਲ ਦੇਖਿਆ ਗਿਆ ਜੀ, ਬਿਲਕੁਲ ਦੇਖਿਆ ਗਿਆ। ਹਾਂਜੀ, ਉਹ ਜੁਲਾਈ ਦੇ ਮਹੀਨੇ ਦੇ ਵਿੱਚ ਫਿਰ ਇਹ ਤਾਲਮੇਲ ਕੁਝ ਜਥੇਬੰਦੀਆਂ ਦੇ ਨਾਲ ਬਣਿਆ, ਉਹਨਾਂ ਨੇ ਵੀ ਯਤਨ ਕੀਤਾ, ਅਸੀਂ ਵੀ ਯਤਨ ਕੀਤਾ, ਪਰ ਜਿਸ ਕਿਸਮ ਦੀਆਂ ਉਹ ਜਥੇਬੰਦੀਆਂ ਦੇ ਪਿਛਲੇ ਵੀ ਤੇ ਹੋਣ ਵਾਲੇ ਵੀ ਉਹ ਸਾਰੇ ਜੋ ਵਿਚਾਰਾਂ ਦੇ ਹੈਗੇ ਆ ਵੱਖਰੇਵੇਂ ਜੀ, ਉਹਦੇ ਕਰਕੇ ਅਸੀਂ ਬਕਾਇਦਾ ਜਿਹੜੀ ਪਹਿਲੀ ਮੀਟਿੰਗ ਹੋਈ ਹੈ ਜਥੇਬੰਦੀਆਂ ਦੀ ਉਹਦੇ ਵਿੱਚ ਹੀ ਸਾਫ਼ ਕਰਤਾ ਸੀ ਬਈ ਅਸੀਂ ਜਿਹੜਾ ਵੀ ਕੋਈ ਇੱਥੇ ਸਹਿਮਤੀ ਵਾਲਾ ਪ੍ਰੋਗਰਾਮ ਤੈਅ ਹੋ ਜਾਇਆ ਕਰੂਗਾ, ਸਾਨੂੰ ਮੀਟਿੰਗ 'ਚ ਸੱਦ ਲਿਆ ਕਰੋਗੇ, ਉਹਦੇ 'ਚ ਸਹਿਮਤੀ ਵਾਲਾ ਪ੍ਰੋਗਰਾਮ ਤੈਅ ਹੋ ਜਾਇਆ ਕਰੂਗਾ, ਉਹ ਵੀ ਲਾਗੂ ਕਰਾਂਗੇ। ਕੋਈ ਵੱਖਰਾ ਪ੍ਰੋਗਰਾਮ ਜਿਹਦੇ ਤੇ ਸਹਿਮਤੀ ਨਹੀਂ ਵੀ ਬਣਦੀ, ਸਾਡੀ ਰਾਏ ਹੋਵੇ, ਤੁਹਾਨੂੰ ਨਾ ਠੀਕ ਲੱਗੇ, ਅਸੀਂ ਉਹ ਵੀ ਕਰਿਆ ਕਰਾਂਗੇ। ਬਈ ਸਾਡਾ ਪ੍ਰੋਗਰਾਮ ਤੁਹਾਡੇ ਨਾਲ ਤਾਲਮੇਲਮਾ ਹੋਊਗਾ ਜੀ, ਤਾਂ ਕਿ ਸਰਕਾਰ ਤੇ ਇੱਕਜੁੱਟ ਦਬਾਅ ਬਣ ਸਕੇ। ਮੰਨ ਲਓ ਕੋਈ ਸੱਦਾ ਦੇਤਾ, ਉਦੋਂ ਤਾਂ 10-11 ਜਥੇਬੰਦੀਆਂ ਸੀਗੀਆਂ ਉਸ ਵੇਲੇ ਤਾਂ ਜੀ, 31 ਤੋਂ ਬਾਅਦ ਚ ਬਣੀਆਂ ਮਾਰਚ ਤੋਂ ਬਾਅਦ ਚ, ਤਾਂ
ਤੁਸੀਂ ਜੋ ਸੱਦਾ ਦਿਆ ਕਰੋਗੇ ਅਸੀਂ ਉਹਦੇ ਨਾਲ ਤਾਲਮੇਲਵਾ ਵੀ ਕਰਾਂਗੇ। ਕੋਈ ਸਾਂਝਾ ਸਹਿਮਤੀ ਬਣ ਜਾ ਕਰੂ ਉਹ ਤਾਂ ਕਰਨਾ ਹੀ ਕਰਨਾ ਹੈ। ਤੇ ਜੇ ਕੋਈ ਸਹਿਮਤੀ ਨਾ ਵੀ ਬਣੇ, ਮੰਨ ਲਓ ਅਸੀਂ ਰਾਏ ਰੱਖਦੇ ਹਾਂ ਇਹਦੀਆਂ 2 ਮਿਸਾਲਾਂ ਦੇਣਾ ਚਾਹੁੰਦਾ ਜੀ। ਬਿਲਕੁਲ, ਮਿਸਾਲਾਂ ਤਾਂ ਵੈਸੇ ਕਈ ਹੈ ਪਰ ਵੱਡੀਆਂ 2 ਹੈ ਜੀ। ਇੱਕ ਮੀਟਿੰਗ ਦੇ ਵਿੱਚ ਇਹ ਟਰੈਕਟਰ ਮਾਰਚ ਤੋਂ ਬਾਅਦ ਅਸੀਂ ਸੁਝਾਅ ਰੱਖਿਆ ਵੀ ਆਪਾਂ ਨੂੰ, ਉਦੋਂ ਅਕਾਲੀ ਨਾਲ ਹੀ ਸੀਗੇ, ਇਹ ਕਾਨੂੰਨ ਪਾਸ ਕਰਨ ਚ ਇਹਨਾਂ ਦੀ ਬੀਬੀ ਹਰਸਿਮਰਤ ਕੌਰ ਦੇ ਵੀ ਦਸਤਖਤ ਹੋਏ ਹੋਏ ਸੀਗੇ ਤੇ ਇਹਨਾਂ ਦੋਨਾਂ ਪਾਰਟੀਆਂ ਨੂੰ, ਅਕਾਲੀ ਭਾਜਪਾ ਦੇ ਆਗੂਆਂ ਨੂੰ ਪਿੰਡਾਂ ਚੋਂ ਵੜਨ ਤੋਂ ਚੈਲੰਜ ਕਰਕੇ ਨਾਕਾਬੰਦੀ ਕਰਨੀ ਚਾਹੀਦੀ ਹੈ, ਤਾਂ ਕਿ ਉਹ 5-7 ਦਿਨ ਬਹਿ ਕੇ ਪਿੰਡਾਂ ਚ ਘਰ ਘਰ ਗੱਲ ਪਹੁੰਚ ਜੇ, ਲੱਖਾਂ ਲੋਕਾਂ ਤੱਕ ਗੱਲ ਪਹੁੰਚ ਜੇ ਵੀ ਅਸਲੀਅਤ ਕੀ ਹੈ ਜੀ। ਉਹ ਬਾਕੀ ਜਥੇਬੰਦੀਆਂ ਨੂੰ ਨਹੀਂ ਠੀਕ ਲੱਗਿਆ। ਟਰੈਕਟਰ ਮਾਰਚ ਵਾਲਾ ਪਾਸ ਹੋ ਗਿਆ ਜਾਂ ਹੋਰ ਇਸ ਤਰ੍ਹਾਂ ਦੇ ਪ੍ਰੋਗਰਾਮ ਪਾਸ ਹੋ ਗਏ, ਉਹ ਅਸੀਂ ਲਾਗੂ ਕੀਤੇ ਨਾਲ। ਇਹ ਵੀ ਅਸੀਂ ਲਾਗੂ ਕੀਤਾ ਕੱਲਿਆਂ ਨੇ। ਇਹ ਕੋਈ 25 ਅਗਸਤ ਤੋਂ ਲੈ ਕੇ 29 ਅਗਸਤ ਤੱਕ, ਪਹਿਲਾਂ 15 ਅਗਸਤ ਤੋਂ ਸ਼ੁਰੂ ਕਰਨ ਦੀ ਸਾਡੀ ਵਿਉਂਤ ਸੀਗੀ, ਉਹ ਤਿਆਰੀਆਂ 'ਚ ਕੁਛ ਫਰਕ ਰਹਿ ਗਿਆ। 15 ਅਗਸਤ ਤੋਂ 29 ਅਗਸਤ 25 ਅਗਸਤ ਤੋਂ 29 ਅਗਸਤ ਤੱਕ 5 ਦਿਨ ਲਗਾਤਾਰ ਇਹ ਪਿੰਡਾਂ ਦੀਆਂ ਨਾਕਾਬੰਦੀਆਂ, ਜਿਹੜੇ ਸ਼ੁਰੂ ਦੇ ਵਿੱਚ ਮੈਂ ਗੱਲ ਸਾਫ਼ ਕਰਦੇ ਹਾਂ ਵੀ ਜਦੋਂ ਅਸੀਂ ਉਹ ਕੋਠਿਆਂ ਵਾਲਾ ਕੀਤਾ ਉਦੋਂ 400 ਪਿੰਡਾਂ ਦੇ ਵਿੱਚ ਹੋਇਆ ਸੀਗਾ ਜੀ। ਜਦੋਂ ਆਹ ਟਰੈਕਟਰਾਂ ਵਾਲਾ ਕੀਤਾ ਉਦੋਂ ਵੀ ਇਹ 400 ਪਿੰਡਾਂ ਦੇ ਵਿੱਚ ਹੀ ਹੋਇਆ ਸੀ। ਜਦੋਂ ਅਸੀਂ ਇਹ ਪ੍ਰੋਗਰਾਮ ਕੀਤਾ ਜਿਹੜਾ ਬਾਕੀ ਜਥੇਬੰਦੀਆਂ ਨੂੰ ਨਹੀਂ ਸੀ ਠੀਕ ਲੱਗਦਾ, ਇਸ ਤੇ ਕੋਈ ਗੱਲ ਨਹੀਂ ਜੀ, ਇਹ 630 ਪਿੰਡਾਂ 'ਚ ਹੋ ਗਿਆ। ਤੇ ਜਿਹੜੀ ਪਹਿਲੇ ਪ੍ਰੋਗਰਾਮਾਂ 'ਚ ਸਾਡੀ ਗਿਣਤੀ ਉਹ ਕੋਠਿਆਂ ਵਾਲੇ ਪ੍ਰੋਗਰਾਮਾਂ 'ਚ 30,000 ਸੀਗੀ, ਟਰੈਕਟਰ ਮਾਰਚਾਂ ਵਾਲੇ ਪ੍ਰੋਗਰਾਮਾਂ 'ਚ ਵੀ ਸਾਡੀ ਜਥੇਬੰਦੀ ਦੇ ਜਿਹੜੇ ਵਰਕਰਾਂ ਨੇ ਭਾਗ ਲਿਆ ਉਹ 30,000 ਹੀ ਬਣਦੇ ਸੀ, 32,000। ਪਰ ਜਿਹੜਾ ਇਹ ਪ੍ਰੋਗਰਾਮ ਕੀਤਾ ਪਿੰਡਾਂ ਦੇ ਵਿੱਚ ਨਾਕਾਬੰਦੀ ਤੇ, ਜਿਹਨੂੰ ਅਸੀਂ ਨਾਂ ਦਿੱਤਾ ਸੀਗਾ ਪਿੰਡਾਂ ਨੂੰ ਜਗਾਓ, ਪਿੰਡਾਂ ਨੂੰ ਹਿਲਾ ਦਿਓ, ਇਹ ਮੁਹਿੰਮ ਸੀ ਸਾਡੀ ਜੀ। ਬਿਲਕੁਲ, ਉਹ ਪਿੰਡਾਂ ਨੂੰ ਜਗਾ ਕੇ ਅਖੀਰਲੇ ਦਿਨ ਉੱਤੇ 29 ਤਰੀਕ ਨੂੰ 1,05,000 ਦੀ ਗਿਣਤੀ ਸੜਕਾਂ ਤੇ ਆ ਗਈ ਸੀ, ਜਿਹਦੇ ਵਿੱਚ 26,000 ਔਰਤਾਂ ਸੀ। ਆਪਣੇ ਪਿੰਡਾਂ 'ਚ ਹੀ ਅਸੀਂ ਤਾਂ ਪਿੰਡਾਂ ਦੀਆਂ ਫਿਰਨੀਆਂ ਤੇ ਜਾਂ ਕੋਈ ਮੇਨ ਸੜਕ ਲੱਗਦੀ ਸੀ ਉੱਥੇ ਵੀ ਕੋਈ ਜਾਮ ਨਹੀਂ, ਕੋਈ ਕੁਛ ਨਹੀਂ, ਸਿਰਫ ਸਟਰੈਂਥ ਤਾਕਤ ਵਿਖਾਉਣੀ ਸੀ ਸਰਕਾਰ ਨੂੰ ਵੀ ਇੰਨੇ ਲੋਕ ਜਾਗਰਤ ਹੋ ਗਏ। ਇਸ ਤੋਂ ਬਾਅਦ 'ਚ ਅਸੀਂ ਸੁਝਾਅ ਰੱਖਿਆ ਸਾਂਝੀ ਮੀਟਿੰਗ ਦੇ ਵਿੱਚ ਵੀ ਹੁਣ ਇਹਨਾਂ ਦੋਨਾਂ ਨੂੰ ਨਿਸ਼ਾਨਾ ਬਣਾ ਕੇ, ਕਿਉਂਕਿ ਕੈਪਟਨ ਦੀ ਸਰਕਾਰ ਜਿਹੜੇ ਸੰਘਰਸ਼ਸ਼ੀਲ ਕਿਸਾਨ ਸੀਗੇ ਉਹਨਾਂ ਤੇ ਵੀ ਤੇ ਹੋਰ ਤਬਕਿਆਂ ਤੇ ਵੀ ਕਰੋਨਾ ਦੀ ਆੜ 'ਚ, ਜਿਵੇਂ ਮੋਦੀ ਸਰਕਾਰ ਨੇ ਵੀ ਇਹ ਸਾਰਾ ਕੁਝ ਕਰੋਨਾ ਦੀ ਆੜ 'ਚ ਕੀਤਾ ਜੀ। ਬਿਲਕੁਲ, ਇਹ ਵੀ ਪਰਚੇ ਦਰਜ ਕਰ ਰਹੀ ਸੀ ਕਰੋਨਾ ਦੀ ਉਲੰਘਣਾ ਦੇ ਨਾਂ ਹੇਠ ਜਾਂ 244 ਦੀ ਉਲੰਘਣਾ ਦੇ ਨਾਂ ਦੇ ਹੇਠ, ਤਾਂ ਕਿ ਘੋਲ ਗਾਹ ਨਾ ਬੜਾ ਵਧੇ। ਇਹਨਾਂ ਦੋਨਾਂ ਸਰਕਾਰਾਂ ਨੂੰ ਨਿਸ਼ਾਨਾ ਬਣਾ ਕੇ ਵੀ ਇੱਕ ਪੰਜਾਬ 'ਚੋਂ ਮੇਨ ਧਿਰ ਸਰਕਾਰ ਦੀ, ਕੇਂਦਰ ਸਰਕਾਰ ਦੀ, ਉਹ ਬਾਦਲ ਕੇ ਹੈ ਜੀ। ਵੀ ਬਾਦਲ ਪਿੰਡ 'ਚ ਧਰਨਾ ਹੋਵੇ ਉਹਨਾਂ ਦੇ ਬਾਰ ਮੂਹਰੇ, ਜਿੰਨਾ ਚਿਰ ਉਹ ਅਸਤੀਫਾ ਨਹੀਂ ਦਿੰਦੇ ਉਹਨਾਂ ਚਿਰ ਚੱਕਣਾ ਨਹੀਂ ਜੀ। ਫੇਰ ਪਟਿਆਲੇ 'ਚ ਹੋਵੇ ਬਰਾਬਰ ਚੱਲਣ ਦੋਨੋਂ, ਜ਼ਿਲ੍ਹੇ ਵੰਡ ਲਈਏ ਜੀ। ਇਹ ਵੀ ਦੂਜੀਆਂ ਜਥੇਬੰਦੀਆਂ ਨੂੰ ਨਹੀਂ ਜੱਚੀ ਸਾਡੀ ਦਲੀਲ, ਸਗੋਂ ਇਹ ਦਲੀਲਾਂ ਆਈਆਂ ਵੀ ਇਹ ਤਾਂ ਸਿੱਧਾ ਟਕਰਾਅ ਹੋਊਗਾ। ਪਹਿਲੀ ਦਲੀਲ 'ਚ ਵੀ ਸੀਗਾ ਜਦੋਂ ਵੀ ਪਿੰਡਾਂ ਦੀ ਨਾਕਾਬੰਦੀ ਕਰਨੀ, ਉਦੋਂ ਵੀ ਉਹਨਾਂ ਦੀ ਦਲੀਲ ਇਹ ਸੀ ਵੀ ਸਿੱਧਾ ਟਕਰਾਅ ਹੋਊਗਾ। ਸਾਡਾ ਜਾਇਜ਼ਾ ਇਹ ਸੀ ਵੀ ਸਵਾਲ ਹੀ ਨਹੀਂ ਪੈਦਾ ਹੁੰਦਾ, ਚੂੰ ਨਹੀਂ ਕਰ ਸਕਦੇ ਜਿੰਨੀ ਕਸੂਤੀ ਹਾਲਤ 'ਚ ਫਸੀਆਂ ਦੀਆਂ ਪਾਰਟੀਆਂ ਇਹ ਕਿਸਾਨਾਂ ਦੇ ਵਿੱਚ ਜਿੰਨੀ ਜਾਗਰਤੀ ਆ ਗਈ ਵੀ ਚੂੰ ਨਹੀਂ ਕਰ ਸਕਦੇ ਤੁਸੀਂ ਸਿੱਧਾ ਟਕਰਾਅ ਕਹਿੰਦੇ ਨਹੀਂ, ਉਹਨਾਂ ਨੂੰ ਚੰਗੀ ਲੱਗੀ ਇਸ ਕਿ ਕੋਈ ਗੱਲ ਨਹੀਂ ਅਸੀਂ ਇਕੱਲੇ ਕਰ ਲਾਂਗੇ ਜੀ। ਉਹ ਅਸੀਂ ਕੀਤਾ। ਫਿਰ ਕੋਈ ਇਹ 15 ਸਤੰਬਰ ਤੋਂ ਲੈ ਕੇ ਤੇ 22 ਸਤੰਬਰ ਤੱਕ 8 ਦਿਨ ਚੱਲੇ ਉਹ ਧਰਨੇ। ਇਹਨਾਂ ਨੇ ਉਹਦੀ ਥਾਂ ਤੇ ਰੱਖੇ ਸੀਗੇ ਆ 4 ਥਾਵਾਂ ਤੇ ਵੱਡੀਆਂ ਰੈਲੀਆਂ। ਠੀਕ ਹੈ, ਅਸੀਂ ਉਹਦੇ ਨਾਲ ਤਾਲਮੇਲ ਹੈ ਇਹ ਪ੍ਰੋਗਰਾਮ ਕਰਤਾ ਵੀ ਉਹਨਾਂ ਦਿਨਾਂ ਤੇ ਇਹਨਾਂ ਨੇ ਵੀ ਉਹ ਸ਼ਾਇਦ 15 ਨੂੰ ਹੀ ਰੱਖੀਆਂ ਸੀ ਜਾਂ ਫਿਰ ਮੋੜ ਕੇ 14 ਨੂੰ ਕਰਤੀ ਸੀ ਡੇਟ, ਸਾਨੂੰ ਦਿਨਾਂ ਪਿੱਛੇ ਤੋਂ ਹੀ। ਅਸੀਂ ਉਹ 15 ਤੋਂ ਤਾਂ ਹੀ ਸ਼ੁਰੂ ਕੀਤੇ ਸੀ ਵੀ ਉਹਦੇ ਨਾਲ ਤਾਲਮੇਲ ਵੱਧਵਾਂ ਦਬਾਅ ਵਾਲਾ ਬਣ ਜੇ।
ਉਹਦੇ ਨਤੀਜੇ ਜਿਹੜੇ ਉਹ ਵੀ ਸਭ ਦੇ ਸਾਹਮਣੇ ਆ, ਪਹਿਲਾਂ ਵਾਲੇ ਵੀ। ਇਹਦੇ ਵਿੱਚ ਵੀ ਰੋਜ਼ਾਨਾ 10-10, 15-15 ਹਜ਼ਾਰ ਦੀ ਗਿਣਤੀ ਹਰ ਰੋਜ਼ ਤੇ ਅਖੀਰਲੇ ਦਿਨ ਜਦੋਂ ਚੱਕਣੇ ਸੀਗੇ ਉਹਦੇ ਦੋਵਾਂ ਥਾਵਾਂ ਦੀ ਜੋੜ ਕੇ 45,000 ਗਿਣਤੀ, ਜਿਹੜੇ 100 ਕਿਲੋਮੀਟਰ ਤੋਂ 200 ਕਿਲੋਮੀਟਰ ਤੋਂ ਵੀ ਆਉਣਾ ਪੈਂਦਾ ਸੀਗਾ ਕਈ ਜ਼ਿਲ੍ਹਿਆਂ ਨੂੰ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਜੀ। ਇਸ ਕਰਕੇ ਉਹਦੇ ਨਤੀਜੇ ਸਭ ਦੇ ਸਾਹਮਣੇ ਆ ਵੀ ਉਹ ਬਾਦਲ, ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇਣਾ ਪੈ ਗਿਆ ਤੀਜੇ ਚੌਥੇ ਦਿਨ। ਬਿਲਕੁਲ ਬਹੁਤ ਵੱਡੀ ਜਿੱਤ। ਇੱਧਰ ਕੈਪਟਨ ਨੂੰ ਐਲਾਨ ਕਰਨਾ ਪੈ ਗਿਆ, ਉੱਥੇ ਬੈਠਿਆਂ ਤੋਂ ਐਲਾਨ ਕਰਨਾ ਪੈ ਗਿਆ ਤੀਜੇ ਚੌਥੇ ਦਿਨ ਵੀ ਸਾਰੇ ਕੇਸ ਵਾਪਸ ਲਵਾਂਗੇ, ਜਿੰਨੇ ਵੀ ਕੇਸ ਬਣਾਏ ਆ ਸੰਘਰਸ਼ੀ ਲੋਕਾਂ ਤੇ ਜੀ। ਇਸ ਤਰ੍ਹਾਂ ਜਿਹੜਾ ਹੈਗਾ ਵੀ ਤਾਲਮੇਲ ਮੇ ਸਾਰੇ ਐਕਸ਼ਨ A to Z ਜਿੰਨੇ ਵੀ ਇਹਨਾਂ ਨੇ ਕੋਈ ਸੱਦਾ ਦਿੱਤਾ। ਪੰਜਾਬ ਚ 3 ਕੇਂਦਰ ਹੈ ਇਸ ਵੇਲੇ ਸੰਘਰਸ਼ਸ਼ੀਲ ਜੀ। ਇੱਕ ਇਹ ਜਿਹੜਾ ਇਸ ਵੇਲੇ 30 ਜਥੇਬੰਦੀਆਂ ਕਹਾਉਂਦੇ ਆ, ਇੱਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਤਨਾਮ ਸਿੰਘ ਪੰਨੂ ਵਾਲੀ ਜੀ, ਇੱਕ ਸਾਡੇ ਵਾਲੀ ਅੰਮ੍ਰਿਤਸਰ। ਹਾਂਜੀ। ਹਾਂ, ਦੂਜੀਆਂ ਦੋਨਾਂ ਕੇਂਦਰਾਂ ਨੇ 30 ਵਾਲੀਆਂ ਜਾਂ 30 ਜਥੇਬੰਦੀਆਂ ਵਾਲਾ ਜਾਂ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲਾ ਜੋ ਵੀ ਸੱਦਾ ਦਿੱਤਾ ਅਸੀਂ ਉਹਦੇ ਨਾਲ ਤਾਲਮੇਲਮਾ ਕੀਤਾ ਹੈ। ਉਹ ਸੰਘਰਸ਼ ਕਮੇਟੀ ਵਾਲਿਆਂ ਨੇ ਸਭ ਤੋਂ ਪਹਿਲਾਂ ਰੇਲ ਰੋਕੋ ਦਾ ਸੱਦਾ ਦਿੱਤਾ ਸੀ 24 ਸਤੰਬਰ ਤੋਂ, ਉਹ 24 ਅਕਤੂਬਰ ਤੋਂ। ਹਾਂਜੀ। ਚਲੋ ਡੇਟਾਂ ਦਾ ਕੋਈ ਫਰਕ ਹੋ ਸਕਦਾ, ਕੋਈ ਚੱਕਰ ਨਹੀਂ। ਹਾਂ, ਉਹ 24 ਮੇਰਾ ਖਿਆਲ ਹੈ ਜਿਹੜਾ ਜਿਹਦੇ ਦੌਰਾਨ ਬੰਦ ਆਇਆ ਸੀਗਾ 25 ਸਤੰਬਰ ਦਾ ਸੀ ਤੇ 25 ਅਕਤੂਬਰ ਦਾ ਸੀ। 25 ਅਕਤੂਬਰ ਦਾ ਸੀ। 25 ਅਕਤੂਬਰ ਦਾ ਜੀ। 25 ਅਕਤੂਬਰ ਦਾ ਨਹੀਂ, ਹਾਂ ਸਤੰਬਰ ਹੋਣਾ ਮੇਰੇ ਖਿਆਲ। 25 ਸਤੰਬਰ। 25 ਸਤੰਬਰ। 25 ਸਤੰਬਰ। ਹਾਂ। ਉਸ ਦੌਰਾਨ ਇਹਨਾਂ ਨੇ ਸੱਦਾ ਦਿੱਤਾ ਰੋਕਣ ਦਾ, ਰੇਲਾਂ ਰੋਕਣ ਦਾ ਜੀ। ਰੇਲਾਂ ਰੋਕਣ ਦਾ 24 ਤੋਂ। ਹਾਂਜੀ। ਅਣਮਿੱਥੇ ਸਮੇਂ ਲਈ। ਅਸੀਂ ਉਹਦੇ ਤਾਲਮੇਲ ਦੇ ਵਿੱਚ, ਹਾਲਾਂਕਿ ਸਾਡਾ ਉਹ ਜਿਹੜਾ 15 ਤੋਂ ਬਾਦਲ ਤੇ ਪਟਿਆਲੇ ਮੋਰਚੇ ਸ਼ੁਰੂ ਹੋਏ ਸੀਗੇ ਉਹ ਅਸੀਂ ਵਧਾਤੇ ਸੀ 25 ਤੱਕ। ਜਦੋਂ ਇਹ 2 ਐਲਾਨ ਆ ਗਏ 30 ਜਥੇਬੰਦੀਆਂ ਵੱਲੋਂ, ਉਹ ਆਲ ਇੰਡੀਆ ਦਾ ਸੱਦਾ ਆ ਗਿਆ ਨਾ, 30 ਜਥੇਬੰਦੀਆਂ ਵੱਲੋਂ ਸੱਦਾ ਆ ਗਿਆ ਪੰਜਾਬ ਬੰਦ ਦਾ, ਤੇ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਆ ਗਿਆ ਰੇਲਾਂ ਰੋਕਣ ਦਾ ਜੀ। ਅਸੀਂ ਦੋਨਾਂ ਦੀ ਹਮਾਇਤ ਦੇ ਵਿੱਚ ਆਪਦਾ ਅੰਦੋਲਨ 22 ਨੂੰ ਖਤਮ ਕਰਤਾ ਸੀ ਜੀ, 22 ਸਤੰਬਰ ਨੂੰ ਜੀ, ਜਿਹੜਾ ਉੱਥੇ ਚੱਲ ਰਿਹਾ ਸੀ, ਜਿਹੜਾ 25 ਤੱਕ ਵਧਾਇਆ ਹੋਇਆ ਸੀ ਜੀ, ਤਾਂ ਕਿ ਵੱਧਵਾਂ ਦਬਾਅ ਪਵੇ। ਇਹਨਾਂ ਦੀ ਹਮਾਇਤ ਵਿੱਚ ਅਸੀਂ 3 ਦਿਨ 24, 25, 26 ਰੇਲਾਂ ਵੀ ਰੋਕੀਆਂ ਤੇ 25 ਤਰੀਕ ਨੂੰ ਬੰਦ ਦੇ ਵਿੱਚ ਵੀ 45 ਥਾਵਾਂ ਤੇ ਮੋਰਚੇ ਲਾਏ। ਸ਼ਹਿਰਾਂ 'ਚ ਘਰ ਘਰ ਜਾ ਕੇ ਵੱਡੇ ਜੱਥੇ ਬਣਾ ਕੇ ਉਹ ਬੰਦ ਦੀ ਤਿਆਰੀ ਕੀਤੀ ਤੇ ਉਹ ਲਾਮਿਸਾਲ ਬੰਦ ਸਾਰਿਆਂ ਨੂੰ ਪਤਾ ਹੈ। ਇਸ ਤਰ੍ਹਾਂ ਮੇਰਾ ਮਕਸਦ ਕਹਿਣ ਦਾ ਇਹ ਹੈ ਵੀ ਅਸੀਂ ਇੱਕਜੁੱਟ ਦਬਾਅ ਵਾਸਤੇ ਤਾਲਮੇਲ ਮੇ ਸਾਰੇ ਐਕਸ਼ਨ ਜਿੰਨੇ ਵੀ ਇਹਨਾਂ ਨੇ ਐਲਾਨ ਕੀਤੇ ਆ ਜੀ, ਸਾਰੇ ਟੋਟਲ ਫੇਰ ਆਹ ਐਲਾਨ ਹੋ ਗਿਆ ਵੀ 1 ਅਕਤੂਬਰ ਤੋਂ ਇਹ ਅਣਮਿੱਥੇ ਸਮੇਂ ਦੇ ਧਰਨੇ ਸ਼ੁਰੂ ਕਰ ਦੇਣੇ ਆ। ਹਾਂਜੀ। ਇਹਦੇ ਵਿੱਚ ਵੀ ਹਾਂਜੀ ਸਾਥੀ ਜੀ, ਅੱਗੇ ਜਾਣ ਤੋਂ ਪਹਿਲਾਂ ਇਹ ਜਿਹੜਾ ਤੁਸੀਂ ਰੇਲਾਂ ਦੀ ਗੱਲ ਕੀਤੀ, ਇਹ ਆਪਾਂ ਕਿਉਂਕਿ ਇਹ ਮਸਲਾ ਹੁਣ ਵੀ ਬਣਿਆ ਹੋਇਆ, ਇਹਦੇ 'ਚ ਆਪਾਂ ਥੋੜੀ ਵਿਸਥਾਰ ਵਿੱਚ ਗੱਲ ਕਰਨਾ ਚਾਹੁੰਦੇ ਹਾਂ ਕਿ ਇਹ ਇੱਕ ਮੇਰਾ ਖਿਆਲ ਆ ਵੀ ਇਸ ਟਾਈਮ ਦਾ ਬਹੁਤ ਬਰਨਿੰਗ ਇਸ਼ੂ ਹੈ ਕਿ ਤੁਹਾਡੀ ਜਥੇਬੰਦੀ ਨੇ ਇਹ ਕਿਆਸ ਕਰ ਲਿਆ ਸੀਗਾ ਕਿ ਇਹ ਜਿਹੜਾ ਰੇਲਾਂ ਰੋਕਣ ਦਾ ਇਹ ਸ਼ਾਇਦ ਲੋਕਾਂ ਦੇ ਵਿੱਚ ਇਹਦੇ ਕਰਕੇ ਵਿਰੋਧ ਦੇ ਵਿੱਚ ਰਾਏ ਪੈਦਾ ਹੋਵੇ, ਜਾਂ ਜਿਹੜੀਆਂ ਪੰਜਾਬ ਦੇ ਵਿੱਚ ਆਪਣੇ ਬਿਜਲੀ ਦਾ ਜਾਂ ਜਿਹੜੀਆਂ ਰੇਹਾਂ ਉਹਦਾ ਖਾਦ ਦਾ ਉਹਦੀ ਸ਼ੋਰਟੇਜ ਆ ਸਕਦੀ ਹੈ। ਸੋ ਤੁਸੀਂ ਉਹ ਜਿਹੜਾ ਧਰਨਾ ਸੀਗਾ ਰੇਲਾਂ ਦਾ ਪਹਿਲਾਂ ਜਥੇਬੰਦੀਆਂ ਤੋਂ ਚੱਕਿਆ, ਸੋ ਇਹ ਸਾਥੀ ਜੀ ਇਹ ਸਾਰੀ ਗੱਲਬਾਤ ਥੋੜੀ ਵਿਸਥਾਰ ਦੇ ਵਿੱਚ ਕਰੋ ਜੀ। ਹਾਂਜੀ, ਇਹ ਵਿਸਥਾਰ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਇਹ ਜਦੋਂ ਅਸੀਂ 22 ਤਰੀਕ ਨੂੰ ਆਪਦੇ ਉਹ ਦੋਨੋਂ ਥਾਵਾਂ ਤੋਂ ਪਟਿਆਲਾ ਬਾਦਲ ਵਾਲੇ ਮੋਰਚੇ ਸਮਾਪਤੀ ਦਾ ਐਲਾਨ ਕਰਤਾ ਵੀ ਜੋ ਸਾਡਾ ਟੀਚਾ ਸੀਗਾ ਉਹ ਹਾਸਲ ਹੋ ਗਿਆ ਜੀ, ਉਦੋਂ 23 ਅਕਤੂਬਰ ਨੂੰ ਅਗਲੇ ਦਿਨ 23 ਸਤੰਬਰ ਨੂੰ ਅਗਲੇ ਦਿਨ ਹੀ ਜੀ ਮੀਟਿੰਗ ਹੋਈ ਸੀ ਇਸੇ ਵਿਸ਼ੇ ਤੇ।
ਜਿਹੜਾ ਇਹ ਪਹਿਲੀ ਤੋਂ ਅਣਮਿੱਥੇ ਸਮੇਂ ਦਾ ਚਲਾਉਣਾ ਚਾਹੁੰਦੇ ਸੀ, ਇਸ ਵਿਸ਼ੇ ਤੇ ਮੀਟਿੰਗ ਹੋਈ ਸੀ। ਉਹਦੇ ਚ ਸਾਨੂੰ ਵੀ ਬੁਲਾਇਆ ਗਿਆ ਸੀ ਜੀ। ਅਸੀਂ ਉਹਦੇ ਚ ਪੂਰੇ ਜ਼ੋਰ ਨਾਲ ਇਹ ਦਲੀਲ ਰੱਖੀ ਸੀਗੀ ਵੀ ਆ ਬਾਕੀ ਤਾਂ ਜਿਹੜਾ ਇਹਨਾਂ ਨੇ 2-3 ਦਲੀਲਾਂ ਇਹਨਾਂ ਦੇ ਲੈਂਦੀਆਂ ਸੀਗੀਆਂ ਵੀ ਇੱਕ ਤਾਂ ਰੇਲਾਂ ਰੁਕੀਆਂ ਜਾਣ ਅਣਮਿੱਥੇ ਸਮੇਂ ਵਾਸਤੇ ਜੀ, ਇੱਕ ਸੀਗਾ ਵੀ ਇਹ ਪੰਚਾਇਤਾਂ ਕੋਲ ਮਤੇ ਪਵਾਏ ਜਾਣ ਖੇਤੀ ਕਾਨੂੰਨਾਂ ਦੇ ਵਿਰੁੱਧ। ਤੀਜੀ ਇਹਨਾਂ ਦੀ ਦਲੀਲ ਸੀਗੀ ਵੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਘਿਰਾਓ ਕੀਤੇ ਜਾਣ ਘਰਾਂ ਦੇ ਜੀ। ਅਸੀਂ ਇਹਨਾਂ ਚੋਂ 2 ਨਾਲ ਪੂਰੀ ਸਹਿਮਤੀ ਦੇ ਕੇ ਤੀਜੀ ਰੇਲਾਂ ਵਾਲੀ ਗੱਲ ਤੇ ਅਸੀਂ ਇਹ ਕਿਹਾ ਸੀਗਾ ਵੀ ਇਹ ਅਣਮਿੱਥੇ ਸਮੇਂ ਵਾਲਾ ਇਹਦੇ ਚ ਬਹੁਤ ਵੱਡੀਆਂ ਦਿੱਕਤਾਂ ਆਉਣਗੀਆਂ ਇਸ ਕਿਸਮ ਦੀਆਂ ਜਿਹੜੀਆਂ ਤੁਸੀਂ ਗਿਣੀਆਂ ਔਰ ਆਈਆਂ ਜੀ, ਵੀ ਇਹ ਰੋਸ ਵਜੋਂ 2-4 ਦਿਨ ਆਪਾਂ ਕਰ ਚੁੱਕੇ ਆ। ਜੇ ਤੁਹਾਨੂੰ ਲੱਗਦਾ ਵੀ ਹੋਰ ਕਰਨਾ ਚਾਹੀਦਾ, ਥੋੜੇ ਬਹੁਤੇ ਦਿਨ ਹੋਰ ਕਰ ਸਕਦੇ ਆ ਰੋਸ ਵਜੋਂ, ਪਰ ਇਹ ਅਣਮਿੱਥੇ ਸਮੇਂ ਦਾ ਸੱਦਾ ਨਹੀਂ, ਸਾਨੂੰ ਨਹੀਂ ਪ੍ਰਵਾਨ ਹੈ। ਹੁਣ ਅਸੀਂ ਤਾਲਮੇਲ ਵਜੋਂ ਵੀ ਐ ਨਾ ਦਿਸੇ ਵੀ ਇਹ ਐ ਹੋ ਗਿਆ ਤੇ ਉਹ ਹੋ ਗਿਆ, ਤੇ ਅਸੀਂ ਤਾਲਮੇਲ ਵਜੋਂ ਕਰਾਂਗੇ ਜਿੰਨੇ ਕੁ ਦਿਨ। ਪਰ ਇਦੋਂ ਜ਼ਿਆਦਾ ਵੱਡੀ ਗੱਲ ਅਸੀਂ ਜਿਹੜੀ ਉੱਥੇ ਦਲੀਲ ਰੱਖੀ ਉਹ ਇਹ ਸੀਗੀ ਵੀ ਜਿਹੜੇ ਕਾਰਪੋਰੇਟਾਂ ਦੇ ਕਾਰੋਬਾਰ ਹੈ, ਟੋਲ ਪਲਾਜ਼ੇ ਹੈ, ਸ਼ਾਪਿੰਗ ਮਾਲ ਹੈ, ਸਾਈਲੋ ਗੋਦਾਮ ਹੈ, ਇਹਨਾਂ ਦਾ ਵੱਧ ਤੋਂ ਵੱਧ ਚੁਣ ਕੇ ਜਾਂ ਵੱਡੇ ਸਟੋਰ ਹੈ, ਸਪਲਾਈ ਸਟੋਰ ਹੈ ਇਹਨਾਂ ਦੇ ਜੀ, ਵੀ ਇਹ ਚੁਣ ਕੇ ਜਿੰਨੇ ਵੱਧ ਤੋਂ ਵੱਧ ਥਾਵਾਂ ਤੇ, ਕਿਉਂਕਿ ਸਰਕਾਰ ਦੇ ਇਹ ਕਾਨੂੰਨ ਖੇਤੀ ਦਾ ਸਾਰਾ ਕਾਰੋਬਾਰ ਸਣੇ, ਪੈਦਾਵਾਰ ਸਣੇ, ਵਪਾਰ ਸਣੇ, ਜ਼ਮੀਨਾਂ ਸਭ ਕੁਝ ਇਹਨਾਂ ਨੂੰ ਸੰਭਾਲਣ ਵਾਸਤੇ ਹੈ। ਇਹ ਕਾਨੂੰਨ ਹੈ ਜਿਹੜੇ ਕਾਰਪੋਰੇਟਾਂ ਨੂੰ ਸੰਭਾਲਣ ਵਾਸਤੇ। ਬਿਲਕੁਲ ਬਿਲਕੁਲ। ਇਸ ਕਰਕੇ ਇਹਨਾਂ ਨੂੰ ਇਹ ਸੰਦੇਸ਼ ਦੇਣ ਵਾਸਤੇ ਕਾਰਪੋਰੇਟਾਂ ਨੂੰ ਵੀ ਤੁਸੀਂ ਤਾਂ ਆਹ ਜ਼ਮੀਨਾਂ ਸਾਂਭਣ ਨੂੰ ਫਿਰਦੇ ਆ, ਅਸੀਂ ਤੁਹਾਡੇ ਪਹਿਲੇ ਕਾਰੋਬਾਰ ਵੀ ਚੱਲਣ ਨਹੀਂ ਦਿਆਂਗੇ। ਬਿਲਕੁਲ ਬਿਲਕੁਲ। ਇਹ ਸੰਦੇਸ਼ ਦੇਣ ਵਾਸਤੇ ਆਪਾਂ ਨੂੰ ਇਹਨਾਂ ਦੇ ਘਿਰਾਓ ਕਰਨੇ ਚਾਹੀਦੇ ਆ। ਇਹ ਦਲੀਲ ਸਾਡੀ ਇਹਨਾਂ ਬਾਕੀ ਜਥੇਬੰਦੀਆਂ ਨੂੰ ਨਹੀਂ ਸੀ ਜਚੀ ਉਦੋਂ। ਇਹਨਾਂ ਨੇ ਆਹੀ 3 ਐਲਾਨ ਕੀਤੇ ਸੀ ਉਹ 23 ਸਤੰਬਰ ਦੀ ਮੀਟਿੰਗ ਦੇ ਵਿੱਚ ਜੀ। ਅਸੀਂ ਫੇਰ ਵੀ ਇਸ ਐਲਾਨ ਤੇ ਫੁੱਲ ਚੜਾਉਂਦੇ ਹੋਏ 1 ਅਕਤੂਬਰ ਤੋਂ 13 ਅਕਤੂਬਰ ਤੱਕ ਰੇਲਾਂ ਰੋਕੀ ਰੱਖੀਆਂ, ਜਿੰਨੇ ਕੁ ਥਾਵਾਂ ਤੇ ਅਸੀਂ ਰੋਕ ਸਕਦੇ ਸੀ। ਹਾਂਜੀ ਬਿਲਕੁਲ। ਆਹ ਭਾਜਪਾ ਦੇ ਆਗੂਆਂ ਦੇ ਘਰਾਂ ਦੇ ਘਿਰਾਓ ਤੇ ਦੂਜੇ ਕਾਰਪੋਰੇਟਾਂ ਦੇ ਕਾਰੋਬਾਰਾਂ ਦੇ ਘਿਰਾਓ, ਇਹ ਅਸੀਂ 1 ਅਕਤੂਬਰ ਤੋਂ ਹੀ ਸ਼ੁਰੂ ਕਰਤੇ ਸੀ। ਇਹ ਅੱਜ ਤੱਕ ਜਾਰੀ ਹੈ, ਵਧੀ ਤੁਰੇ ਜਾਂਦੇ ਆ। ਤੇ ਜਿਸ ਦਿਨ ਅਸੀਂ 13 ਅਕਤੂਬਰ ਨੂੰ ਚੱਕਿਆ 4 ਥਾਵਾਂ ਤੋਂ ਰੇਲ ਜਾਮ, ਉਸ ਦਿਨ ਇਹ 5-6 ਥਾਵਾਂ ਤੇ ਦੂਜੇ ਧਰਨੇ ਹੋਰ ਵਧਾਤੇ ਸੀ। ਉਹੀ ਤਾਕਤ ਉੱਤੇ ਝੋਕਤੀ ਸੀ ਜੀ। ਇਹ ਹੈ ਅਸਲੀਅਤ। ਔਰ ਹੁਣ ਉਹ ਗੱਲ ਸਾਡੇ ਵਾਲੀ ਦਲੀਲ ਹੈ ਜਿਹੜੀ 100% ਸੱਚੀ ਸਾਬਤ ਹੋਈ ਹੈ ਜੀ। ਬਿਲਕੁਲ ਹੋਈ ਹੈ। ਜਦੋਂ ਸਾਰੇ ਵਪਾਰੀਆਂ ਵੱਲੋਂ, ਸਨਅਤਕਾਰਾਂ ਵੱਲੋਂ ਬਾਂਹ ਹੋਣ ਲੱਗੀ ਵੀ ਅਸੀਂ ਤਾਂ ਮਾਰੇ ਗਏ ਰੇਲਾਂ ਬੰਦ ਹੋਣ ਨਾਲ, ਸਰਕਾਰ ਨੇ ਇਸ ਗੱਲ ਨੂੰ ਦਬਾਅ ਵਜੋਂ ਵਰਤਣਾ ਚਾਹਿਆ, ਵਰਤਿਆ ਦਬਾਅ ਥੱਲੇ ਉਹਨਾਂ ਨੇ ਇਸ ਬਹਾਨੇ ਹੇਠਾਂ ਜਾਣ ਬੁੱਝ ਕੇ ਪੰਜਾਬ ਦੀਆਂ ਮਾਲ ਗੱਡੀਆਂ ਜਾਮ ਕੀਤੀਆਂ। ਹਾਲਾਂਕਿ ਮਾਲ ਗੱਡੀਆਂ ਨੂੰ ਕਿਸੇ ਨੇ ਨਹੀਂ ਸੀ ਰੋਕਿਆ। ਸਰਕਾਰ ਨੇ ਬਹਾਨੇ ਹੇਠਾਂ ਸ਼ਰਤ ਬਣਾ ਕੇ ਸਰਾਸਰ ਨਜਾਇਜ਼ ਸ਼ਰਤ ਆ ਸਰਕਾਰ ਦੀ, ਪਰ ਜੇ ਉਹਨੂੰ ਬਹਾਨਾ ਮਿਲਿਆ ਤਾਂ ਹੀ ਉਹਨੇ ਬਹਾਨਾ ਬਣਾਇਆ ਨਾ। ਬਿਲਕੁਲ 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 ਸਾਥੀ। ਇਹਦੇ ਨਾਲ ਦੀ ਨਾਲ ਤਾਂ ਉਹਨੇ ਦਿੱਲੀ ਹਾਂਜੀ ਕਰੋ ਤੁਸੀਂ ਗੱਲ। ਸਵਾਰੀ ਗੱਡੀਆਂ ਦੀ ਸ਼ਰਤ ਲਾ, ਬਸ ਇਹੀ ਗੱਲ ਸੀਗੀ ਮੈਂ ਕਰਨੀ। ਬੇਸ਼ੱਕ ਉਹ ਹੁਣ ਇੰਨਾ ਲੇਟ ਆ ਕੇ ਫੈਸਲਾ ਕਰ ਲਿਆ। ਜੇ ਕਿਸੇ ਨੇ ਮੰਨ ਲਓ ਫੈਸਲਾ ਕਰ ਵੀ ਲਿਆ ਹੁਣ ਇੰਨਾ ਲੇਟ ਆ ਕੇ, ਤਾਂ ਵੀ ਅੱਜ ਦੇ ਅਖਬਾਰਾਂ ਦੀ ਸੁਰਖੀ ਇਹ ਹੈ ਵੀ ਅੱਜ ਰੇਲਾਂ ਚੱਲ ਸਕਦੀਆਂ ਹਨ ਤੇ ਨਾਲ ਉਹ ਲਾ ਰਹੇ ਹੈਗੇ ਵੀ ਉਹ ਦੇਖਦੇ ਫਿਰਦੇ ਆ ਟਰੈਕ।
ਵੀ ਖਾਲੀ ਹੋਊਗੇ ਕਿ ਨਹੀਂ ਹੋਊਗੇ, ਕਿਉਂਕਿ ਵਿੱਚੋਂ ਅਜੇ ਵੀ ਇੱਕ ਦੋ ਜਥੇਬੰਦੀਆਂ ਦੇ ਬਿਆਨ ਆਏ ਆ ਵੀ ਨਹੀਂ ਅਸੀਂ ਨਹੀਂ ਸਹਿਮਤ, ਅਸੀਂ ਨਹੀਂ ਛੱਡਾਂਗੇ। ਹੋ ਸਕਦਾ ਸਰਕਾਰ ਇਸੇ ਗੱਲ ਨੂੰ ਬਹਾਨਾ ਬਣਾ ਕੇ ਫੇਰ ਕਹਿ ਦੇ ਵੀ ਅਸੀਂ ਨਹੀਂ ਰੇਲਾਂ ਚਾਲੂ ਕਰਦੇ, ਇੱਥੇ ਤਾਂ ਨੁਕਸਾਨ ਹੋਣ ਦਾ ਡਰ ਹੈ। ਬਿਲਕੁਲ ਸੰਭਵ ਹੈ, ਸਰਕਾਰ ਬਹਾਨਾ ਬਣਾ ਸਕਦੀ ਹੈ, ਕਿਉਂਕਿ ਉਹ ਤਾਂ ਇਹੋ ਜਿਹੇ ਬਹਾਨੇ ਭਾਲਦੀ ਰਹਿੰਦੀ ਹੈ। ਤਾਂ ਸਾਥੀ ਜੀ ਇਸ ਤੋਂ ਆਪਾਂ ਇਹੀ ਇਹਦਾ ਕੱਢ ਸਕਦੇ ਹਾਂ, ਇਹਦਾ ਸਿੱਟਾ ਇਹੀ ਕੱਢ ਸਕਦੇ ਹਾਂ ਕਿ ਕੇਂਦਰ ਸਰਕਾਰ ਦੀ ਇਹ ਲਗਾਤਾਰ ਕੋਸ਼ਿਸ਼ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਪੰਜਾਬ ਜਿਹੜੇ ਲੋਕ ਨੇ ਉਹ ਚੱਲ ਰਹੇ ਸੰਘਰਸ਼ਾਂ ਦੇ ਖਿਲਾਫ ਹੋ ਜਾਣ। ਹਾਂਜੀ ਹਾਂਜੀ ਬਿਲਕੁਲ 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 ਜੀ ਜੀ। तो साथी जी मैं जी बेशक एक मिनट मैं साफ कर दिया, बेशक ਜਦੋਂ ਅਸੀਂ ਰੇਲ ਜਾਮ ਚੱਕ ਕੇ ਤੇ ਉਹ ਫਾਰਮਲਾਂ ਦੇ ਘਰਾਓ ਸ਼ੁਰੂ ਕੀਤੇ ਅਤੇ ਹੋਰ ਕੁਝ ਥਾਵਾਂ ਤੋਂ ਵੀ ਵਧਾਇਆ, ਉਦੋਂ ਬੇਸ਼ੱਕ ਬਹੁਤ ਸਾਰੇ ਕਿਸਾਨ ਆਗੂ ਇਹਨਾਂ ਜਥੇਬੰਦੀਆਂ ਚੋਂ ਸਾਡੇ ਖਿਲਾਫ ਸਟੇਜਾਂ ਤੋਂ ਬੜਾ ਕੁਝ ਬੋਲਿਆ ਉਹਨਾਂ ਨੇ ਜੀ, ਵੀ ਇਹ ਭੱਜ ਗਏ, ਇਹ ਹੋ ਗਿਆ, ਉਹ ਹੋ ਗਿਆ। ਅਸੀਂ ਇੱਕ ਲਫ਼ਜ਼ ਨਹੀਂ ਬੋਲਿਆ ਕਿਸੇ ਦੇ ਖਿਲਾਫ ਵੀ ਅੱਜ ਇਸ ਵੇਲੇ ਸੰਘਰਸ਼ ਚੱਲਦੇ ਚ ਇੱਕ ਦੂਜੇ ਦੇ ਵਿਰੁੱਧ ਲਫ਼ਜ਼ ਬੋਲਣਾ ਇਹ ਸਰਕਾਰ ਦੇ ਪੱਖ ਚ ਭੁਗਤਣਾ ਹੈ। ਹਾਂਜੀ ਬਿਲਕੁਲ ਬਿਲਕੁਲ। ਅਸੀਂ ਇਸ ਸੋਚ ਨੂੰ ਲੈ ਕੇ ਚੱਲੇ ਹੋਏ ਆ ਵੀ ਅਮਲ ਸਾਰੇ ਕੁਛ ਨਿਬੇੜੇ ਕਰ ਦਿੰਦਾ ਹੁੰਦਾ, ਅਮਲ ਹੈ ਜਿਹੜਾ ਇੱਕ ਦੂਜੇ ਦੇ ਵਿਰੁੱਧ ਸਟੇਜਾਂ ਤੋਂ ਪ੍ਰਚਾਰ ਕਰਨਾ ਚੱਲਦੇ ਸੰਘਰਸ਼ ਦੇ ਵਿੱਚ, ਇਹਨੂੰ ਅਸੀਂ ਬਿਲਕੁਲ ਠੀਕ ਨਹੀਂ ਸਮਝਦੇ ਔਰ ਅਸੀਂ ਕੀਤਾ ਵੀ ਨਹੀਂ। ਪੂਰਾ ਸਬਰ ਰੱਖ ਕੇ ਉਹਨਾਂ ਦਾ ਪ੍ਰਚਾਰ ਹਰ ਕਿਸਮ ਦਾ ਜਰਿਆ ਹੈ। ਜਿਹੜਾ ਸਾਡੇ ਤੇ ਦੋਸ਼ ਲਾਇਆ ਜਾਂਦਾ ਵੀ ਇਹ ਨਾ ਤਾਂ 30 ਚ ਸ਼ਾਮਲ ਹੁੰਦੇ ਆ, ਨਾ 10-11 ਚ, ਨਾ 250, ਨਾ 400, ਨਾ 450 ਜਥੇਬੰਦੀਆਂ ਦੇਸ਼ ਦੀਆਂ ਜੀ, ਉਹ ਮੈਂ ਪਹਿਲਾਂ ਸਾਫ਼ ਕਰ ਚੁੱਕਿਆ ਵੀ ਪੰਜਾਬ ਵਾਲੀਆਂ 30 ਜਥੇਬੰਦੀਆਂ ਚ ਵੀ ਇਹੋ ਜਿਹੇ ਕਿਰਦਾਰ ਵਾਲੇ ਆਗੂ ਹੈਗੇ ਆ। ਉਹ ਅਸੀਂ ਉਹਨਾਂ ਤੇ ਵੀ ਟੀਕਾ ਟਿੱਪਣੀ ਨਹੀਂ ਕੀਤੀ ਜਮਾਂ ਹੀ। ਉਹ ਅਸੀਂ ਤਾਂ ਇਹ ਕਹਿੰਦੇ ਸਗੋਂ ਵੀ ਕੋਈ ਸੂਈ ਜੋਗਾ, ਕੋਈ ਸੜਾਈ ਜੋਗਾ, ਕੋਈ ਪਿਛਲਾ ਕਿਰਦਾਰ ਜਿਹੋ ਜਿਹਾ ਮਰਜ਼ੀ ਰਿਹਾ ਹੋਵੇ ਕਿਸੇ ਦਾ, ਇਸ ਵੇਲੇ ਉਹ ਖੇਤੀ ਕਾਨੂੰਨਾਂ ਦੇ ਵਿਰੁੱਧ ਸੰਘਰਸ਼ ਚ ਕੀ ਬੋਲਦਾ, ਕੀ ਨਿਭਦਾ, ਕੁਛ ਕਰਦਾ ਹੈ ਕਿ ਨਹੀਂ ਕਰਦਾ, ਉਹ ਮੈਨੇ ਰੱਖਦਾ ਕਿ ਵਿਰੁੱਧ ਬੋਲਦਾ ਹੈ ਉਹ ਮੈਨੇ ਰੱਖਦਾ। ਅਸੀਂ ਤਾਂ ਉਹਨੂੰ ਮੁੱਖ ਰੱਖ ਕੇ ਬਿਲਕੁਲ ਕਿਸੇ ਦੇ ਕਿਰਦਾਰ ਤੇ ਅੱਜ ਤਾਈਂ ਉਂਗਲ ਨਹੀਂ ਉਠਾਈ। ਪਰ ਕਿਉਂਕਿ ਸਾਨੂੰ ਪਤਾ ਹੈ ਵੀ ਇਹ ਜਿਹੜੇ ਇਸ ਕਿਸਮ ਦੇ ਬਣ ਜਾਂਦੇ ਹੁੰਦੇ ਆ ਥੋੜੇ ਮੌਕੇ ਤੇ, ਸਿਰਫ ਇਸ ਗੱਲ ਲਈ ਵੀ ਦੂਜੇ ਨੂੰ ਨਿਯਮਾਂ ਦਿਖਾਉਣ ਵਾਸਤੇ ਅਸੀਂ ਇੰਨੀਆਂ ਜਥੇਬੰਦੀਆਂ ਇਕੱਠੀਆਂ ਕਰ ਲਈਆਂ, ਉਹ ਵੀ ਅੱਜ ਸਾਰੀ ਫੂਕ ਕੱਢਤੀ। ਉਹ ਜਿਹੜਾ ਆਲ ਇੰਡੀਆ ਦਾ ਕੋਆਰਡੀਨੇਸ਼ਨ ਕਮੇਟੀ ਦਾ 250 ਜਥੇਬੰਦੀਆਂ ਦਾ ਕਨਵੀਨਰ ਬਣਾਇਆ ਹੋਇਆ ਨਾ ਇਹਨਾਂ ਨੇ, ਹਾਂਜੀ VM ਸਿੰਘ, ਸ਼ਾਇਦ ਤੁਸੀਂ ਉਹਦਾ ਬਿਆਨ ਸੁਣ ਲਿਆ ਹੋਵੇ। ਹਾਂਜੀ ਹਾਂਜੀ ਹਾਂਜੀ। ਉਹਨੇ ਇਸ ਪੈਂਤੜੇ ਦੀ ਫੂਕ ਜਮਾਂ ਹੀ ਕੱਢਤੀ ਵੀ ਉਹ ਆਲ ਇੰਡੀਆ ਦਾ ਕਨਵੀਨਰ ਹੈ ਤੇ ਸਲਾਹ ਦੇਣ ਲੱਗ ਗਿਆ ਕਿਸਾਨਾਂ ਨੂੰ ਸਰਕਾਰ ਦੇ ਪੱਖ ਦੀ, ਕਿਉਂਕਿ ਸਰਕਾਰ ਨੇ ਵੀ ਇਹਨਾਂ ਦਿਨਾਂ ਚ ਫੇਰ ਦੁਬਾਰਾ ਕਰੋਨਾ ਵਾਲਾ ਮਸਲਾ ਚੱਕ ਲਿਆ ਵੀ ਇੰਨੇ ਹਜ਼ਾਰ ਕੇਸ ਹੋ ਗਏ, ਇੰਨੀਆਂ ਮੌਤਾਂ ਹੋ ਗਈਆਂ। ਉਹ ਸਰਾਸਰ ਝੂਠੇ ਡਾਟੇ ਸਰਕਾਰ ਪੇਸ਼ ਕਰਨ ਲੱਗ ਗਈ ਤੇ ਕੇਜਰੀਵਾਲ ਦੀ ਮੋਦੀ ਦੀ ਬੋਲੀ ਬੋਲਣ ਲੱਗ ਗਿਆ ਤੇ ਉਹ VM ਸਿੰਘ ਨੇ ਵੀ ਬਿਆਨ ਦੇ ਦਿੱਤਾ ਵੀ ਕਿਸਾਨੋ ਹੁਣ 26 ਨੂੰ ਦਿੱਲੀ ਨਾ ਜਾਇਓ, ਹੁਣ ਤੁਸੀਂ ਅੰਦਰ ਵੜ ਕੇ ਘਰਾਂ 'ਚ ਰਹਿ ਕੇ ਵਿਰੋਧ ਕਰਿਓ। ਆ ਬਕਾਇਦਾ ਲਾਈਵ ਹੋ ਕੇ ਬਿਆਨ ਦਿੱਤਾ। ਇਹ ਚੰਗੀ ਗੱਲ ਹੈ ਵੀ ਇੱਥੋਂ ਦੀਆਂ ਜਿਹੜੀਆਂ ਜਥੇਬੰਦੀਆਂ ਉਹਦਾ ਹਿੱਸਾ ਬਣੀਆਂ ਹੋਈਆਂ ਪੰਜਾਬ ਦੀਆਂ, ਉਹਨੂੰ ਕਨਵੀਨਰ ਮੰਨ ਰਹੀਆਂ, ਉਹਨਾਂ ਨੇ ਕਹਿਤਾ ਵੀ ਮੰਦਭਾਗਾ ਬਿਆਨ ਆ ਇਹ ਚੰਗੀ ਗੱਲ ਹੈ। ਪਰ ਜੇ ਅਸੀਂ ਨਹੀਂ ਸੀ ਬਣ ਰਹੇ ਇਹਨਾਂ ਦਾ ਹਿੱਸਾ, ਤਾਂ ਇਸੇ ਕਰਕੇ ਨਹੀਂ ਸੀ ਬਣ ਰਹੇ ਵੀ ਇਹੋ ਜਿਹੇ ਕਿਰਦਾਰ ਵਾਲੇ ਆਗੂਆਂ ਦਾ ਕੋਈ ਪਤਾ ਨਹੀਂ ਕਿਹੜੇ ਡੋਬਾ ਦੇ ਜਾਣਾ, ਸਿਖਰ ਤੇ ਗਈ ਬੇੜੀ ਡੋਬ ਦੇਣ। ਇਸ ਕਰਕੇ ਨਹੀਂ ਅਸੀਂ ਹਿੱਸਾ ਬਣ ਰਹੇ। ਪਰ ਇਹਨਾਂ ਦੇ ਐਲਾਨ ਕੀਤੇ ਹੋਏ ਪ੍ਰੋਗਰਾਮਾਂ ਨਾਲ ਤਾਲਮੇਲ ਫੇਰ ਵੀ ਕਰਦੇ ਆ, ਕਿਉਂਕਿ ਕੋਈ ਜਿਹੋ ਜਿਹਾ ਵੀ ਕਰੇ ਸੰਘਰਸ਼ ਹੈ ਤਾਂ ਕਾਲੇ ਕਾਨੂੰਨਾਂ ਦੇ ਵਿਰੁੱਧ, ਮੋਦੀ ਦੇ ਵਿਰੁੱਧ ਹੈ,
ਭਾਜਪਾ ਦੇ ਵਿਰੁੱਧ ਹੈ, ਅਸੀਂ ਫਿਰ ਵੀ ਉਹਦੇ ਨਾਲ ਤਾਲਮੇਲ ਕਰ ਰਹੇ ਕਰਾਂਗੇ, ਲਗਾਤਾਰ ਕਰਾਂਗੇ। ਬਿਲਕੁਲ ਸੱਚੀ। ਇੱਕ ਮੈਂ ਹੋਰ ਅਹਿਮ ਤੁਹਾਡੇ ਕੋਲ ਸਵਾਲ ਕਰਨਾ ਚਾਹਾਂਗਾ, ਮੇਰਾ ਨਹੀਂ ਖਿਆਲ ਹਜੇ ਤੱਕ ਕਿ ਸਾਨੂੰ ਇਸ ਗੱਲ ਦਾ ਪੂਰਾ ਪਤਾ ਹੈ ਕਿ ਉਹ ਜਿਹੜੀਆਂ 30 ਕਿਸਾਨ ਜਥੇਬੰਦੀਆਂ ਨੇ ਉਹਦੇ ਵਿੱਚ ਲੱਖੋਵਾਲ ਵਰਗੇ ਹੋਰ ਕਿਰਦਾਰ ਵੀ ਬੈਠੇ ਹੋਏ ਨੇ, ਉਹ ਹਜੇ ਤੱਕ ਵਧਾਵਾ ਨਹੀਂ ਦੇ ਕੇ ਗਏ। ਉਹ ਇਸ ਕਰਕੇ ਕਿਉਂਕਿ ਲੋਕਾਂ ਦਾ ਇੰਨਾ ਜ਼ਿਆਦਾ ਪ੍ਰੈਸ਼ਰ ਆ। ਸੋ ਤੁਹਾਨੂੰ ਲੱਗਦਾ ਕਿ ਆਉਂਦੇ ਸਮੇਂ ਦੇ ਵਿੱਚ ਹੋਰ ਜਿਹੜੀ ਟੁੱਟ ਭੱਜ ਹੈ ਇਹ ਜਥੇਬੰਦੀਆਂ ਦੇ ਵਿੱਚ ਹੋ ਸਕਦੀ ਹੈ? ਦੇਖੋ, ਅਸੀਂ ਨਹੀਂ ਚਾਹਾਂਗੇ ਵੀ ਹੋਵੇ, ਅਸੀਂ ਬਿਲਕੁਲ ਨਹੀਂ ਚਾਹੁੰਦੇ ਵੀ ਟੁੱਟ ਭੱਜ ਹੋਵੇ। ਅਸੀਂ ਤਾਂ ਚਾਹਾਂਗੇ ਵੀ ਚਾਹੇ ਲੋਕਾਂ ਦੇ ਦਬਾਅ ਥੱਲੇ, ਚਾਹੇ ਉਹਨਾਂ ਦੀ ਸੋਚ ਦੇ ਵਿੱਚ ਕੋਈ ਤਬਦੀਲੀ ਆ ਗਈ, ਉਹ ਅੰਤ ਤੱਕ ਖੜਨ, ਲੜਨ, ਚਾਹੇ ਆਜ਼ਾਦ ਤੌਰ ਤੇ, ਚਾਹੇ ਕਿਸੇ ਥੜੇ 'ਚ ਸ਼ਾਮਲ ਹੋ ਕੇ। ਅਸੀਂ ਤਾਂ ਇਹ ਚਾਹਾਂਗੇ। ਜੀ ਬਿਲਕੁਲ ਬਿਲਕੁਲ। ਔਰ ਸਾਥੀ ਜੀ, ਅਸੀਂ ਆਪਣੇ ਵੱਲੋਂ ਬਿਲਕੁਲ ਮੈਨੂੰ ਲੱਗਦਾ ਕਿ ਤੁਹਾਡਾ ਵੀ ਬਿਲਕੁਲ ਇਹੀ ਵਿਚਾਰ ਹੋਊਗਾ। ਅਸੀਂ ਕਿਸੇ ਕਿਸਾਨ ਜਥੇਬੰਦੀ ਦੇ ਜਿਹੜੀਆਂ ਸੰਘਰਸ਼ ਕਰ ਰਹੀਆਂ ਨੇ, ਅਸੀਂ ਉਹਦੇ ਵਿਰੋਧ 'ਚ ਨਹੀਂ ਗਏ। ਇਹ ਇੱਕ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਗੱਲਬਾਤ ਫੈਲਾਈ ਜਾ ਰਹੀ ਹੈ ਸਾਰੇ ਸੰਘਰਸ਼ ਨੂੰ ਤਾਰ ਪੀੜੋ ਕਰਨ ਵਾਸਤੇ, ਔਰ ਸਾਰੇ ਦਾ ਜਿਹੜਾ ਨਜਲਾ ਆ ਉਹ ਗੁਰਾਹਾਂ ਤੇ ਕੱਢਿਆ ਜਾ ਰਿਹਾ, ਅਸੀਂ ਉਸ ਗੱਲ ਨੂੰ ਕਲੀਅਰਫਾਈ ਕਰਨਾ ਚਾਹੁੰਦੇ ਹਾਂ। ਨਾ ਕਿ ਸਾਡਾ ਕਿਸੇ ਜਥੇਬੰਦੀ ਦੇ ਨਾਲ ਜਿਹੜੀਆਂ ਉਹ ਬਹੁਤ ਮਿਹਨਤ ਕਰ ਰਹੇ ਨੇ ਔਰ ਇਹ ਸੰਘਰਸ਼ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਹਿੱਸਾ ਹੈ ਸੋ ਉਹਨਾਂ ਦੇ ਅਸੀਂ ਇਹ ਸਾਡਾ ਮਕਸਦ ਨਹੀਂ ਕਿ ਉਸ ਦੇ ਵਿਰੋਧ ਦੇ ਵਿੱਚ ਗੱਲ ਕਰੀਏ। ਸਾਥੀ ਜੀ, ਇਹਦੇ ਨਾਲ ਜਿਹੜੀ ਜੁੜਦੀ ਗੱਲ ਇਹ ਹੈ ਕਿ ਇੱਕ ਹੋਰ ਮੀਡੀਆ ਦੇ ਉੱਪਰ, ਕਿਉਂਕਿ ਉਹਨਾਂ ਦਾ ਤੇ ਕੰਮ ਹੀ ਇਹ ਹੈ ਕਿ ਇਹ ਸੰਘਰਸ਼ ਨੂੰ ਤਾਰ ਪੀੜੋ ਕਰਨਾ, ਕਿ ਜਿਹੜਾ ਮਾਲ ਗੱਡੀਆਂ ਦੇ ਨਾਲ ਹੁਣ ਜਿਹੜਾ ਜਥੇਬੰਦੀਆਂ ਨੇ ਫੈਸਲਾ ਲਿਆ ਆ ਕਿ ਜਿਹੜੀਆਂ ਪੈਸੰਜਰ ਜਿਹੜੀਆਂ ਯਾਤਰੀ ਟ੍ਰੇਨ ਨੇ ਉਹਨਾਂ ਨੂੰ ਵੀ ਆਉਣ ਦਿੱਤਾ ਜਾਵੇ, ਜਦ ਕਿ ਪਹਿਲਾਂ ਹੀ ਭਾਰਤ ਦੇ ਵਿੱਚ ਉਹ ਬਹੁਤ ਘੱਟ ਚੱਲ ਰਹੀਆਂ ਨੇ। ਉਹਨੂੰ ਵੀ ਇੱਦਾਂ ਲਿਆ ਜਾ ਰਿਹਾ ਹੈ ਕਿ ਇਹ ਜਿਹੜਾ ਕਿਸਾਨ ਸੰਘਰਸ਼ ਵਾ ਇਹ ਇਹਨਾਂ ਨੇ ਗੋਡੇ ਟੇਕਤੇ ਹੈ ਤੇ ਇਹ ਸੰਘਰਸ਼ ਖਤਮ ਹੋ ਗਿਆ। ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਤਾਂ ਨਹੀਂ ਇਹਨੂੰ ਕਹਿੰਦੇ ਵੀ ਗੋਡੇ ਟੇਕੇ ਆ। ਹਾਂਜੀ ਬਿਲਕੁਲ। ਅਸੀਂ ਤਾਂ ਇਹਨੂੰ ਉਰਦੂ ਦਾ ਸ਼ੇਅਰ ਮੈਂ ਦੁਹਰਾਉਣਾ ਚਾਹੁੰਦਾ, ਦੇਰ ਆਇਦ ਦੁਰਸਤ ਆਇਦ। ਜੀ ਬਿਲਕੁਲ। ਹਾਂਜੀ ਹਾਂਜੀ। ਜਿਨ੍ਹਾਂ ਨੇ ਇਹੋ ਜਿਹੀਆਂ ਟਿੱਪਣੀਆਂ ਕਰਨੀਆਂ, ਉਹੀ ਲੋਕ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹੀ ਲੋਕ ਜਦੋਂ ਅਸੀਂ ਇਹ ਕੀਤਾ ਸੀਗਾ ਉਦੋਂ ਕਹਿੰਦੇ ਸੀ ਕਿਉਂ ਕੀਤਾ, ਵੀ ਰੇਲ ਜਾਮ ਕਿਉਂ ਛੱਡਿਆ। ਹੁਣ ਉਹੀ ਲੋਕ ਇਹ ਦਲੀਲ ਦੇ ਰਹੇ ਆ ਵੀ ਇਹ ਬਹੁਤ ਚਿਰ ਪਹਿਲਾਂ ਕਰਨ ਵਾਲਾ ਸੀ, ਇਸ ਤਰ੍ਹਾਂ ਸਰਕਾਰ ਦੇ ਦਬਾਅ ਥੱਲੇ ਆ ਕੇ ਕਰਨ ਵਾਲਾ ਨਹੀਂ ਸੀ। ਉਹ ਇਹ ਦਲੀਲ ਦੇ ਰਹੇ ਆ। ਹੁਣ ਅਸੀਂ ਕੀ ਬੁੱਝ ਗਏ ਉਹਨਾਂ ਦੀ ਅਕਲ ਦਾ ਜਨਾਜ਼ਾ ਨਹੀਂ ਨਿਕਲਦਾ। ਜਿਹੜੇ ਸਾਡੇ ਵਿਰੁੱਧ ਤਾਂ ਉਹਦਾ ਧੂਆਂ ਧਾਰ ਪ੍ਰਚਾਰ ਦੀ ਇਹ ਛੱਡ ਗਏ, ਭੱਜ ਗਏ, ਤੇ ਉਹੀ ਲੋਕ ਹੁਣ ਇਹ ਦਲੀਲ ਦੇ ਰਹੇ ਵੀ ਬਹੁਤ ਚਿਰ ਪਹਿਲਾਂ ਲੈਣਾ ਹੋਇਆ ਸੀ ਫੈਸਲਾ, ਇਹ ਹੁਣ ਦਬਾਅ ਥੱਲੇ ਲੈਣਾ ਗਲਤ ਹੈ, ਇਹ ਗੋਡੇ ਟੇਕੂ ਫੈਸਲਾ। ਜਿਹਨੇ ਕੱਲੀ ਨੁਕਤਾਚੀਨੀ ਕਰਨੀ ਹੋਵੇ ਉਹਦਾ ਕੋਈ, ਜਿਵੇਂ ਕਹਿੰਦੇ ਹੁੰਦੇ ਆ ਵੀ ਮਾਰਦੇ ਦਾ ਤਾਂ ਹੱਥ ਫੜ ਲੂ, ਬੋਲਦੇ ਦੀ ਜ਼ੁਬਾਨ ਤਾਂ ਫੜੀ ਨਹੀਂ ਜਾਂਦੀ। ਬਿਲਕੁਲ 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 ਸਾਥੀ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਇਹ ਅਸੀਂ ਸਾਡਾ ਚਾਹੇ ਸੰਘਰਸ਼ ਨਿਊਜ਼ੀਲੈਂਡ ਦੇ ਵਿੱਚ ਛੋਟਾ ਆ, ਪਰ ਬਿਲਕੁਲ ਇਹੋ ਜਿਹੀਆਂ ਚੀਜ਼ਾਂ ਅਸੀਂ ਆਪਣੇ ਪਿੰਡੇ ਤੇ ਵੀ ਇੱਥੇ ਹੰਡਾਉਂਦੇ ਹਾਂ। ਤੋ ਸਾਥੀ ਜੀ, ਇਹਦੇ ਵਿੱਚ ਜਿਹੜਾ 26 ਤੇ 27 ਨੂੰ ਜਿਹੜਾ ਦਿੱਲੀ ਜਾਣ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਵੀ ਜਿਹੜਾ ਗੁਰਾਹਾਂ ਨੇ ਦੋ ਜਗ੍ਹਾ ਦੇ ਵਿੱਚ, ਦੋ ਪਾਸਿਆਂ ਦੇ ਪੰਜਾਬ ਦੇ ਵਿੱਚ ਜਿਹੜਾ ਜਾਣ ਦਾ, ਦਿੱਲੀ ਨੂੰ ਘੇਰਨ ਦਾ ਜਿਹੜਾ ਫੈਸਲਾ ਲਿਆ ਆ, ਉਹ ਵੀ ਐਜ਼ ਏ ਤਾਲਮੇਲ ਦੇ ਨਾਲ ਹੀ ਬਾਕੀ ਜਥੇਬੰਦੀਆਂ ਦੇ ਨਾਲ, ਉਹਦੇ ਬਾਰੇ ਵੀ ਸਾਂਝ ਪਾਓ ਕਿ ਉਹਦੀਆਂ ਤਿਆਰੀਆਂ ਜਿਹੜੀਆਂ ਨੇ ਕਿਵੇਂ ਦੀਆਂ ਚੱਲ ਰਹੀਆਂ ਨੇ। ਦੇਖੋ, ਉਹਦੀਆਂ ਤਿਆਰੀਆਂ ਅਸੀਂ ਬਹੁਤ ਚਿਰ ਪਹਿਲਾਂ ਦੀਆਂ ਵਿੱਢੀਆਂ ਹੋਈਆਂ। ਬਹੁਤ ਵੱਡੀ ਪੱਧਰ ਤੇ ਅੱਡ-ਅੱਡ ਢੰਗਾਂ ਨਾਲ ਨੁੱਕੜ ਨਾਟਕ ਹੈ, ਪਿੰਡ ਰੈਲੀਆਂ, ਪਿੰਡ ਮੀਟਿੰਗਾਂ, ਮੁਜ਼ਾਹਰੇ ਆ, ਤੇ ਖਾਸ ਕਰਕੇ ਹੁਣ ਪਰਸੋਂ ਦਾ ਸ਼ੁਰੂ ਕੀਤਾ 21, 22, 23, ਉਹ ਸ਼ਾਇਦ ਕੱਲ ਤੱਕ ਵੀ ਚੱਲ ਜੇ ਪ੍ਰੋਗਰਾਮ ਕੁਝ ਜ਼ਿਲ੍ਹਿਆਂ ਦੇ ਵਿੱਚ ਜੀ। ਇਹ ਦੁਬਾਰਾ ਮੁਹਿੰਮ ਸ਼ੁਰੂ ਕੀਤੀ ਆ, ਪਿੰਡਾਂ ਨੂੰ ਜਗਾਓ, ਪਿੰਡਾਂ ਨੂੰ ਹਿਲਾ ਦਿਓ। ਜਾਣੀ ਉਹਨਾਂ ਤਿਆਰੀਆਂ ਦੇ ਸਿਖਰ ਤੇ ਸਾਡੀ ਇਹ ਮੁਹਿੰਮ ਹੈ। ਇਹਦੇ ਵਿੱਚ ਕੀ ਕਰ ਰਹੇ ਹਾਂ ਅਸੀਂ, ਰੋਜ਼ਾਨਾ ਸੈਂਕੜੇ ਪਿੰਡਾਂ ਦੇ ਵਿੱਚ ਦੁਪਹਿਰ ਵੇਲੇ ਔਰਤਾਂ ਦੇ ਮੁਜ਼ਾਹਰੇ ਤੇ ਸ਼ਾਮ ਵੇਲੇ ਨੌਜਵਾਨਾਂ ਦੇ ਮਸ਼ਾਲ ਮਾਰਚ,
ਕਿਉਂਕਿ ਇਸ ਘੋਲ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੀ ਆਸ ਨਾਲੋਂ ਵੀ, ਸਾਰਿਆਂ ਦੀ ਆਸ ਨਾਲੋਂ ਵੱਧ ਨੌਜਵਾਨਾਂ ਦੀ ਗਿਣਤੀ ਵੀ, ਔਰਤਾਂ ਦੀ ਗਿਣਤੀ ਵੀ, ਪਿੰਡਾਂ ਦੇ ਪਿੰਡ ਸ਼ਾਮਲ ਹੋਏ ਆ ਜੀ। ਤੇ ਉਹ ਤਿਆਰੀਆਂ ਖਿੱਚੀ ਬੈਠੇ ਆ। ਉਹ ਬਕਾਇਦਾ ਰਾਸ਼ਨ ਇਕੱਠਾ ਕਰਨ ਦਾ, ਬਾਲਣ ਇਕੱਠਾ ਕਰਨ ਦਾ, ਹੋਰ ਇਹੋ ਜਿਹੀ ਮੁਹਿੰਮ ਹੈ ਜਿਹੜੀ ਕਈ ਦਿਨਾਂ ਤੋਂ ਚਲਾਈ ਹੋਈ ਆ ਪਿੰਡਾਂ ਦੇ ਵਿੱਚ, ਜਿਹਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ। ਫੰਡ ਮੁਹਿੰਮ ਚਲਾਈ ਹੋਈ ਆ, ਉਹਨੂੰ ਉਦੋਂ ਵੀ ਵੱਡਾ ਹੰਗਾਰਾ ਮਿਲ ਰਿਹਾ ਜੀ। ਕਿਸੇ ਚੀਜ਼ ਦੀ ਕਮੀ ਨਹੀਂ ਆ ਰਹੀ ਵੀ ਆ ਕਮੀ ਆ ਗਈ ਤੇ ਹੁਣ ਉਹਦੇ ਕਰਕੇ ਆ ਗੱਲ ਖੜ ਚੱਲੀ। ਨਾ ਫੰਡ ਦੀ, ਨਾ ਰਾਸ਼ਨ ਦੀ। ਸਗੋਂ ਇੱਥੋਂ ਤੱਕ ਵੀ ਹਰਿਆਣੇ ਦੇ ਕਿਸਾਨਾਂ ਨੇ ਵੀ ਐਲਾਨ ਕਰਤਾ ਵੀ ਅਸੀਂ ਜਿਹੜੇ ਪੰਜਾਬ ਦੇ ਕਿਸਾਨਾਂ ਨੇ ਲੰਘਣਾ ਹਰਿਆਣੇ ਵਿੱਚ ਦੀ, ਲੰਗਰ ਦਾ, ਠਹਿਰਨ ਦਾ, ਹੋਰ ਸਾਰਾ ਪ੍ਰਬੰਧ ਅਸੀਂ ਕਰਾਂਗੇ। ਬਹੁਤ ਵਧੀਆ ਜੀ। ਇਸ ਤਰ੍ਹਾਂ ਦੀ ਹਮਾਇਤ ਮਿਲ ਰਹੀ ਹੈ। ਤੇ ਇਹ ਜਿਹੜੇ 2 ਥਾਂ ਅਸੀਂ ਅੱਧੋ ਅੱਧ ਜ਼ਿਲ੍ਹੇ ਕਰਕੇ ਆਪਦੇ ਜਿੰਨੇ ਸਾਡੇ ਆਧਾਰ ਵਾਲੇ ਜ਼ਿਲ੍ਹੇ ਹੈਗੇ ਆ ਇਹ ਮਿੱਥੇ ਆ, ਤਾਂ ਕਿ ਵੱਡੇ ਕਾਫਲੇ ਬਣਾ ਕੇ ਦਿੱਲੀ ਵੱਲ ਇਹਨਾਂ ਰੂਟਾਂ ਤੋਂ ਮਾਰਚ ਕੀਤਾ ਜਾ ਸਕੇ। ਪਾਤਣਾ ਜੀਂਦ ਵਾਲਾ, ਉਹ ਖਨੌਰੀ ਇਕੱਠੇ ਹੋਣਾ ਜੀ, ਤੇ ਇਧਰੋਂ ਡੱਬ ਵਾਲੀ ਸਿੱਕਾ ਜਾਂ ਹੋਰ ਗਾਂ ਜਾਂਦਾ ਦਿੱਲੀ ਨੂੰ ਰੂਟ, ਡੱਬ ਵਾਲੀ ਤੋਂ ਉੱਥੇ ਇਕੱਠੇ ਹੋਣਾ। ਉੱਥੇ ਬਕਾਇਦਾ 12 ਵਜੇ ਨੂੰ 1 ਵਜੇ ਨੂੰ ਕਾਫਲਾ ਇਕੱਠਾ ਕਰਕੇ ਉੱਥੋਂ ਮਾਰਚ ਕਰਨਾ ਜੀ, ਜਿੰਨੇ ਵੀ ਜ਼ਿਲ੍ਹੇ ਉੱਥੇ ਲਾਏ ਹੋਏ। ਤੇ ਸਾਡੇ ਜਾਇਜ਼ੇ ਮੁਤਾਬਕ, ਮੁੱਢਲੇ ਜਾਇਜ਼ੇ ਦੇ ਮੁਤਾਬਕ ਲਗਭਗ ਦੋਨਾਂ ਥਾਵਾਂ ਦਾ ਰਲਾ ਕੇ 2 ਲੱਖ ਦੀ ਗਿਣਤੀ ਉੱਥੇ ਇਕੱਠੀ ਹੋ ਜਾਣੀ ਹੈ, ਜਿਹਦੇ ਚ ਲਗਭਗ ਚੌਥਾ ਹਿੱਸਾ, 5ਵਾਂ ਹਿੱਸਾ ਔਰਤਾਂ ਹੋਣਗੀਆਂ। ਬਹੁਤ ਵਧੀਆ ਜੀ। 10,000 ਦੀ ਗਿਣਤੀ ਹੈ ਜੀ। ਤੇ ਨੌਜਵਾਨ ਹੋਣਗੇ। ਤੇ ਉਹ ਬਕਾਇਦਾ ਮਿਸਰਿਆਂ ਦਾ, ਇੱਥੋਂ ਤੱਕ ਕਈ ਪਿੰਡਾਂ ਨੇ ਇਹ ਵੀ ਐਲਾਨ ਕਰਤਾ ਵੀ ਤੁਸੀਂ ਕੰਬਲ ਰਜਾਈਆਂ ਵੀ ਸਾਡੇ ਕੋਲ ਲੈ ਜਾਓ, ਜਦੋਂ ਮੁੜ ਆਏ ਉਦੋਂ ਦੇ ਦਿਓ। ਉਹ ਵੀ ਘਰਾਂ ਚੋਂ ਇਕੱਠੇ ਕਰ ਕਰਕੇ ਟਰਾਲੀਆਂ ਭਰੀ ਜਾਂਦੇ ਆ। ਸਾਥੀ ਜੀ, ਇਹਦੇ ਨਾਲ ਹੀ ਜਿਹੜਾ ਇੱਕ ਹੋਰ ਸਵਾਲ ਬਹੁਤੇ ਸਰੋਤਿਆਂ ਦੇ ਮਨ 'ਚ ਵੀ ਆ ਰਿਹਾ ਹੋਊਗਾ ਕਿ ਸਾਨੂੰ ਯਾਦ ਆ ਕਿ ਜਦੋਂ ਤੁਸੀਂ ਸੀਏ ਦਾ ਵਿਰੋਧ ਵੀ ਕਰਨ ਗਏ ਸੀ ਦਿੱਲੀ ਸ਼ਾਹੀਨ ਬਾਗ ਦੇ ਵਿੱਚ, ਉਦੋਂ ਵੀ ਤੁਹਾਨੂੰ ਰੁਕ ਗਿਆ ਸੀ ਦਿੱਲੀ ਦੇ ਵਿੱਚ, ਪਰ ਫਿਰ ਵੀ ਤੁਹਾਡੀ ਜਥੇਬੰਦੀ ਤੇ ਹੋਰ ਜਥੇਬੰਦੀਆਂ ਸ਼ਾਹੀਨ ਬਾਗ ਦੇ ਵਿੱਚ ਤੁਸੀਂ ਉਹ 'ਚ ਸ਼ਮੂਲੀਅਤ ਕੀਤੀ ਸੀਗੀ। ਸੋ ਜਿਹੋ ਜੀ ਇਹ ਸਰਕਾਰ ਦਾ ਜਿਹੜਾ ਰਿਕਾਰਡ ਵਾ, ਇਹ ਮਤਲਬ ਇੱਕ ਵਾਇਲੈਂਸ ਵੀ ਕਰ ਸਕਦੇ ਨੇ ਤੁਹਾਨੂੰ ਰੋਕਣ ਵਾਸਤੇ, ਹਰ ਇੱਕ ਜਿਹੜਾ ਹੱਥ ਕੰਡਾ ਇਹ ਅਪਣਾ ਸਕਦੇ ਨੇ। ਸੋ ਉਹਦੇ ਬਾਰੇ ਤੁਹਾਡੀਆਂ ਮਤਲਬ ਤਿਆਰੀਆਂ ਕਿਹੋ ਜਿਹੀਆਂ ਨੇ ਵੀ ਜੇ ਸਾਨੂੰ ਰਸਤੇ ਦੇ ਵਿੱਚ ਹੀ ਰੋਕਤਾ ਗਿਆ ਤੇ ਉਹ ਤੁਸੀਂ ਕਿਸ ਤਰੀਕੇ ਦੇ ਨਾਲ ਤੁਸੀਂ ਪਹੁੰਚਣ ਦੀ ਕੋਸ਼ਿਸ਼ ਕਰੋਗੇ, ਜਾਂ ਤੁਸੀਂ ਉੱਥੇ ਬਹਿ ਕੇ ਹੀ ਫਿਰ ਆਪਣਾ ਜਿਹੜਾ ਸੰਘਰਸ਼ ਜਾਰੀ ਰੱਖੋਗੇ? ਦੇਖੋ, ਜਥੇਬੰਦੀਆਂ ਦਾ ਸਾਰੀਆਂ ਦਾ ਇਹ ਆ ਚੁੱਕਿਆ ਵੀ ਅਸੀਂ ਵੱਡੇ ਕਾਫਲੇ ਬਣਾ ਕੇ ਜਾਣਾ ਹੈ। ਜਿੱਥੇ ਕੋਈ ਸਿੱਧੇ ਟਕਰਾਅ ਵਾਲੀ ਹਾਲਤ ਬਣਦੀ ਦੀ ਸੀ, ਇੰਨਾ ਵੱਡਾ ਉਹਨਾਂ ਨੇ ਰੋਕ ਲਾਤੀ, ਫਿਰ ਅਸੀਂ ਉੱਥੇ ਸੜਕ ਤੇ ਬਹਿ ਜਾਂਦੇ। ਕਿਉਂਕਿ ਅਸੀਂ ਸਰਕਾਰ ਨੂੰ ਨਾ ਅੱਜ ਤਾਈਂ ਬਹਾਨਾ ਦਿੱਤਾ ਇਹ 5-6 ਮਹੀਨਿਆਂ ਦੇ ਘੋਲ ਚ, ਨਾ ਗਾ ਬਹਾਨਾ ਦੇਣਾ ਚਾਹੁੰਦੇ ਆ ਹਿੰਸਾ ਦਾ। ਇਹਦੇ ਬਾਵਜੂਦ ਸਰਕਾਰ ਸਾਡੇ ਤੇ ਹਿੰਸਾ ਕਰੂਗੀ, ਉਹ ਚੱਲਾਂਗੇ, ਸ਼ਾਂਤਮਈ ਰਹਿ ਕੇ ਚੱਲਾਂਗੇ। ਜਿੰਨੀ ਮਰਜ਼ੀ ਹਿੰਸਾ ਕਰਕੇ ਦੇਖ ਲਵੇ। ਸਾਡਾ ਇਤਿਹਾਸ ਸੰਘਰਸ਼ਸ਼ੀਲ ਲੋਕਾਂ ਦਾ ਸਾਰੇ ਦੇਸ਼ ਦੇ ਵਿੱਚ ਇਹੋ ਜਿਹਾ ਇਤਿਹਾਸ ਹੈ ਵੀ ਡਾਂਗਾਂ ਗੋਲੀਆਂ ਦੀ ਵਾਛੜ ਝੱਲ ਕੇ ਵੀ ਅਸੀਂ ਪਿੱਛੇ ਨਹੀਂ ਮੁੜੇ ਕਦੇ ਅੱਜ ਤਾਈਂ। ਚੱਲਾਂਗੇ, ਸਾਰਾ ਕੁਝ ਚੱਲਾਂਗੇ ਤੇ ਚੱਲਾਂਗੇ ਸ਼ਾਂਤਮਈ ਰਹਿ ਕੇ ਜੀ। ਕਿਉਂਕਿ ਬਥੇਰੇ ਸਾਡੇ ਤੇ ਇਹਨਾਂ ਨੇ ਉਹ ਅਰਬਨ ਨਕਸਲਗੇ ਹੋਣ ਦਾ ਤੇ ਫਲਾਨੇ ਹੋਣ ਦਾ ਤੇ ਝੌਂਕੜੇ ਹੋਣ ਦੇ ਦੋਸ਼ ਲਾਏ ਆ। ਪਰ 4-5 ਮਹੀਨਿਆਂ ਚ ਉੱਥੇ ਵੀ ਜਦੋਂ ਆ ਮੰਤਰੀਆਂ ਨੇ ਮੀਟਿੰਗ ਸੱਦੀ ਹੈ ਦਿੱਲੀ, ਉਹਨਾਂ ਨੂੰ ਵੀ ਮੈਂ ਸਵਾਲ ਕੀਤਾ ਸੀ ਵੀ ਸਾਨੂੰ ਕਿਤੋਂ ਸਾਬਤ ਕਰ ਦਿਓ ਕਿਸੇ ਦਰਖਤ ਦਾ ਵੀ ਇੱਕ ਪੱਤਾ ਤੋੜਿਆ ਹੋਵੇ, ਸਾਬਤ ਕਰ ਦਿਓ, ਜਿਨ੍ਹਾਂ ਨੂੰ ਤੁਸੀਂ ਅਰਬਨ ਨਕਸਲਗੇ ਕਹਿੰਦੇ। ਕੋਈ ਜਵਾਬ ਨਹੀਂ ਸੀ ਉਹਨਾਂ ਕੋਲ। ਬਿਲਕੁਲ ਉਹ ਤਾਂ ਚਾਹੁੰਦੇ ਆ ਸਗੋਂ, ਉਹ ਤਾਂ ਸਗੋਂ ਕੁਛ ਮੌਕਾ ਪ੍ਰਸਤ ਸਿਆਸੀ ਆਗੂ ਵੀ ਜਿਹੜੇ ਰੋਟੀਆਂ ਸੇਕਣਾ ਚਾਹੁੰਦੇ ਆ ਇਸ ਮਾਹੌਲ ਦੇ ਉੱਤੇ, ਆਪਦੀਆਂ ਸਿਆਸੀ ਰੋਟੀਆਂ, ਉਹ ਵੀ ਸੱਦੇ ਦੇ ਰਹੇ ਆ ਵੀ ਡਾਂਗਾਂ ਨੂੰ ਤੇਲ ਲਾ ਲਓ, ਹਥਿਆਰ ਚੱਕ ਲਓ, ਦਿੱਲੀ ਨਾਲ ਸਿੱਧੀ ਟੱਕਰ ਹੋ ਗਈ। ਨੌਜਵਾਨਾਂ ਨੂੰ ਭੜਕਾਉਣ ਦਾ ਯਤਨ ਕਰ ਰਹੇ ਆ, ਪਰ ਜਥੇਬੰਦੀਆਂ ਦਾ ਪ੍ਰਚਾਰ ਇੰਨਾ ਜ਼ਬਰਦਸਤ ਹੈ, ਸਿੱਖਿਆ ਇੰਨੀ ਜ਼ਬਰਦਸਤ ਹੈ, ਨੌਜਵਾਨਾਂ ਨੂੰ ਇੰਨੀ ਜੱਚ ਰਹੀ ਆ ਵੀ ਉਹ ਬਿਲਕੁਲ ਨਹੀਂ ਇਹੋ ਜਿਹੇ
ਆਗੂਆਂ ਦੇ ਮਗਰ ਲੱਗ ਰਹੇ। ਬਿਲਕੁਲ ਜੀ, ਬਿਲਕੁਲ ਬਿਲਕੁਲ, ਸਾਨੂੰ ਪਤਾ। ਉਹ ਆਗੂ ਬਿਆਨ ਦੇ ਕੇ ਹੰਭ ਗਏ, ਹਟ ਗਏ, ਹਾਰ ਕੇ। ਬਿਲਕੁਲ 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 ਸਾਥੀ ਜੀ, ਬਿਲਕੁਲ। ਸਾਥੀ ਜੀ, ਇੱਕ ਮੈਂ ਅਖੀਰ ਦੇ ਵਿੱਚ ਇੱਕ ਹੋਰ ਵੀ ਇੱਕ ਅਹਿਮ ਤੁਹਾਡੇ ਕੋਲੋਂ ਜਾਣਕਾਰੀ ਲੈਣਾ ਚਾਹਾਂਗਾ, ਜਾਂ ਇਹ ਆਪਣੇ ਸਰੋਤਿਆਂ ਨੂੰ ਅਸੀਂ ਬੇਨਤੀ ਵੀ ਕਰਾਂਗੇ ਕਿ ਮੈਂ ਪੜ੍ਹ ਰਿਹਾ ਸੀਗਾ ਕਿ ਇਕੱਲਾ ਸਿਰਫ ਤੇ ਸਿਰਫ ਟਰਾਂਸਪੋਰਟ ਦਾ ਜਿਹੜਾ ਖਰਚਾ ਆ ਪੰਜਾਬ ਤੋਂ, ਤੁਸੀਂ 2 ਲੱਖ ਦੀ ਗਿਣਤੀ ਦੱਸੀ ਹੈ, ਦਿੱਲੀ ਨੂੰ ਜਾਣਾ ਹੈ, 4 ਕਰੋੜ ਦਾ ਜਿਹੜਾ ਖਰਚਾ ਸਿਰਫ ਤੇ ਸਿਰਫ ਟਰਾਂਸਪੋਰਟ ਦਾ ਹੈ ਆ। ਸੋ ਅਸੀਂ ਆਪਣੇ ਵੱਲੋਂ ਤੇ ਅਸੀਂ ਬੇਨਤੀ ਕਰਦੇ ਹੀ ਕਰਦੇ ਹਾਂ, ਜਿਹੜੇ ਸਰੋਤੇ ਸੁਣ ਰਹੇ ਨੇ ਹੁਣ, ਨਿਊਜ਼ੀਲੈਂਡ ਦੇ ਵਿੱਚ ਸੁਣ ਰਹੇ ਨੇ ਜਾਂ YouTube ਦੇ ਉੱਪਰ ਬਾਅਦ ਸੁਣ, ਕਿਉਂਕਿ ਇਹ ਘੋਲ ਜਿਹੜਾ ਬਹੁਤ ਲੰਬਾ ਆ। ਸੋ ਸਾਥੀ, ਤੁਸੀਂ ਕੀ ਆਪਣੇ ਵੱਲੋਂ ਬੇਨਤੀ ਕਰਨਾ ਚਾਹੋਗੇ ਕਿ ਇਹਦੇ ਵਿੱਚ ਜਿਹੜਾ ਇੱਕ ਮਾਲੀ ਜਿਹੜੀ ਸਹਾਇਤਾ ਆ ਉਹ ਵੀ ਇੱਕ ਕਰਨੀ ਬਣਦੀ ਹੈ, ਔਰ ਉਸ ਤੋਂ ਬਿਨਾਂ ਜਿਹੜਾ ਇਹ ਸੰਘਰਸ਼, ਜਿਹੜਾ ਲੰਬਾ ਸੰਘਰਸ਼ ਨਹੀਂ ਤੁਰ ਸਕਦਾ ਹੈਗਾ। ਸੋ ਉਹਦੇ ਬਾਰੇ ਵੀ ਸਾਥੀ ਜੀ ਗੱਲਬਾਤ ਕਰੋ। ਹਾਂਜੀ, ਇੱਕ ਤਾਂ ਜਿਹੜਾ ਤੁਸੀਂ ਇਹ 4 ਕਰੋੜ ਦਾ ਡਾਟਾ ਅਖਬਾਰਾਂ ਛਪਿਆ, ਉਹ ਸ਼ਾਇਦ ਭੁਲੇਖਾ ਪੈ ਗਿਆ ਹੋਵੇ ਜੀ। ਉਹ ਇਸ ਦਿੱਲੀ ਵਾਲੇ ਮੋਰਚੇ ਦਾ ਨਹੀਂ ਉਹ ਡਾਟਾ, ਉਹ ਜਿਹੜਾ ਹੁਣ ਤੱਕ ਹੋ ਚੁੱਕਿਆ ਖਰਚਾ, ਇਹ ਤਕਰੀਬਨ 15 ਦਿਨ ਪਹਿਲਾਂ ਦੀ ਟੋਟਲ ਰਿਪੋਰਟ ਆ ਸਾਡੇ ਖਜ਼ਾਨਚੀ ਦੀ, ਉਹਨਾਂ ਕੋਲੇ ਹੁੰਦਾ ਜੀ ਜੀ ਜੀ। ਉਹਦਾ ਇਹ ਟੋਟਲ ਜੋੜ ਜਿਹੜਾ ਬਣਿਆ ਅੱਡ-ਅੱਡ ਮੋਰਚਿਆਂ 'ਚ ਜਿੰਨੇ ਵੀ ਲੱਗੇ ਹੁਣ ਤੱਕ, ਉਹਦਾ ਜੋੜ ਲਗਭਗ 4 ਕਰੋੜ ਦੇ ਨੇੜੇ ਬਣਦਾ ਹੈ ਜੀ। ਇਹਦੇ 'ਚ ਹੁਣ ਕਿੰਨਾ ਆਜੂ, ਕਿੰਨੇ ਦਿਨ ਚੱਲੂ, ਕਿੰਨਾ ਆਜੂਗਾ, ਇਹ ਤਾਂ ਗਾਂਹ ਪਤਾ ਲੱਗੂਗਾ ਜਦੋਂ ਖਰਚਾ ਆਊਗਾ। ਅਸਲ ਜਿਹੜਾ ਖਰਚਾ ਅਸੀਂ ਤਾਂ ਉਹੀ ਦੱਸ ਦਿੰਦੇ ਹਾਂ ਜਨਤਾ ਨੂੰ ਜੀ। ਬਿਲਕੁਲ। ਇਦੋਂ ਪਹਿਲਾਂ ਅਸੀਂ ਬਕਾਇਦਾ ਲਿਖਤੀ ਅਪੀਲਾਂ ਵੀ ਪਾਈਆਂ, ਸੋਸ਼ਲ ਮੀਡੀਆ ਤੇ ਵੀ ਪਾਈਆਂ, ਉਹਦਾ ਹੰਗਾਰਾ ਬਹੁਤ ਜ਼ਬਰਦਸਤ ਮਿਲਿਆ। ਜਿਹੜੇ ਇੱਥੇ ਪੰਜਾਬ 'ਚ ਵੱਸਦੇ ਆ ਲੋਕ, ਉਹ ਵੀ, ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਵੱਸਦੇ ਆ ਉਹ ਵੀ ਜੀ, ਹੋਰਨਾਂ ਸੂਬਿਆਂ 'ਚ ਵੱਸਦੇ ਆ ਉਹ ਵੀ, ਉਹਨਾਂ ਨੇ ਆਪੋ ਆਪਣੇ ਵਿੱਤ ਮੂਜਬ ਪੂਰਾ ਦਿਲ ਖੋਲ ਕੇ ਇਹ ਮਦਦ ਭੇਜੀ ਆ, ਭੇਜ ਰਹੇ ਆ ਜੀ। ਵੀ ਲਗਾਤਾਰ ਤੁਹਾਡੇ ਵੱਲੋਂ ਵੀ ਆ ਚੁੱਕੀ ਹੈ, ਤੁਸੀਂ ਕਿਹਾ ਸੀ ਦੁਬਾਰਾ ਵੀ ਅਸੀਂ ਭੇਜਤੀ, ਉਹ ਮੈਂ ਅਜੇ ਬੋਲ ਨਹੀਂ ਸਕਿਆ। ਨਹੀਂ, ਕੋਈ ਨਹੀਂ, ਤੁਹਾਡਾ ਧੰਨਵਾਦ ਵੀ ਨਹੀਂ ਕਰ ਜੀ, ਆਪਣੀ ਗੱਲ ਨਹੀਂ, ਅਸੀਂ ਬਾਕੀਆਂ ਦੀ ਗੱਲ ਕਰ ਰਹੇ ਹਾਂ। ਮੈਂ ਉਹ ਦੇਖ ਰਹਾ ਜੀ ਜੀ, ਕੋਈ ਨਹੀਂ। ਹਾਂਜੀ ਹਾਂਜੀ, ਉਹ ਅਸੀਂ ਇੱਕ ਤਾਂ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਜਿਨ੍ਹਾਂ ਨੇ ਵੀ ਸਹਾਇਤਾ ਭੇਜੀ ਹੈ ਤੇ ਭੇਜ ਰਹੇ ਆ, ਤੇ ਅਪੀਲ ਵੀ ਕਰਦੇ ਹਾਂ ਵੀ ਇਹ ਮੋਰਚਾ, ਜਿਵੇਂ ਤੁਸੀਂ ਕਿਹਾ ਵੀ ਇਹ ਮਹੀਨਿਆਂ ਦੀ ਗੱਲ ਨਹੀਂ, ਇਹ ਸਾਲਾਂ ਬੱਧੀ ਵੀ ਚੱਲ ਸਕਦਾ ਹੈ। ਕਿਉਂਕਿ ਸਰਕਾਰ ਦਾ ਜਿੰਨਾ ਆਕੜਖੋਰ ਹੰਕਾਰੀ ਵਤੀਰਾ ਆ ਰਿਹਾ ਸਾਹਮਣੇ, ਕਾਰਪੋਰੇਟਾਂ ਦੇ ਪੱਖ 'ਚ ਡਟਣ ਦਾ, ਹਾਂਜੀ, ਕਿਸਾਨਾਂ ਦੇ ਵਿਰੁੱਧ ਡਟਣ ਦਾ, ਕਿਸਾਨਾਂ ਦੇ ਵਿਰੁੱਧ ਡਟਣ ਦੀ ਤਾਂ ਮੈਂ ਇੱਕ ਮਿਸਾਲ ਦੇਣੀ ਚਾਹੁੰਦਾ ਵੀ ਸਰਕਾਰ ਭੂਰਾ ਭਰ ਵੀ ਰਹਿਤ ਕਿਸਾਨਾਂ ਨੂੰ ਨਾ ਚਲੀ ਜਾਵੇ ਖਜ਼ਾਨੇ ਦੇ ਵਿੱਚੋਂ, ਇਹਦੇ ਤੋਂ ਤੁਰੀ ਹੋਈ ਹੈ ਵੀ ਭੂਰਾ ਭਰ ਵੀ ਰਹਿਤ। ਉਹਦੀ ਮਿਸਾਲ ਇਹਨਾਂ ਦਿਨਾਂ 'ਚ ਜਿਹੜਾ ਇਹਨਾਂ ਨੇ ਇੱਕ ਸਰਕੂਲਰ ਜਾਰੀ ਕੀਤਾ ਵੀ 2 ਕਰੋੜ ਤੱਕ ਦਾ ਕਰਜ਼ਾ ਜਿਹਦਾ ਰਹਿੰਦਾ ਅਜੇ, ਉਹਦੇ ਵਿਆਜ ਉੱਤੇ ਵਿਆਜ ਨਹੀਂ ਲਾਇਆ ਜਾਊਗਾ, ਛੋਟ ਦੇਤੀ। ਪਰ ਨਾਲ ਇਹ ਲਿਖਤਾ ਉਸ ਸਰਕੂਲਰ ਦੇ ਵਿੱਚ ਵੀ ਇਹ ਛੋਟ ਕਿਸਾਨਾਂ ਨੂੰ ਨਹੀਂ ਮਿਲੂਗੀ। ਹੁਣ ਵਿਆਜ ਉੱਤੇ ਵਿਆਜ ਦੀ ਕਿੰਨੀ ਕੁ ਛੋਟ ਹੋਊਗੀ? ਕਿਸੇ ਨੂੰ 200 ਦਾ ਫਾਇਦਾ ਹੋਊ, ਕਿਸੇ ਨੂੰ 400 ਦਾ ਫਾਇਦਾ ਹੋਊ। ਕਿਸਾਨ ਦਾ ਕਰਜ਼ਾ ਵੀ ਕਿੰਨਾ ਕੁ ਹੁੰਦਾ? ਹਾਂਜੀ ਹਾਂਜੀ, ਕਿਉਂਕਿ 60,000 ਹੁਣ ਤਾਂ ਪਹਿਲਾਂ 3 ਲੱਖ ਕਹਿੰਦੇ ਸੀ ਕਿੱਲੇ ਮਗਰ 2 ਲੱਖ, ਹੁਣ ਤਾਂ ਉਹ 60,000 ਕਰਤਾ। ਉਹ ਕਿਸੇ ਦਾ ਲੱਖ ਹੋਊ, ਕਿਸੇ ਦਾ 2 ਲੱਖ ਹੋਊ, ਉਹਦੇ ਤੇ ਵਿਆਜ ਉੱਤੇ ਵਿਆਜ ਲਾਉਣ ਦਾ ਕਿੰਨਾ ਕੁ ਫਾਇਦਾ ਹੋ ਜੂ ਕਿਸਾਨ ਨੂੰ, ਉਹ ਵੀ ਨਹੀਂ ਦੇਣਾ ਚਾਹੁੰਦੀ। ਬਿਲਕੁਲ 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 ਬਿਲਕੁਲ, ਇਹ ਵਤੀਰਾ ਸਰਕਾਰ ਦਾ ਕਿਸਾਨ ਵਿਰੋਧੀ ਸਿਰੇ ਦਾ। ਕਿਸਾਨਾਂ ਨੂੰ ਜੇ ਐ ਕਹਿਣਾ ਹੋਵੇ ਕੱਚੇ ਖਾ ਜਾਣ ਵਾਲਾ ਵਤੀਰਾ, ਵੀ ਮੈਂ ਕੱਚੇ ਹੀ ਚੱਬ ਜਾਂ ਕਿਸਾਨਾਂ ਨੂੰ, ਇਹ ਵਤੀਰਾ ਸਰਕਾਰ ਦਾ ਜੀ। ਬਿਲਕੁਲ। ਪਰ ਕਿਸਾਨ ਹੁਣ ਇਸ ਆਈ ਤੇ ਆਏ ਵੇ ਆ ਬਈ ਜਿਹੜਾ ਇਹ ਹੁਣ ਡਰਾਵਾ ਦੇਣ ਲੱਗੇ ਕਰੋਨਾ, ਉਹਦੇ ਤਹਿਤ ਰੋਕਾਂ ਰਕਾਈਆਂ ਲਾਉਣ ਲੱਗੇ। ਦਿੱਲੀ 'ਚ ਵੀ ਬਹਾਨਾ ਭਾਲ ਲਿਆ, ਕੇਜਰੀਵਾਲ ਦਾ ਵੀ ਬਿਆਨ ਆ ਗਿਆ ਇੱਥੇ ਲੋਕਡਾਊਨ ਹੋਊਗਾ, ਫਲਾਨਾ ਹੋਊਗਾ, ਧਮਕੜਾ ਹੋਊਗਾ। ਕਿਉਂਕਿ ਸਾਰੀਆਂ ਪਾਰਟੀਆਂ ਤਾਂ ਉਸ ਜਮਾਤ, ਕਾਰਪੋਰੇਟਾਂ ਦੀ ਜਮਾਤ ਦੇ ਪੱਖ 'ਚ ਹੀ ਹੈ ਨਾ, ਜਿਨ੍ਹਾਂ ਦੇ ਪੱਖ 'ਚ ਮੀਡੀਆ ਭੁਗਤ ਰਿਹਾ, ਸਾਡੇ ਵਿਰੁੱਧ ਵੀ ਪ੍ਰਚਾਰ ਕਰ ਰਿਹਾ, ਸਾਡੀਆਂ ਗੱਲਾਂ ਨੂੰ ਵਿਗਾੜ ਕੇ ਵੀ ਪੇਸ਼ ਕਰ ਰਿਹਾ। ਉਹ ਸਾਰਾ ਕੁਛ ਹੋਣ ਦੇ ਬਾਵਜੂਦ ਇਹ ਸਾਲਾਂ ਬੱਧੀ ਚੱਲਣ ਦਾ ਸਾਨੂੰ ਲੋਕਾਂ ਨੂੰ ਵੀ ਅਸੀਂ ਜੇ ਚਾਹਤੀ ਗੱਲ ਵੀ ਤਿਆਰ ਹੋ ਜਾਓ, ਇਹ ਸਾਲਾਂ ਬੱਧੀ ਚੱਲੂਗਾ। ਜਿਵੇਂ ਆਜ਼ਾਦੀ ਦੀ ਲੜਾਈ ਚੱਲੀ ਸੀ, ਸਦੀ ਭਰ ਲੰਮੀ, ਸਦੀ ਤੋਂ ਵੀ
ਉੱਪਰ ਕਹਿ ਲਓ ਜੀ ਬਿਲਕੁਲ ਇਵੇਂ ਹੀ ਇਹ ਉਹੋ ਜਿਹੀ ਲੜਾਈ ਹੈ, ਕਿਉਂਕਿ ਉਹ ਵੀ ਸਾਮਰਾਜੀਆਂ ਦੇ ਖਿਲਾਫ ਸੀ, ਅੰਗਰੇਜ਼ਾਂ ਦੇ ਖਿਲਾਫ, ਇਹ ਵੀ ਸਾਮਰਾਜੀਆਂ ਦੇ ਖਿਲਾਫ। ਕੋਈ ਸ਼ੱਕ ਨਹੀਂ ਜੀ, ਕੋਈ ਤੇ ਸ਼ੱਕ ਸਾਮਰਾਜੀਆਂ ਦੇ ਹੱਥ ਕਿੰਨੇ ਲੰਮੇ ਆ, ਆਪਾਂ ਨੂੰ ਆਪਦੀ ਤਾਕਤ ਦੇ ਹੱਥ ਉਦੋਂ ਵੀ ਲੰਮੇ ਬਣਾਉਣੇ ਪੈਣਗੇ। ਉਹ ਜਿਹਾ ਸਬਰ ਰੱਖ ਕੇ ਸਾਲਾਂ ਬੱਧੀ ਘੋਲ ਲੜਨ ਦੀ ਤਿਆਰੀ ਕਰੋ। ਰੂਪ ਬਦਲਦੇ ਰਹਿਣਗੇ, ਸਦਾ ਇੱਕੋ ਰੂਪ ਨਹੀਂ ਚੱਲਦੇ ਹੁੰਦੇ ਸੰਘਰਸ਼ ਦੇ, ਉਹ ਬਦਲਿਆ ਕਰਾਂਗੇ। ਪਰ ਮਨ ਇਹ ਬਣੇ ਵੀ ਸਾਲਾਂ ਬੱਧੀ ਲੜਨਾ ਹੈ, ਇਹ ਬਣ ਚੁੱਕਿਆ ਮਨ ਕਿਸਾਨਾਂ ਦਾ, ਬਹੁਤ ਵੱਡੇ ਹਿੱਸੇ ਦਾ ਬਣ ਚੁੱਕਿਆ ਜੀ। ਉਹ ਆਪ ਬੋਲਦੇ ਆ ਸਟੇਜਾਂ ਤੋਂ, ਨਵੇਂ ਨੌਜਵਾਨ ਵੀ, ਔਰਤਾਂ ਵੀ ਕੋਈ ਗੱਲ ਨਹੀਂ, ਜਿੰਨਾ ਚਿਰ ਵੀ ਲੜਨਾ ਪਿਆ ਲੜਾਂਗੇ। ਬੱਚੇ ਵੀ ਬੋਲਣ ਲੱਗ ਗਏ ਹੁਣ ਤਾਂ, ਛੋਟੇ ਛੋਟੇ ਜੀ, ਵੇਖਿਆ ਜੀ, ਬਿਲਕੁਲ, ਹਾਂਜੀ ਜੀ ਬਿਲਕੁਲ। ਤੇ ਸਾਥੀ ਜੀ ਮੇਰੇ ਖਿਆਲ ਆ ਵੀ ਆਪਣੀ ਗੱਲਬਾਤ ਲਗਭਗ ਸਾਰੀ ਹੋ ਹੀ ਗਈ ਹੈ। ਸੋ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਔਰ ਜਿਹੜੇ ਸਰੋਤੇ ਸੁਣ ਰਹੇ ਨੇ, ਜਿਹੜੇ ਭਾਰਤ ਦੇ ਵਿੱਚ ਬਾਅਦ ਸੁਣਨਗੇ ਇਹ 26-27 ਨੂੰ, ਤੇ ਜਾਂ ਉਸ ਤੋਂ ਬਾਅਦ ਵੀ ਜਿਹੜੇ ਚੱਲਦੇ ਸੰਘਰਸ਼ ਨੇ, ਜਿਹੜੀ ਵੀ ਤੁਹਾਡੀ ਪਸੰਦੀਦਾ ਜਥੇਬੰਦੀਆਂ, ਇਹ ਨਹੀਂ ਅਸੀਂ ਕਹਿ ਰਹੇ ਵੀ ਇਕੱਲੀ ਗੁਰਾਹਾਂ ਹੀ, ਬਾਕੀ ਜਿਹੜੀ ਤੁਹਾਡੀ ਪਸੰਦੀਦਾ ਜਥੇਬੰਦੀ ਹੈ ਉਹਦੀ ਤੁਸੀਂ ਤਨ ਮਨ ਧਨ ਦੇ ਨਾਲ ਉਹ ਤੁਸੀਂ ਉਹਨਾਂ ਨੂੰ ਸਾਥ ਦਿਓ, ਉਹਨਾਂ ਦਾ, ਔਰ ਇਸ ਸੰਘਰਸ਼ ਨੂੰ ਤਿੱਖਾ ਕਰੋ। ਤੋ ਸਾਥੀ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਰੇਡੀਓ ਤੇ ਆਉਣ ਲਈ, ਤੇ ਅਸੀਂ ਆਉਂਦੇ ਸਮੇਂ ਦੇ ਵਿੱਚ ਵੀ ਇਹ ਸੰਘਰਸ਼ਾਂ ਦੇ ਬਾਰੇ 'ਚ ਤੁਹਾਡੇ ਕੋਲੋਂ ਜਾਣਕਾਰੀ ਲੈਂਦੇ ਰਹਾਂਗੇ ਜੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਭਾਰਤੀ ਜੀ, ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜ਼ਿੰਦਾਬਾਦ ਜੀ। ਧੰਨਵਾਦ ਜੀ। ਦੋਸਤੋ, ਇਹ ਸਨ ਸਾਥੀ ਸੁਖਦੇਵ ਸਿੰਘ ਕੋਕਰੀ ਕਲਾਂ, ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜੀ। ਤੋ ਲੋਕਲ ਗੱਲਾਂ ਕਾਫੀ ਸਾਰੀਆਂ ਨੇ ਭਾਰਤੀ ਜੀ, ਮੈਨੂੰ ਕਾਫੀ ਤੇਜ਼ ਸਪੀਡ 'ਚ ਗੱਲ ਕਰਨੀ ਪਏਗੀ ਸਾਰਾ ਕੁਝ ਕਵਰ ਕਰਨ ਲਈ। ਤੋ ਸਭ ਤੋਂ ਪਹਿਲਾਂ ਜਿਹੜੀ ਇੱਕ ਪੋਜ਼ੀਟਿਵ ਖਬਰ ਹੈ ਉਹ ਸਰੋਤਿਆਂ ਨਾਲ ਸ਼ੇਅਰ ਕਰ ਲੈਂਦੇ ਹਾਂ। ਜਦੋਂ ਤੋਂ ਲੋਕਡਾਊਨ ਚੱਲ ਰਿਹਾ ਉਦੋਂ ਤੋਂ ਹੀ ਸਾਡੇ ਜਿੱਥੇ ਜਿੱਥੇ ਵੀ ਪਟੀਸ਼ਨ ਜਾਂ ਕੈਂਪੇਨ ਜਾਂ ਰੈਲੀਜ਼ ਜੋ ਵੀ ਅਸੀਂ ਉਹ ਫਲਾਇਰ ਵੀ ਵੰਡਦੇ ਰਹੇ ਹਾਂ, ਉਹਦੇ ਵਿੱਚ ਸਾਡੇ 5-6 ਪੁਆਇੰਟ ਹਮੇਸ਼ਾ ਇਹ ਹੁੰਦੇ ਸੀ ਜਿਹੜੀਆਂ ਸਾਡੀਆਂ ਮੰਗਾਂ। ਉਹਨਾਂ ਵਿੱਚ ਇੱਕ ਮੰਗ ਇਹ ਵੀ ਹੁੰਦੀ ਸੀ ਕਿ ਜਿਹੜੇ ਟੈਂਪਰਰੀ ਵੀਜ਼ਾ ਮਾਈਗਰੈਂਟਸ ਨੇ, ਜਿਹੜੇ ਬੇਰੁਜ਼ਗਾਰ ਹੋ ਚੁੱਕੇ ਨੇ, ਉਹਨਾਂ ਨੂੰ ਬੈਨੀਫਿਟ ਜਿਹੜੇ ਆ ਪ੍ਰਦਾਨ ਕੀਤੇ ਜਾਣ, ਜਿਸ ਤਰ੍ਹਾਂ ਕਿ ਕੀਵੀ ਵਰਕਰਸ ਨੂੰ ਕੀਤੇ ਜਾਂਦੇ ਆ ਜੀ। ਬਿਲਕੁਲ, ਕਿਉਂਕਿ ਇੱਥੇ ਦਾ ਜਿਹੜਾ ਸੋਸ਼ਲ ਸਿਕਿਉਰਿਟੀ ਐਕਟ ਹੈ ਜਿਹਦੇ ਤਹਿਤ ਉਹ ਸਾਰਿਆਂ ਨੂੰ ਉਹ ਭੱਤੇ ਮਿਲਦੇ ਨੇ, ਉਹਦੇ ਵਿੱਚ ਇੱਕ ਸੈਕਸ਼ਨ ਹੈ, ਸੈਕਸ਼ਨ 64 ਸਾਡੇ ਫਲਾਇਰ ਦੇ ਵਿੱਚ ਇਹ ਮੇਨ ਮੰਗ ਸੀ। ਹਾਂਜੀ ਸੀ, ਬਿਲਕੁਲ ਜੀ। ਔਰ ਹੋਰ ਜਥੇਬੰਦੀਆਂ ਨੇ ਵੀ ਇਹਦੀ ਮੰਗ ਕੀਤੀ। ਸੋ ਇੱਕ ਜੁਆਇੰਟ ਟੀਮ ਐਫਰਟ ਸੀ, ਅਸੀਂ ਇਕੱਲੇ ਨਹੀਂ ਇਹਦਾ ਕ੍ਰੈਡਿਟ ਲੈਣਾ ਚਾਹੁੰਦੇ। ਸੋ ਸਾਰੀ ਯੂਨੀਅਨ ਮੂਵਮੈਂਟ ਕਰੀਬ ਕਰੀਬ ਇਹਦੇ 'ਚ ਸ਼ਾਮਲ ਸੀ। ਤੋ ਸੈਕਸ਼ਨ 64 ਦੇ ਤਹਿਤ ਸਰਕਾਰ ਜਾਂ ਮਿਨਿਸਟਰੀ ਆਫ ਸੋਸ਼ਲ ਡਿਵੈਲਪਮੈਂਟ ਦੇ ਮਿਨਿਸਟਰ ਨੇ, ਕਾਰਮਲ ਸੈਪਿਲੋਨੀ, ਇਸ ਵਕਤ ਕਿਸੇ ਵਕਤ ਵੀ ਉਹਨੂੰ ਲਾਗੂ ਕਰ ਸਕਦੇ ਸੀ ਉਹ। ਤੋ ਉਹ ਪੂਰਾ ਟਾਈਮ ਨਹੀਂ ਲਾਗੂ ਹੋਇਆ, ਬਾਰ-ਬਾਰ ਮੰਗ ਉੱਠਣ ਦੇ ਬਾਵਜੂਦ ਵੀ ਉਹ ਫ੍ਰੀ ਫੂਡ ਗ੍ਰਾਂਟਾਂ ਤੇ ਰੈੱਡ ਕਰਾਸ ਦੇ ਥਰੂ ਥੋੜਾ ਬਹੁਤਾ ਜਿਹੜਾ ਦਿੰਦੇ ਰਹੇ, ਉਹ ਵੀ ਕਈ ਰਿਕੁਆਇਰਮੈਂਟ ਪੂਰੀਆਂ ਕਰਨ ਤੋਂ ਬਾਅਦ। ਪਰ ਬੀਤੇ 2 ਦਿਨਾਂ ਦੀ ਖਬਰ ਹੈ, ਸਰਕਾਰ ਨੇ ਐਲਾਨ ਕੀਤਾ ਕਿ ਜਿਹੜੇ ਟੈਂਪਰਰੀ ਲੋਕ ਇੱਥੇ ਨੇ, ਉਹਦੇ ਵਿੱਚ ਵਿਜ਼ਿਟਰ ਵੀਜ਼ੇ ਵਾਲੇ ਵੀ ਸ਼ਾਮਲ ਨੇ, ਸਿਰਫ ਵਰਕ ਵੀਜ਼ਿਆਂ ਵਾਲੇ ਨਹੀਂ। ਸੋ ਸਟੂਡੈਂਟ ਵੀਜ਼ਾ ਜਾਂ ਵਰਕ ਵੀਜ਼ਾ, ਐਜ਼ ਲੌਂਗ ਐਜ਼ ਤੁਹਾਡਾ ਜਿਹੜਾ ਵੀਜ਼ਾ ਆ ਉਹ ਸਪੋਂਸਰਡ ਨਹੀਂ ਹੈ। ਜਿਸ ਤਰ੍ਹਾਂ ਕਈ ਵਾਰੀ ਵਿਜ਼ਿਟਰ ਅਸੀਂ ਆਉਂਦੇ ਹਾਂ, ਅਗਰ ਸਾਨੂੰ ਕਿਸੇ ਨੇ ਸਪੋਂਸਰਸ਼ਿਪ ਭੇਜੀ ਹੈ ਤਾਂ ਉਹਨਾਂ ਦੀ ਉਹ ਫਿਰ ਰਿਸਪੋਂਸਿਬਿਲਿਟੀ ਕਿ ਉਹ ਸਾਰਾ ਖਰਚ ਚੁੱਕਣ। ਸੋ ਉਸ ਤਰ੍ਹਾਂ ਦੀ ਸਥਿਤੀ ਵਿੱਚ ਇਹ ਜਿਹੜੇ ਬੈਨੀਫਿਟ ਲਾਗੂ ਨਹੀਂ ਹੋਣਗੇ। ਅਗਰ ਤੁਹਾਡੇ ਕੋਲ ਕੋਈ ਕਿਸੇ ਦੀ ਸਪੋਂਸਰਸ਼ਿਪ ਨਹੀਂ ਹੈ, ਤੁਹਾਡੇ ਕੋਲ ਕੋਈ ਆਮਦਨ ਦਾ ਸਾਧਨ ਨਹੀਂ ਹੈ, ਜੌਬ ਨਹੀਂ ਹੈ, ਕੋਈ ਸੇਵਿੰਗ ਨਹੀਂ ਹੈ, ਔਰ ਤੁਸੀਂ ਆਪਣੇ ਦੇਸ਼ ਪਰਤ ਵੀ ਨਹੀਂ ਸਕਦੇ ਇਮੀਡੀਏਟਲੀ, ਤਾਂ 1 ਦਸੰਬਰ ਤੋਂ ਲੈ ਕੇ ਫਰਵਰੀ ਦੇ ਅਖੀਰ ਤੱਕ 3 ਮਹੀਨੇ ਹੀ ਨੇ ਵੈਸੇ ਤਾਂ, ਪਰ ਫਿਰ ਵੀ ਕਾਫੀ ਪੋਜ਼ਿਟਿਵ ਖਬਰ ਹੈ ਕਿ ਤੁਸੀਂ ਕਿਸੇ ਵੀ ਵਰਕ ਐਂਡ ਇਨਕਮ ਦੇ ਆਫਿਸ 'ਚ ਜਾ ਕੇ ਆਪਣੀ ਐਲੀਜੀਬਿਲਿਟੀ ਵਾਸਤੇ ਅਸੈਸਮੈਂਟ ਕਰਵਾ ਸਕਦੇ ਹੋ ਕਿ ਤੁਹਾਨੂੰ ਅਨਐਮਪਲੋਇਮੈਂਟ ਬੈਨੀਫਿਟ ਜਿਹੜਾ ਮਿਲ ਸਕਦਾ ਕਿ ਨਹੀਂ। ਸੋ ਉਹ ਜਿਹੜੀ ਐਲੀਜੀਬਿਲਿਟੀ ਅਸੈਸਮੈਂਟ ਹੈ ਉਹ ਜਿਹੜੇ ਕੀਵੀ ਵਰਕਰ ਨੇ ਉਹਨਾਂ ਦੀ ਵੀ ਉਸੇ ਤਰ੍ਹਾਂ ਹੀ ਹੁੰਦੀ ਹੈ। ਉਹ ਮਹਿਕਮਾ ਜਿਹੜਾ ਸਾਨੂੰ ਇਹ ਵੀ ਪਤਾ ਕਿ ਉਹ ਕਿਸ ਤਰ੍ਹਾਂ ਹਰਾਸ ਕਰਦਾ ਲੋਕਾਂ ਨੂੰ, ਸੋ ਉਹਦੇ 'ਚ ਉਹ ਕਾਫੀ ਇੰਪਰੂਵਮੈਂਟ ਹੋਣ ਵਾਲੀ ਹੈ। ਪਰ ਨੈਵਰਦਲੈਸ ਇਹ ਜਿਹੜਾ ਇੱਕ ਸਾਡੀ ਮੰਗ ਸੀ ਉਹ ਸਰਕਾਰ ਨੇ ਪੂਰੀ ਕੀਤੀ ਹੈ। ਸੋ ਇਹਦੇ ਵਰਕ ਐਂਡ ਇਨਕਮ ਦੀ ਵੈਬਸਾਈਟ 'ਤੇ ਖੁਦ ਵੀ ਸਾਡੇ ਸਰੋਤੇ ਦੇਖ ਸਕਦੇ ਨੇ, ਮੈਂ ਮਾਈਗਰੈਂਟ ਵਰਕਰ ਐਸੋਸੀਏਸ਼ਨ ਦੇ ਪੇਜ ਤੇ ਵੀ ਸ਼ੇਅਰ ਕੀਤਾ। ਸੋ ਸਿੰਗਲ ਵਿਅਕਤੀ ਨੂੰ $250 ਪਰ ਵੀਕ, ਅਗਰ ਤੁਹਾਡਾ ਪਾਰਟਨਰ ਬੱਚੇ ਨੇ $428 ਪਰ ਵੀਕ, ਅਗਰ ਤੁਸੀਂ ਸੋਲੋ ਪੇਰੈਂਟ ਹੋ $375 ਦੇ ਕਰੀਬ ਪਰ ਵੀਕ। ਤੋ ਇਹ ਤੁਸੀਂ ਐਲੀਜੀਬਲ ਹੋ ਸਕਦੇ ਹੋ ਡਿਪੈਂਡਿੰਗ ਔਨ ਤੁਹਾਡੇ ਸਰਕਮਸਟੈਂਸਸ ਕੀ ਨੇ। ਇਹਦੇ ਵਿੱਚ ਸਿਰਫ ਇਹ
ਆਲਮੋਸਟ ਕਿਵੀ ਵਰਕਰਸ ਦੇ ਬਰਾਬਰ ਆ ਬਟ ਨਾਟ ਕੁਆਇਟ। ਜਿਹੜੀ ਥੋੜੀ ਜੀ ਕਮੀ ਹੈ ਉਹ ਇਹ ਹੈ ਕਿ ਅਗਰ ਤੁਸੀਂ ਖੁਦ ਸੋਚੋ ਸਿੰਗਲ ਵਿਅਕਤੀ ਹੈ $250 ਅਗਰ ਬੇਰੁਜ਼ਗਾਰੀ ਭੱਤਾ ਮਿਲਿਆ, ਆਕਲੈਂਡ ਵਰਗੇ ਸ਼ਹਿਰ 'ਚ $200 ਤਾਂ ਆਰਾਮ ਨਾਲ ਤੁਸੀਂ ਕਿਰਾਏ ਦਾ ਹੀ ਕੱਢ ਲਓ। ਪਿੱਛੇ ਬਚ ਕੇ $50 ਉਹਦੇ ਵਿੱਚ ਗੁਜ਼ਾਰਾ ਤੁਸੀਂ ਕਿਸ ਤਰ੍ਹਾਂ ਕਰਨਾ ਹੈ। ਸੋ ਜਨਰਲੀ ਕੀ ਹੁੰਦਾ ਹੈ, ਜਿਹੜੇ ਅਨਇੰਪਲੋਇਡ ਲੋਕ ਨੇ ਉਹ ਐਮਰਜੈਂਸੀ ਅਕੋਮੋਡੇਸ਼ਨ ਸਪਲੀਮੈਂਟ ਲੈ ਸਕਦੇ ਹੁੰਦੇ ਨੇ, ਫੂਡ ਗ੍ਰਾਂਟਸ ਵੀ ਲੈ ਸਕਦੇ ਹੁੰਦੇ ਨੇ। ਪਰ ਇਹ ਸਰਕਾਰ ਨੇ ਸਪੈਸੀਫਿਕਲੀ ਕਿਹਾ ਕਿ ਜਿਹੜੇ ਮਾਈਗ੍ਰੈਂਟਸ ਨੇ 1 ਦਸੰਬਰ ਤੋਂ ਐਂਡ ਆਫ ਫੈਬਰੀ ਤੱਕ ਉਹ ਜਿਹੜੇ ਐਡੀਸ਼ਨਲ ਸਪਲੀਮੈਂਟਸ ਨੇ ਉਹਦੇ ਵਾਸਤੇ ਕੁਆਲੀਫਾਈ ਨਹੀਂ ਕਰ ਸਕਣਗੇ। ਸੋ ਫਿਰ ਵੀ ਕਾਫੀ ਚੰਗੀ ਖਬਰ ਹੈ। ਪਰ ਸਾਡੇ ਜਿਹੜੇ ਐਕਟਿਵਿਸਟਸ ਨੇ ਇਸ ਏਰੀਆ 'ਚ ਕੰਮ ਕਰਦੇ ਨੇ, ਖਾਸ ਕਰਕੇ AAAP ਜਿਹੜੇ ਆਕਲੈਂਡ ਐਕਸ਼ਨ ਅਗੇਂਸਟ ਪਾਵਰਟੀ, ਉਹ ਇਹਦੇ ਤੇ ਕੰਮ ਕਰ ਰਹੇ ਨੇ। ਔਰ ਗ੍ਰੀਨ ਪਾਰਟੀ ਵਾਲੇ ਵੀ ਇਹ ਆਵਾਜ਼ ਆਲਰੇਡੀ ਉਠਾ ਚੁੱਕੇ ਨੇ। ਕੱਲ ਤੋਂ ਹੀ ਖਬਰਾਂ 'ਚ ਸ਼ੁਰੂ ਹੋ ਗਿਆ ਕਿ ਇਹ ਬਰਾਬਰਤਾ ਪੂਰੀ ਤਰ੍ਹਾਂ ਲੈ ਕੇ ਆਂਦੀ ਜਾਵੇ, ਕਿ ਉਹ ਜਿਹੜੇ ਐਡੀਸ਼ਨਲ ਸਪਲੀਮੈਂਟਸ ਨੇ ਉਹ ਸਿਰਫ 3 ਮਹੀਨਿਆਂ ਵਾਸਤੇ ਹੀ ਦੇਣੇ ਨੇ। ਤੁਸੀਂ ਕਿਹੜਾ ਇਹ ਲਾਈਫ ਲੌਂਗ ਕਰਨਾ, ਤਾਂ ਉਹ ਮਾਈਗ੍ਰੈਂਟਸ ਨੇ ਜਿਹੜੇ ਉਹਨਾਂ ਨੂੰ ਉਹ ਵੀ ਪ੍ਰੋਵਾਈਡ ਕੀਤਾ ਜਾਵੇ। ਤਾਂ ਆਸ ਹੈ ਕਿ ਥੋੜੀ ਹੋਰ ਮੂਵਮੈਂਟ ਇੱਥੇ ਹੋਏਗੀ। ਵੈਸੇ ਜੀ ਇਹਨਾਂ ਨੇ ਸ਼ੁਰੂ ਤੋਂ ਹੀ ਵੀਜ਼ਾ ਅਟੈਚ ਨਾ ਕੀਤਾ ਹੁੰਦਾ, ਹਾਂ ਇੱਥੇ ਤੱਕ ਸਥਿਤੀ ਪਹੁੰਚਣੀ ਨਹੀਂ ਸੀ। ਹਜੇ ਤੱਕ ਵੀ ਇਹਦੇ ਨਾਲ ਦੀ ਨਾਲ ਇਹ ਜੇ ਵੀਜ਼ਾ ਅਟੈਚ ਉਹ ਕਰਨਾ ਛੱਡਤਾ ਜਾਵੇ EMPLOYER ਦੇ ਨਾਲ, ਸ਼ਾਇਦ ਅਗਲੇ ਸਾਲ 'ਚ ਉਹ ਵੀ ਕੋਈ ਮੂਵਮੈਂਟ ਤੁਰ ਪਵੇ। ਕਿਉਂਕਿ ਹੁਣ ਤੱਕ ਜਿਹੜੇ ਲਾਇਰਸ ਨੇ, ਸੀਨੀਅਰ ਲਾਇਰਸ ਖਾਸ ਕਰਕੇ ਜਿਹੜੇ ਐਕਟਿਵਿਸਟ ਲਾਇਰਸ ਨੇ, ਉਹਨਾਂ ਨੇ ਵੀ ਇਸ ਚੀਜ਼ ਤੇ ਕਾਫੀ ਆਵਾਜ਼ ਉਠਾਈ ਹੈ। ਮੈਂ ਸਪੈਸੀਫਿਕਲੀ ਸੂ ਮਰੋਨੀ ਦੀ ਗੱਲ ਕਰ ਰਹੀ ਹਾਂ। ਉਹ ਕਿਸੇ ਸਮੇਂ ਤੇ ਲੇਬਰ ਪਾਰਟੀ ਦੇ MP ਵੀ ਰਹੇ ਨੇ ਪਰ ਹੁਣ ਨਹੀਂ ਨੇ। ਸੋ ਉਹਨਾਂ ਨੇ ਵੀ ਇਹਦੇ 'ਚ ਕਾਫੀ ਕੰਮ ਕੀਤਾ। ਤਾਂ ਉਹ ਸਾਡਾ ਇੱਕ ਗਰੁੱਪ ਵੀ ਬਣਿਆ ਸੀਗਾ ਜਿਹਦੇ ਵਿੱਚ ਅਸੀਂ ਇੱਕ ਦੂਸਰੇ ਨਾਲ ਗੱਲਬਾਤ ਸ਼ੇਅਰ ਕਰਦੇ ਸੀ ਕਿ ਕਿਸ ਤਰ੍ਹਾਂ ਦੇ ਐਕਸ਼ਨ। ਤਾਂ ਉਸ ਰੂਟ ਦੇ ਤਹਿਤ OIA ਤੋਂ ਜਿਹੜੇ ਉਹਨਾਂ ਨੇ ਡਾਕੂਮੈਂਟਸ ਜਨਤਕ ਕਰਵਾਏ ਕਿ ਇਹ ਲਾਕਡਾਊਨ ਦੇ ਦੌਰਾਨ ਸਰਕਾਰ ਨੇ ਜਿਹੜਾ ਇਹ ਫੈਸਲਾ ਲਿਆ ਕਿ ਸੈਕਸ਼ਨ 64 ਜਿਹੜਾ ਉਹ ਲਾਗੂ ਨਹੀਂ ਕਰਨਾ, ਉਹਦੇ ਬਾਰੇ ਕੀ ਚਰਚਾ ਚੱਲੀ ਕੈਬਨਿਟ ਦੇ ਵਿੱਚ। ਸੋ ਉਹ ਡਾਕੂਮੈਂਟਸ ਜਿਹੜੇ OIA ਤੋਂ ਜਾਂ RTI ਜਿਹਨੂੰ ਇੰਗਲਿਸ਼ ਕੇ ਰਿਲੀਜ਼ ਕਰਵਾਏ ਗਏ। ਔਰ ਉਹਦੇ ਵਿੱਚ ਹਰ ਦੂਸਰੀ ਈਮੇਲ 'ਚ ਨਿਊਜ਼ੀਲੈਂਡ ਫਸਟ ਲਿਖਿਆ ਦੇਖਣ ਨੂੰ ਮਿਲਦਾ ਕਿ ਇਸ ਚੀਜ਼ 'ਚ obstruction ਅੜਿੱਕਾ ਨਿਊਜ਼ੀਲੈਂਡ ਫਸਟ ਸੀ। ਸੋ ਇਹ ਇੱਕ ਆਪਾਂ ਕਹਿ ਸਕਦੇ ਹਾਂ ਕਿ ਸ਼ਾਇਦ ਬਾਕੀ ਆਉਣ ਵਾਲੀਆਂ ਚੀਜ਼ਾਂ ਲਈ ਵੀ ਅਸੀਂ ਆਸ ਹੀ ਕਰ ਸਕਦੇ ਹਾਂ ਕਿ ਨਿਊਜ਼ੀਲੈਂਡ ਫਸਟ ਹੁਣ ਨਹੀਂ ਹੈ ਸਰਕਾਰ 'ਚ ਅਗਲੇ 3 ਸਾਲਾਂ ਲਈ। ਸ਼ਾਇਦ ਇਹ ਸਰਕਾਰ ਮਾਈਗ੍ਰੈਂਟਸ ਬਾਰੇ ਥੋੜਾ ਹੋਰ ਪੋਜ਼ਿਟਿਵਲੀ ਸੋਚੇ। ਪਰ ਲੈਟਸ ਸੀ, ਸਾਨੂੰ ਆਸ ਆ ਇਸ ਵਕਤ, ਪਰ ਉਹ ਆਸ ਨੂੰ ਬੂਰ ਪੈਂਦਾ ਕਿ ਨਹੀਂ ਉਹ ਸਮਾਂ ਹੀ ਦੱਸੇਗਾ। ਤਾਂ ਇਹ ਇੱਕ ਕਾਫੀ ਸਾਡੇ ਵਾਸਤੇ ਛੋਟੀ ਜਿਹੀ ਜਿੱਤ ਕਹਿ ਸਕਦੇ ਹਾਂ ਅਸੀਂ ਇਹਨੂੰ, ਆਰਜ਼ੀ ਤੌਰ ਤੇ ਛੋਟੀ ਜਿਹੀ ਜਿੱਤ ਹੈ। ਔਰ ਬਾਕੀ ਜਥੇਬੰਦੀਆਂ ਲਈ ਵੀ ਜਿਨ੍ਹਾਂ ਨੇ ਇਹਦੇ ਲਈ ਕਾਫੀ ਜਦੋਜਹਿਦ ਕੀਤੀ ਹੈ ਪਿਛਲੇ 8-9 ਮਹੀਨਿਆਂ ਤੋਂ। ਹੋਰ ਲੋਕਲ ਇਸ ਵਕਤ ਜੋ ਚੱਲ ਰਿਹਾ, ਸਾਡੀ ਜਿਹੜੀ ਕੈਂਪੇਨ ਹੈ ਬੀ ਕਾਈਂਡ ਟੂ ਮਾਈਗ੍ਰੈਂਟ ਵਰਕਰਸ ਪਾਥਵੇਜ਼ ਟੂ ਰੈਜ਼ੀਡੈਂਸੀ, ਉਹਦੇ ਤਹਿਤ ਅਸੀਂ ਬੀਤੇ ਸ਼ਨੀਚਰਵਾਰ ਇੱਥੇ ਗ੍ਰੇਲਿਨ ਪਾਰਕ ਫੈਸਟੀਵਲ ਹੋਇਆ। ਉਹ ਮੈਨੂੰ ਪਤਾ ਨਹੀਂ ਸੀ, ਪਿਛਲੇ 10 ਸਾਲਾਂ ਤੋਂ ਹਰ ਸਾਲ ਉਹ ਫੈਸਟੀਵਲ ਹੁੰਦਾ ਔਰ ਉਹ ਕਾਫੀ ਵੱਡਾ ਫੈਸਟੀਵਲ ਸੀ। ਉਹ ਪਾਰਕ ਇਨ ਇਟਸੈਲਫ ਹੀ ਕਾਫੀ ਵੱਡੀ ਹੈ। ਤਾਂ ਉਹਦੇ ਵਿੱਚ ਅਸੀਂ ਆਪਣਾ ਪਟੀਸ਼ਨ ਲੈ ਕੇ ਗਏ, ਜਿਸ ਤਰ੍ਹਾਂ ਅਸੀਂ ਸੈਂਡਰਿੰਗਮ ਸਟਰੀਟ ਫੈਸਟੀਵਲ ਗਏ ਸੀ। ਤਾਂ ਇੱਕ ਵਾਰੀ ਫੇਰ ਬਹੁਤ ਸਮਰਥਨ ਮਿਲਿਆ। ਇੱਕ ਵੀ ਵਿਅਕਤੀ ਇਹੋ ਜਿਹਾ ਨਹੀਂ ਮਿਲਿਆ ਜਿਹਦੇ ਨਾਲ ਅਸੀਂ ਗੱਲਬਾਤ ਕੀਤੀ ਤੇ ਉਹਨੇ ਕੋਈ ਵਿਰੋਧ ਕੀਤਾ ਹੋਵੇ ਜਾਂ ਪਟੀਸ਼ਨ ਸਾਈਨ ਨਾ ਕੀਤਾ ਹੋਵੇ। ਸੋ ਜਿਹੜੀ ਵਾਈਡਰ ਪਬਲਿਕ ਆ, ਵਾਈਡਰ ਕਮਿਊਨਿਟੀ ਹੈ, ਉਹਦੇ ਵੱਲੋਂ ਇਸ ਚੀਜ਼ ਦਾ ਕੋਈ ਵਿਰੋਧ ਨਹੀਂ ਹੋ ਰਿਹਾ ਕਿ ਜਿਹੜੇ ਆਲਰੇਡੀ ਇੱਥੇ ਨੇ ਜਾਂ ਆਫਸ਼ੋਰ ਸਟਰੱਕ ਵਾਲਿਆਂ ਨੂੰ ਵੀ ਅਸੀਂ ਇੱਥੇ ਹੀ ਕਹਿੰਦੇ ਹਾਂ ਕਿਉਂਕਿ ਉਹ ਇੱਥੋਂ ਹੀ ਗਏ ਨੇ, ਉਹਨਾਂ ਨੂੰ ਜਿਹੜੀ ਹੈ ਰੈਜ਼ੀਡੈਂਸ ਦੇ ਦਿੱਤੀ ਜਾਵੇ। ਕੋਈ ਕਿਸੇ ਕਿਸਮ ਦਾ ਵਿਰੋਧ ਨਜ਼ਰ ਨਹੀਂ ਆ ਰਿਹਾ ਸਾਨੂੰ। ਕੋਈ ਸਿੰਗਲ ਬੰਦਾ ਨਹੀਂ। ਔਰ ਅਸੀਂ ਇਹ ਫੈਸਲਾ ਕੀਤਾ ਕਿ ਅਗਲੇ ਜਿਹੜੀ ਇਹ ਕਾਰਵਾਈ ਅਸੀਂ ਕਰਨੀ ਹੈ ਉਹਦੇ ਵਿੱਚ ਜਿਹੜੀ ਲੋਕਾਂ ਦੀ ਸਾਡੇ ਨਾਲ ਹੀ ਗੱਲਬਾਤ ਆ ਉਹ ਵੀ ਤੁਹਾਨੂੰ ਰਿਕਾਰਡ ਕਰਾਂਗੇ ਔਰ ਤੁਸੀਂ ਉਹਨਾਂ ਦੀਆਂ ਗੱਲਾਂ ਸੁਣਿਓ ਔਰ ਕਿੰਨੇ ਪੈਸ਼ਨੇਟ ਹੋ ਕੇ ਉਹ ਸਾਈਨ ਕਰ ਰਹੇ ਨੇ ਔਰ ਉਹ ਦੱਸ ਰਹੇ ਨੇ ਵੀ ਮੇਰੇ ਨਾਲ ਕੰਮ ਕਰਦੀ ਆ ਉਹਦਾ ਵੀਜ਼ਾ ਨਹੀਂ। ਹਾਂ, ਮਤਲਬ ਮਾਈਗ੍ਰੈਂਟਸ ਜਿਹੜੇ ਲੋਕਾਂ ਦੇ ਪਰਸਨਲ ਸੰਬੰਧ ਨੇ, ਉਹਨਾਂ ਦੇ ਸਰਕਲਸ ਨੇ ਮਾਈਗ੍ਰੈਂਟ ਵਰਕਰਸ, ਦੋਸਤ ਨੇ, ਦਰਦ ਉਹਨਾਂ ਦਾ ਸਮਝ ਰਹੇ ਨੇ। ਬਿਲਕੁਲ। ਔਰ ਇਸ ਫੈਸਟੀਵਲ 'ਚ ਇਹ ਸਾਨੂੰ ਕਦੀ ਅਨਾਉਂਸ ਵੈਸੇ ਕੀਤਾ ਨਹੀਂ ਜਾਂਦਾ। ਸੋ ਇਸ ਫੈਸਟੀਵਲ 'ਚ ਲੇਬਰ ਪਾਰਟੀ ਦਾ ਵੀ ਇੱਕ ਸਟਾਲ ਸੀਗਾ, ਗ੍ਰੀਨ ਪਾਰਟੀ ਦਾ ਵੀ ਸੀਗਾ। ਉਹ ਬਿਲਕੁਲ ਸਾਡੇ ਨਾਲ, ਉਹਨਾਂ ਨੂੰ ਤੇ ਉਹ ਜਿਹੜੀਆਂ ਚੀਜ਼ਾਂ ਦੀ ਅਸੀਂ ਮੰਗ ਕਰਦੇ ਹਾਂ ਉਹ ਉਹਨਾਂ ਤੇ ਆਵਾਜ਼ ਆਲਰੇਡੀ ਉਠਾਉਂਦੇ ਨੇ। ਸੋ ਗ੍ਰੀਨ ਪਾਰਟੀ ਨਾਲ ਤਾਂ ਖੈਰ ਕੋਈ ਸਾਡਾ ਇਹੋ ਜਿਹਾ ਨਹੀਂ ਹੈ, ਉਹ ਸਾਡੇ ਸਮਰਥਨ ਤੇ ਨੇ। ਲੇਬਰ ਪਾਰਟੀ ਦਾ ਵੀ ਉੱਥੇ ਸਟਾਲ ਸੀ। ਸੋ ਸਾਨੂੰ
ਉੱਡਦੀ ਕਿਤੋਂ ਖਬਰ ਆਈ ਕਿ ਪ੍ਰਧਾਨ ਮੰਤਰੀ ਇਸ ਵਕਤ ਇਸ ਫੈਸਟੀਵਲ 'ਚ ਮੌਜੂਦ ਹੈ। ਤੋ ਅਸੀਂ ਫਿਰ ਉਹ ਤੁਰ ਪਏ ਲੱਭਣ ਵਾਸਤੇ। ਤੋ ਹਾਂ ਉਹ ਗੱਲ ਸੱਚੀ ਸੀਗੀ ਕਿ ਜਸਿੰਡਾ ਆਰਡਨ ਮੌਜੂਦ ਸੀ ਉੱਥੇ ਆਪਣੇ ਉਸ ਸਟਾਲ 'ਚ। ਸਿਪਾਹੀਆਂ ਨੇ ਤੁਹਾਨੂੰ ਧੱਕਾ ਨਹੀਂ ਮਾਰੇ ਜੀ ਜਦੋਂ ਪਿਛਲੀ ਵਾਰੀ? ਹਾਂ ਉਹ 2 ਸਾਲ ਪਹਿਲਾਂ ਸੈਂਡਰਿੰਗਮ ਸਟਰੀਟ ਫੈਸਟੀਵਲ 'ਚ ਹਾਂ ਉਹਨਾਂ ਨੇ ਮੈਨ ਹੈਂਡਲ ਕੀਤਾ। ਉਹ ਮੈਨੂੰ ਜਿਹੜੇ ਉਹਨਾਂ ਦੇ ਆਪਣੇ ਗਾਰਡ ਸੀਗੇ ਔਰ ਪਲੇਨ ਕਲੋਥਸ ਪੁਲਿਸ ਸੀਗੇ ਜਿਹੜੇ ਉਹਨਾਂ ਨੇ ਬੁਰੇ ਤਰੀਕੇ ਨਾਲ ਸਾਡੇ ਨਾਲ ਪੇਸ਼ ਆਏ। ਤੋ ਇਸ ਵਾਰੀ ਹਾਂ ਇਸ ਤਰ੍ਹਾਂ ਉਹਨਾਂ ਦੀ ਸਿਕਿਉਰਿਟੀ ਫਿਰ ਵੀ ਸੀ ਉੱਥੇ। ਤੋ ਕਾਫੀ ਲੰਬੀ ਲਾਈਨ ਸੀ, ਲੋਕ ਬੜੇ ਆਰਾਮ ਨਾਲ ਲਾਈਨ 'ਚ ਲੱਗੇ, ਅਸੀਂ ਵੀ ਲਾਈਨ 'ਚ ਲੱਗ ਗਏ। ਮੈਂ ਔਰ ਮੇਰੇ ਨਾਲ ਮੇਰੇ 2 ਹੋਰ 4 ਟੀਮ ਮੈਂਬਰ ਸੀਗੇ, ਸਾਰੇ ਮਾਈਗ੍ਰੈਂਟਸ। ਤੋ ਅਸੀਂ ਆਪਣੀ ਟਰਨ ਵੇਟ ਕੀਤੀ। ਜਦੋਂ ਅਸੀਂ ਤੀਜੇ ਚੌਥੇ ਨੰਬਰ ਤੇ ਪਹੁੰਚ ਗਏ ਤਾਂ ਇੱਕਦਮ ਹੀ 2 ਵਿਅਕਤੀ ਇੱਧਰ 2 ਇੱਧਰ, ਮੇਰੇ ਹੱਥ ਵਿੱਚ ਸਿਰਫ ਇੱਕ ਬਾਕੀ ਹੋਰ ਕਿਸੇ ਨਾਲ ਨਹੀਂ ਸੀ? ਨਹੀਂ ਮੈਂ ਨੋਟ ਨਹੀਂ ਕੀਤਾ ਹੋਰ ਕਿਸੇ ਨਾਲ। ਮੇਰੇ ਤੋਂ ਅੱਗੇ ਜਿੰਨੇ ਸੀਗੇ ਕਿਸੇ ਨਾਲ ਨਹੀਂ, ਪਿੱਛੇ ਮੇਰੇ ਤੋਂ ਕਿਸੇ ਨਾਲ ਹੋਇਆ ਹੋਵੇ ਤੇ ਆਈ ਕਾਂਟ ਸੇ। ਮੇਰੇ ਤੋਂ ਅੱਗੇ ਜਿਹੜੇ 27-28 ਲੋਕ ਸਨ ਉਹਨਾਂ ਨਾਲ ਕਿਸੇ ਨਾਲ ਇਸ ਤਰ੍ਹਾਂ ਨਹੀਂ ਹੋਇਆ। ਤੋ ਮੇਰੇ ਕੋਲ ਕਲਿੱਪ ਬੋਰਡ ਸੀਗਾ ਜਿਹਦੇ ਤੇ ਲੋਕ ਪਟੀਸ਼ਨ ਸਾਈਨ ਕਰਦੇ ਨੇ। ਉਹ ਮੈਂ ਉਹਨਾਂ ਕੋਲੋਂ ਪਟੀਸ਼ਨ ਸਾਈਨ ਨਹੀਂ ਸੀ ਕਰਵਾਉਣ ਗਈ। ਉਹ ਅਸੀਂ ਬਹੁਤ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਜਿਹੜਾ ਕੋਈ ਇਹੋ ਜਿਹੀ ਪੋਜੀਸ਼ਨ ਤੇ ਹੈ ਉਹ ਜਲਦੀ ਕਿਤੇ ਏਦਾਂ ਨਹੀਂ ਕਰੇਗਾ। ਮੇਰਾ ਕਲਿੱਪ ਬੋਰਡ ਦੇ ਉੱਪਰ ਮੇਰੇ ਜਿੰਨੇ ਉਹ ਕਾਗਜ਼ ਪੱਤਰ ਸੀਗੇ ਜਿਹੜੇ ਮੈਂ ਉਹਨਾਂ ਨੂੰ ਹੈਂਡ ਕਰਨੇ ਸੀਗੇ ਉਹ ਮੈਂ ਉੱਪਰ ਰੱਖੇ ਹੋਏ ਸੀਗੇ ਤਾਂ ਕਿ ਮੈਂ ਉਹਨਾਂ ਨੂੰ ਸਾਂਭਦੀ ਨਾ ਫਿਰਾਂ ਕਿ ਡਿੱਗਦੇ ਨਾ ਫਿਰਨ। ਤੋ ਹਾਂਜੀ ਉਹ ਵਾਰੀ ਆਉਣ ਤੋਂ ਪਹਿਲਾਂ ਚੰਗੀ ਇੰਟਰੋਗੇਸ਼ਨ ਹੀ, ਮਾਈਲਡ ਜੀ ਇੰਟਰੋਗੇਸ਼ਨ ਕਹਿ ਸਕਦੇ ਹਾਂ, ਹੋਈ ਸਾਡੀ। ਤੋ ਅਸੀਂ ਬਾਰ-ਬਾਰ ਉਹਨਾਂ ਨੂੰ ਇਹੋ ਕਿਹਾ ਕਿ ਅਸੀਂ ਆਪਣੇ ਪ੍ਰਧਾਨ ਮੰਤਰੀ ਨਾਲ ਇੱਕ ਵਾਰਤਾਲਾਪ ਕਰਨ ਆਏ ਹਾਂ, ਗੱਲਬਾਤ ਕਰਨ ਆਏ ਹਾਂ। ਤੋ ਖੈਰ ਉਹ ਮੈਨੂੰ ਇਹ ਵੀ ਕਿਹਾ ਗਿਆ ਕਿ ਉਹਨਾਂ ਨੇ ਤੁਹਾਡਾ ਪਟੀਸ਼ਨ ਨਹੀਂ ਸਾਈਨ ਕਰਨਾ। ਮੈਂ ਕਿਹਾ ਹਾਂ ਸਾਨੂੰ ਪਤਾ ਹੈ, ਅਸੀਂ ਕੋਈ ਪ੍ਰੈਸ਼ਰ ਵੀ ਨਹੀਂ ਪਾਉਣਾ ਹੈ ਕਿ ਸਾਡਾ ਪਟੀਸ਼ਨ ਸਾਈਨ ਕਰਨ, ਅਸੀਂ ਸਿਰਫ ਆਪਣੀ ਗੱਲ ਰੱਖਣ ਆਏ ਹਾਂ ਆਪਣੇ ਪ੍ਰਧਾਨ ਮੰਤਰੀ ਕੋਲ। ਸੋ ਐਨੀਵੇ ਉਹਨਾਂ ਨੇ ਫਿਰ ਮੈਨੂੰ ਕਿਹਾ ਕਿ 2 ਮਿੰਟ ਤੋਂ ਜ਼ਿਆਦਾ ਲੰਬੀ ਤੁਹਾਡੀ ਗੱਲ ਨਹੀਂ ਹੋਣੀ ਚਾਹੀਦੀ। ਤੋ ਉਹ ਤੁਸੀਂ ਪ੍ਰੈਸ਼ਰ ਸਮਝ ਸਕਦੇ ਹੋ ਕਿ ਕਿਹੋ ਜਿਹਾ। ਇੱਕ ਤਾਂ ਪਹਿਲਾਂ ਇਹ ਸਾਰਾ ਕੁਝ ਪਲੈਨਡ ਨਹੀਂ ਹੈ, ਸਾਨੂੰ ਪਤਾ ਨਹੀਂ ਉਹਨਾਂ ਨੇ ਆਉਣਾ, ਸੋ ਖੜੇ ਪੈਰੀ ਹੈ। ਦੂਸਰਾ ਉਹ ਜਿਹੜਾ 5-7 ਮਿੰਟ ਹਰਾਸ ਕੀਤਾ ਗਿਆ ਉਹ ਵੀ ਤੁਸੀਂ ਹਾਫ ਪਾਵ ਤੁਹਾਨੂੰ ਕਾਊਂਟ ਕਰਨਾ ਪਊਗਾ। ਉਸ ਤੋਂ ਬਾਅਦ ਟਾਈਮ ਦਾ ਪ੍ਰੈਸ਼ਰ ਹੈ ਕਿ 2 ਮਿੰਟ ਨੇ ਔਰ ਹਰ ਇੱਕ ਦੀ ਗੱਲ ਕਰਨੀ ਹੈ। ਔਰ ਅਗਰ ਜਿੰਨੀਆਂ ਅਲੱਗ-ਅਲੱਗ ਵੀਜ਼ਾ ਕੈਟੇਗਰੀਆਂ ਨੇ, ਅਗਰ ਉਹ ਹੀ ਤੁਸੀਂ ਫਾਸਟ ਬੋਲਣੀਆਂ ਹੁਣ ਤੁਹਾਨੂੰ 5 ਮਿੰਟ ਤੋਂ ਵੱਧ ਲੱਗ ਜਾਣਗੇ। ਸੋ ਇਹ ਸਾਰੀਆਂ ਗੱਲਾਂ ਕੰਸੀਡਰ ਕਰਕੇ ਤੋ ਅਸੀਂ ਬਕਾਇਦਾ ਗੱਲ ਉਹ ਵੀਡੀਓ ਵੀ ਸਾਡੇ ਸਾਥੀਆਂ ਨੇ ਬਣਾਈ ਔਰ ਸਾਡੇ ਫੇਸਬੁੱਕ ਪੇਜ ਤੇ ਔਰ ਕਾਫੀ ਵਾਇਰਲ ਹੋ ਰਹੀ ਹੈ। ਤੋ ਉਹਦੇ ਵਿੱਚ ਮੈਂ ਬਿਲਕੁਲ ਬਰੀਫਲੀ ਕਿ ਅਸੀਂ ਕੀ ਕਰ ਰਹੇ ਹਾਂ, ਕਿਹੜੀਆਂ ਜਥੇਬੰਦੀਆਂ ਨੇ ਔਰ ਅਸੀਂ ਕੀ ਮੰਗ ਕਰ ਰਹੇ ਹਾਂ। ਔਰ ਬਕਾਇਦਾ ਆਫਸ਼ੋਰ ਵਾਲੇ ਸਭ ਤੋਂ ਪਹਿਲਾਂ ਉਹਨਾਂ ਨੂੰ ਸ਼ਿਕਾਇਤ ਹੁੰਦੀ ਹੈ ਕਿ ਅਸੀਂ ਉਹਨਾਂ ਨੂੰ ਕੰਸੀਡਰ ਨਹੀਂ ਕਰਦੇ, ਗੱਲ ਨਹੀਂ ਕਰਦੇ। ਬਕਾਇਦਾ ਕਿਹਾ ਗਿਆ ਕਿ ਜਿਹੜੇ ਆਫਸ਼ੋਰ ਸਟਕ ਨੇ ਉਹਨਾਂ ਨੂੰ ਵੀ ਰਿਲੀਫ ਦੀ ਜ਼ਰੂਰਤ ਹੈ। ਤੋ ਪ੍ਰਧਾਨ ਮੰਤਰੀ ਨੇ ਹਾਂ ਇੰਗੇਜਿੰਗ ਤਰੀਕੇ ਨਾਲ ਹੀ ਗੱਲ ਸੁਣੀ, ਬਕਾਇਦਾ ਕਾਗਜ਼ ਦੇਖਿਆ ਕਿ ਕੀ ਹੈ ਔਰ ਕੀ ਕੁਝ ਹੈ। ਇਹ ਉਹਨਾਂ ਨੇ ਮੈਨੂੰ ਪੁੱਛਿਆ ਕਿ ਮੈਂ ਰੱਖ ਸਕਦੀ ਹਾਂ। ਆਫ ਕੋਰਸ ਤੁਹਾਨੂੰ ਰੱਖਣ ਵਾਸਤੇ ਹੀ ਦੇ ਰਹੇ ਹਾਂ ਅਸੀਂ ਇਹ ਕਾਗਜ਼। ਤੋ ਉਹਨਾਂ ਨੇ ਹਾਂ ਇਹ ਵੀ ਕਿਹਾ ਕਿ ਅਸੀਂ ਮਾਈਂਡਫੁਲ ਹਾਂ ਕਿ ਕੀ ਕੁਛ ਚੱਲ ਰਿਹਾ ਔਰ ਐਕਸਪਲੋਇਟੇਸ਼ਨ ਨੂੰ ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਪਤਾ ਆ ਕਿ ਲੇਬਰ ਇੰਸਪੈਕਟਰਸ ਵੱਧ ਚਾਹੀਦੇ ਨੇ, ਸੀਰੀਅਸ ਹਾਂ ਅਸੀਂ। ਤੋ ਜਿਹੜੇ ਮੇਰੇ ਖਿਆਲ ਕਾਫੀ ਸਾਰੇ ਲੋਕ ਇਸ ਤਰ੍ਹਾਂ ਦਾ ਦੇਖ ਕੇ ਥੋੜੇ ਐਕਸਾਈਟ ਹੋ ਕੇ ਸੋਚਦੇ ਨੇ ਕਿ ਜਵਾਬ ਕੀ ਆਇਆ। ਜਿਹੜੇ ਪ੍ਰਧਾਨ ਮੰਤਰੀ ਜਾਂ ਜਿਹੜੇ ਲੀਡਰਸ ਹੁੰਦੇ ਨੇ ਔਨ ਦਾ ਸਪੌਟ ਤੇ ਤੁਹਾਨੂੰ ਜਵਾਬ ਦੇਣਗੇ ਨਹੀਂ। ਤੋ ਇਹਦੇ ਚੋਂ ਇਹ ਨਿਕਲ ਸਕਦਾ ਕਿ ਅਸੀਂ ਹੁਣ ਥੋੜਾ ਫੋਲੋ ਅਪ ਕਰ ਸਕਦੇ ਹਾਂ, ਇਹਨੂੰ ਗੱਲ ਨੂੰ ਅੱਗੇ ਲਿਜਾ ਸਕਦੇ ਹਾਂ ਔਰ ਬਕਾਇਦਾ ਉਹਨਾਂ ਦੇ ਨੋਟਿਸ ਵਿੱਚ ਆ ਗਈ ਹੈ ਇਹ ਗੱਲ। ਬਿਲਕੁਲ ਇਹਦਾ ਮਤਲਬ ਇਹ ਹੈ ਕਿ ਅਸੀਂ ਲੋਕਾਂ ਦੀ ਰਾਏ ਕਾਇਮ ਕਰ ਰਹੇ ਹਾਂ ਕਿ ਪ੍ਰਵਾਸੀ ਕਾਮੇ ਕਿਹੜੇ ਤਰਾਸਦੀ ਦੇ ਵਿੱਚ ਗੁਜ਼ਰ ਰਹੇ ਨੇ ਔਰ ਜੇ ਸਰਕਾਰ ਕੱਲ ਇਹਨਾਂ ਦੇ ਹੱਕ ਦੇ ਵਿੱਚ ਬਿੱਲ ਪਾਸ ਕਰਦੀ ਹੈ ਤੇ ਲੋਕਾਂ ਵੱਲੋਂ ਜਿਹੜੇ ਇੱਥੇ ਦੇ ਸਿਟੀਜ਼ਨ ਨੇ ਉਹਨਾਂ ਵੱਲੋਂ ਵਿਰੋਧ ਨਾ ਹੋਵੇ। ਹਾਂ ਬਿਲਕੁਲ, ਕੈਂਪੇਨ ਦਾ ਮਤਲਬ ਇਹ ਹੀ ਹੈ ਕਿ ਇੱਕ ਉਹਨਾਂ ਦੀ ਰਾਏ ਜਿਹੜੀ ਹੈ ਉਹ ਅਸੀਂ ਟਾਈਮ ਲਾ ਕੇ ਬਣਾ ਚੁੱਕੇ ਹੋਈਏ ਤਾਂ ਕਿ ਸਰਕਾਰ ਦਾ ਵੀ ਕੰਮ ਸੌਖਾ ਹੋ ਜਾਵੇ। ਉਹ ਇਹੋ ਜਿਹਾ ਕੋਈ ਔਰ ਜੇ ਅਸੀਂ ਧਰਨੇ ਵੀ ਲਾਉਂਦੇ ਹਾਂ ਉਹ ਸਾਡੇ ਨਾਲ ਆਉਣ। ਹਾਂ ਬਿਲਕੁਲ ਅਗਰ ਸਰਕਾਰ ਨਹੀਂ ਕੰਮ ਕਰਦੀ ਤਾਂ ਸਾਨੂੰ ਸੜਕਾਂ ਤੇ ਉਤਰਨਾ ਪੈਂਦਾ ਹੈ, ਭਾਰੀ ਗਿਣਤੀ ਚ ਲੋਕ ਸਾਡੇ ਨਾਲ ਆਉਣ। ਸੋ ਬਿਲਕੁਲ ਸਹੀ ਐਕਸਪਲੇਨੇਸ਼ਨ ਹੈ ਭਾਰਤੀ ਜੀ ਇਸ ਚੀਜ਼ ਦੀ। ਤੋ ਮੇਰਾ ਖਿਆਲ ਆਪਾਂ ਇੰਨੀਆਂ ਕੀ ਗੱਲਾਂ ਨਾਲ ਇਜਾਜ਼ਤ ਲਈਏ। ਹੋਰ ਜਿਹੜਾ
ਇਹ ਪਾਥਵੇਜ਼ ਵਾਲੀ ਜਿਹੜੀ ਸਾਡੀ ਪਟੀਸ਼ਨ ਹੈ ਚੱਲਦੀ ਰਹੂਗੀ ਅੱਗੇ। ਔਨ ਦਿਸ ਸਨਿਚਰਵਾਰ ਵੀ ਇੱਕ ਇਵੈਂਟ ਹੈ, ਉਹ ਜਿਹੜੀ ਸਾਊਥ ਅਮਰੀਕਨ ਲੈਟਨ ਅਮਰੀਕਨ ਕਮਿਊਨਿਟੀ ਹੈ ਉਹਨਾਂ ਦਾ ਇੱਕ ਫੈਸਟੀਵਲ ਹੈ ਮੰਗਰੀ 'ਚ ਇੱਕ ਪਾਰਕ 'ਚ। ਤੋ ਹਾਲੇ ਅਸੀਂ ਕੁਛ ਚੌਕ ਆਊਟ ਤਾਂ ਨਹੀਂ ਕੀਤਾ, ਪਰ ਮੈਨੂੰ ਲੱਗਦਾ ਸਾਨੂੰ ਉੱਥੇ ਬਹੁਤ ਜ਼ਿਆਦਾ ਭਾਰੀ ਸਮਰਥਨ ਮਿਲੂਗਾ। ਬਹੁਤ ਜ਼ਿਆਦਾ ਜੀ, ਸਾਊਥ ਅਮਰੀਕਨ ਸਭ ਤੋਂ ਜ਼ਿਆਦਾ ਸਾਨੂੰ ਉੱਥੇ ਮਿਲੇ ਜਿਹੜੇ ਪ੍ਰਵਾਸੀ ਕੰਮ ਨੇ। ਬਿਲਕੁਲ ਬਿਲਕੁਲ। ਔਰ ਇਹਦੇ ਵਿੱਚ ਇੱਕ ਹੋਰ ਹਾਂਜੀ ਪੋਜ਼ਿਟਿਵ ਖਬਰ, ਅੱਜ ਗ੍ਰੀਨ ਪਾਰਟੀ ਨੇ ਜਿਹੜੀ ਅਨਾਉਂਸਮੈਂਟ ਕੀਤੀ ਆ, ਉਹ ਪੋਰਟਫੋਲੀਓਜ਼ ਜਿਹੜੇ ਉਹਨਾਂ ਦੇ ਐਮਪੀ ਨੇ ਰਿਕਾਰਡੋ ਮੈਨੇਂਡੇਜ਼ ਮਾਰਚ, ਜਿਹੜੇ ਸਾਡੇ ਨਾਲ ਐਮਪੀ ਬਣਨ ਤੋਂ ਬਹੁਤ ਲੰਮਾ ਸਮਾਂ ਪਹਿਲਾਂ ਜਦੋਂ ਸਾਡੇ ਸਟੂਡੈਂਟ ਡਿਪੋਰਟ ਹੋਣ ਵਾਲੇ ਸੀਗੇ ਉਦੋਂ ਤੋਂ ਸਾਡੇ ਨਾਲ ਸ਼ਾਮਲ ਨੇ ਸੰਘਰਸ਼ਾਂ 'ਚ। ਤੋ ਉਹ ਉਹਨਾਂ ਨੂੰ ਪੋਰਟਫੋਲੀਓ ਇਮੀਗ੍ਰੇਸ਼ਨ ਦਾ ਦਿੱਤਾ ਗਿਆ ਹੈ, ਸੋਸ਼ਲ ਡਿਵੈਲਪਮੈਂਟ ਦਾ, ਔਰ ਕਾਫੀ ਸਾਰੇ ਹੋਰ ਵੀ ਟਰਾਂਸਪੋਰਟ ਐਂਡ ਵਰਕ ਪਲੇਸ ਰਿਲੇਸ਼ਨਸ। ਸੋ ਕੁਇਕਲੀ ਸਿਗਨੇਚਰ ਆਪਣੇ ਮੇਰੇ ਖਿਆਲ 7000 ਦੇ ਕਰੀਬ 7000 ਤੋਂ ਉੱਪਰ ਹੋ ਚੁੱਕੇ ਨੇ। ਇਹ ਤਾਂ ਜਿਹੜਾ ਆਨਲਾਈਨ ਹੈ 7000 ਤੋਂ ਉੱਪਰ ਉਹਦੇ ਨੇ, ਜਿਹੜੇ ਅਸੀਂ ਪੇਪਰ ਤੇ ਮੇਰੇ ਖਿਆਲ 2-3000 ਉਹ ਵੀ ਇਕੱਠਾ ਉਹ ਡੇਟਾ ਐਂਟਰੀ ਸਾਡੇ ਵੋਲੰਟੀਅਰਸ ਕਰ ਰਹੇ ਨੇ, ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ। ਤੋ ਹਾਂਜੀ ਅਸੀਂ 8-9000 ਦੇ ਕਰੀਬ ਈਜ਼ੀਲੀ ਹੈਗੇ ਆ। ਤੋ ਉਹ ਵੀ ਅਸੀਂ ਜਿਹੜੇ ਐਮਪੀਜ਼ ਸਾਡੀ ਸਪੋਰਟ 'ਚ ਨੇ, ਐਕਟਿਵਲੀ ਸਾਡੇ ਨਾਲ ਕੰਮ ਕਰਦੇ ਨੇ, ਉਹਨਾਂ ਨਾਲ ਸਾਡੀ ਲਗਾਤਾਰ ਗੱਲਬਾਤ ਚੱਲਦੀ ਰਹਿੰਦੀ ਹੈ ਕਿ ਇਹ ਪਟੀਸ਼ਨ ਨੂੰ ਆਪਾਂ ਕਿਸ ਪਾਸੇ ਲਿਜਾਣਾ। ਪਾਰਲੀਮੈਂਟ 'ਚ ਹੀ ਪੇਸ਼ ਹੋਊਗਾ ਪਟੀਸ਼ਨ, ਕਿਉਂਕਿ ਹੋਰ ਵੀ ਜਿਹੜੇ ਚੱਲ ਰਹੇ ਨੇ ਉਹਨਾਂ ਇਹ ਸਾਰੇ ਇੱਕ ਕੰਸੋਲੀਡੇਸ਼ਨ ਹੋਊਗੀ ਇਹ ਸਾਰੀ ਚੀਜ਼ ਦੀ, ਕਿਉਂਕਿ ਉਹੀ ਇਸ਼ੂ ਤੇ ਨੇ, ਕਈ ਅਲੱਗ-ਅਲੱਗ ਪਟੀਸ਼ਨ ਨੇ, ਸਾਰੇ ਇਕੱਠੇ ਹੋਣੇ ਚਾਹੀਦੇ ਨੇ। ਤੋ ਇਸੇ ਹੀ ਗੱਲਬਾਤ ਨਾਲ ਅਸੀਂ ਇਜਾਜ਼ਤ ਲਈਏ ਆਪਣੇ ਸਰੋਤਿਆਂ ਕੋਲੋਂ ਜੀ। ਅਗਲੇ ਸੋਮਵਾਰ ਦੁਬਾਰਾ ਮਿਲਾਂਗੇ। ਅਲਵਿਦਾ। ਸਲਾਮ ਆਖਦਾ ਸਮੇਂ ਦਾ ਪੈਗਾਮ ਹਾਣੀਆਂ, ਤੇਜ਼ ਕਰ ਜ਼ਰਾ ਸੰਗਰਾਮ ਹਾਣੀਆਂ। This is a COVID-19 announcement.